ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਇਸ ਆਨਲਾਈਨ ਸੈਸ਼ਨ ਦੇ ਵਿੱਚ ਸਵਾਗਤ ਹੈ। ਆਪਣਾ ਜਿਹੜਾ ਅੱਜ ਦਾ ਟੌਪਿਕ ਰਹਿਣਾ ਜਿਹਤੇ ਆਪਣੀ ਡਿਸਕਸ਼ਨ ਚੱਲਣੀ ਹੈ ਉਹ ਹੈਗਾ ਸਪੋਰਟਸ। ਸਪੋਰਟਸ ਦੇ ਕੰਟੈਕਸਟ ਦੇ ਵਿੱਚ ਇੱਕ ਮਿਥ ਬਣਿਆ ਹੋਇਆ। ਮਿਥ ਕੀ ਬਣਿਆ ਹੋਇਆ ਕਿ ਯੂਜ਼ਲੀ ਜਿਵੇਂ ਆਪਾਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਦੋ ਆਪਣੇ ਏਜੰਸੀਆਂ ਮੇਨਲੀ ਪੇਪਰ ਕੰਡਕਟ ਕਰਦੀਆਂ ਨੇ, ਇੱਕ PSSB ਕੰਡਕਟ ਕਰਦੀ ਹੈ ਤੇ ਇੱਕ PPSC ਕੰਡਕਟ ਕਰਦੀ ਹੈ। ਯੂਜ਼ਲੀ ਪੜ੍ਹਾਉਣ ਵਾਲੇ ਵੀ ਮੈਂ ਵੇਖਿਆ ਜਿੰਨੇ YouTube ਤੇ ਇਸੇ ਕੰਟੈਕਸਟ 'ਚ ਪੜ੍ਹਾਉਂਦੇ ਨੇ ਕਿ ਇਹ ਸ਼ਾਇਦ PSSB ਦਾ ਹੀ ਟੌਪਿਕ ਹੈ, PSSB ਦੇ ਹਿਸਾਬ ਨਾਲ ਹੀ ਬਿਲਕੁਲ ਸਿੰਗਲ ਲਾਈਨ ਦੇ ਇਫੈਕਟ ਕੱਢ ਲੈਂਦੇ ਨੇ ਤੇ ਉਹੀ ਜ਼ਿਆਦਾਤਰ ਪੜ੍ਹਾਏ ਗਏ ਨੇ। ਚਲੋ ਕਿਸੇ ਹੱਦ ਤੱਕ ਉਹ ਸਹੀ ਵੀ ਹੋਣਗੇ, ਮੈਂ ਕਿਸੇ ਨੂੰ ਗਲਤ ਤਾਂ ਨਹੀਂ ਕਹਿੰਦਾ, ਪਰ ਮੈਂ ਪਿਛਲੇ ਇੱਕ ਹਫ਼ਤੇ ਦਾ ਇਸ ਦੇ ਕੰਟੈਂਟ ਦੇ ਉੱਤੇ ਕੰਮ ਕਰ ਰਿਹਾ ਸੀਗਾ ਤਾਂ ਮੈਂ ਜਦੋਂ ਪਿਛਲੇ ਪੇਪਰਾਂ 'ਚੋਂ ਗੋ ਥਰੂ ਹੋਇਆ ਤਾਂ ਮੈਨੂੰ ਪਹਿਲਾਂ ਹੀ ਬੜਾ ਇਸ ਗੱਲ ਦਾ ਸ਼ੰਕਾ ਹੋ ਰਹੀ ਸੀ ਕਿ PPSC ਤੋਂ ਵੀ ਇਹ ਟੌਪਿਕ ਬਾਹਰ ਨਹੀਂ ਹੈਗਾ। PPSC ਵੀ ਆਪਣੇ ਪੇਪਰਾਂ ਦੇ ਵਿੱਚ ਇਸ ਟੌਪਿਕ ਨੂੰ ਬਹੁਤ ਜ਼ਿਆਦਾ ਤਰਜੀਹ ਦਿੰਦਾ ਹੈ। ਪਿਛਲੇ ਮੈਂ ਕਈ ਪੇਪਰਾਂ 'ਚ ਦੇਖਿਆ ਏਸ਼ੀਅਨ ਗੇਮਸ ਤੇ ਕੁਐਸਚਨ ਪੁੱਛੇ ਹੋਏ, 올림픽 ਤੇ ਪੁੱਛੇ ਹੋਏ, ਪਰ ਜਦੋਂ ਆ ਹੁਣੀ ਰੀਸੈਂਟ ਦੇ ਵਿੱਚ ADA ਦਾ ਪੇਪਰ ਹੋਇਆ ਤਾਂ ਉਹਨੇ ਤਾਂ ਫਿਰ ਮੇਰਾ ਸਾਰਾ ਸ਼ੰਕਾ ਹੀ ਦੂਰ ਕਰਤਾ ਵੀ ਹਾਂ PPSC ਦੇ ਲਈ ਇਹ ਟੌਪਿਕ ਸਾਨੂੰ ਪੜ੍ਹਨਾ ਚਾਹੀਦਾ ਕਿ ਨਹੀਂ ਪੜ੍ਹਨਾ ਚਾਹੀਦਾ। ਤਾਂ ਇਹ ਜੇ ਕਿਸੇ ਦੇ ਦਿਮਾਗ 'ਚ ਹਲੇ ਵੀ ਮਿੱਥ ਹੈਗੀ ਹੈ ਇਸ ਗੱਲ ਨੂੰ ਲੈ ਕੇ ਕਿ ਨਹੀਂ PPSC ਲਈ ਤਾਂ ਇਹ ਟੌਪਿਕ ਇੰਪੋਰਟੈਂਟ ਹੈ ਹੀ ਨਹੀਂ, ਤਾਂ ਮੈਂ ਉਹੀ ਚੀਜ਼ ਦੂਰ ਕਰਨ ਵਾਸਤੇ ਪ੍ਰੂਫ ਵੀ ਤੁਹਾਡੇ ਸਾਹਮਣੇ ਲੈ ਕੇ ਆਇਆ। ਆਹ ਦੇਖੋ ਕੁਐਸਚਨ ADA ਦਾ, ਜੇ ਤੁਸੀਂ ਦੇਖੋਗੇ ਟੈਨਿਸ ਪਲੇਅਰ ਰੋਜਰ ਫੈਡਰਰ ਦੇ ਕੰਟੈਕਸਟ ਦੇ ਵਿੱਚ ਸਵਾਲ ਪੁੱਛਿਆ ਗਿਆ ਹੈ ਕਿ ਉਹ ਪਹਿਲਾ ਗ੍ਰੈਂਡ ਸਲੈਮ ਟਾਈਟਲ ਉਹਨੇ ਜਿੱਤਿਆ ਸੀਗਾ ਐਟ ਵਿੰਬਲਡਨ ਦੇ ਵਿੱਚ 2003 'ਚ। ਉਹਨੇ ਅਨਾਊਂਸ ਕੀਤੀ ਸੀ ਆਪਣੀ ਰਿਟਾਇਰਮੈਂਟ, ਠੀਕ ਹੈ, ਲੈਬਰਸ ਕੱਪ 2022 ਤੇ। ਲੈਬਰਸ ਕੱਪ ਇੱਕ ਇਹੋ ਜਿਹਾ ਅੰਤਰਰਾਸ਼ਟਰੀ ਗ੍ਰਾਸ ਕੋਰਟ ਦੇ ਉੱਤੇ, ਘਾਹ ਦੇ ਉੱਤੇ ਖੇਡੇ ਜਾਣ ਵਾਲਾ ਕੰਪੀਟੀਸ਼ਨ ਹੈ, ਠੀਕ ਹੈ, ਜਿਹੜਾ ਕਿ ਟੀਮ ਯੂਰਪ ਤੇ ਟੀਮ, ਇੱਕ ਪਾਸੇ ਯੂਰਪ ਦੀ ਇਕੱਲੀ ਟੀਮ ਹੁੰਦੀ ਹੈ, ਇੱਕ ਪਾਸੇ ਦੁਨੀਆ ਦੀ ਬਾਕੀ ਦੀ ਟੀਮ ਹੁੰਦੀ ਹੈ, ਉਹਨਾਂ ਦੇ ਵਿੱਚ ਖੇਡਿਆ ਜਾਂਦਾ ਹੈ। ਚੌਥੀ ਗੱਲ ਕਿ ਇਨ ਹਿਜ਼ ਲਾਸਟ ਮੈਚ ਹੀ ਸਫਰਡ ਅ ਲਾਸ ਇਨ ਡਬਲਜ਼ ਅਲੋਂਗਸਾਈਡ ਆਫ ਦਾ ਰਾਈਵਲ ਰਾਫੇਲ ਨਡਾਲ ਫॉर द यूरोप टीम यूरोप इन द लेबर्स कप अगेंस्ट द फ्रांसिस टियोफे एंड जैक सॉक ऑफ द टीम वर्ल्ड। मतलब उन्हें ਕਿਹਦੇ ਨਾਲ ਡਬਲ ਦੇ ਵਿੱਚ ਖੇਡਿਆ, ਮਤਲਬ ਦੋ ਜਣੇ ਰਲ ਕੇ ਖੇਡੇ। ਉਹਦਾ ਵਿਰੋਧੀ ਸੀਗਾ ਰਾਫੇਲ ਨਡਾਲ ਤੇ ਉਹ ਹਾਰ ਗਏ ਕਿਹਨੂੰ, ਜਿਹੜੀ ਦੂਜੇ ਪਾਸੇ ਟੀਮ ਵਰਲਡ ਸੀਗੀ, ਕਿਉਂਕਿ ਇਹ ਤਾਂ ਯੂਰਪ ਵੱਲੋਂ ਖੇਡ ਰਹੇ ਸੀਗੇ ਤੇ ਉਹਨੂੰ ਹਾਰ ਗਏ। ਤਾਂ ਤੁਸੀਂ ਆਪ ਹੀ ਦੇਖ ਲਓ। ਹੁਣ ਮੈਂ ਇਹ ਨਹੀਂ ਕਹਿੰਦਾ ਕਿ ਇਹ ਕੁਐਸਚਨ ਨੂੰ ਮੈਂ ਸੋਲਵ ਕਰਾਉਣ ਲੱਗਿਆ ਹੋਇਆ, ਮੈਂ ਤਾਂ ਸਿੰਪਲ ਤੁਹਾਨੂੰ ਦੱਸ ਰਿਹਾ ਕਿ ਪ੍ਰੂਫ ਤੁਹਾਡੇ ਸਾਹਮਣੇ ਆ। ਹੁਣੀ ਰੀਸੈਂਟ ਪੇਪਰ ਹੈ, ਹਲੇ ਮੈਨੂੰ ਲੱਗਦਾ ਹਫਤਾ ਵੀ ਨਹੀਂ ਹੋਇਆ ਹੈਗਾ, ਤੇ ਉਹਦੇ ਵਿੱਚ ਸਾਹਮਣੇ ਇਹ ਕੁਐਸਚਨ ਹੈ ਜਿਹੜਾ ਪੁੱਛਿਆ ਹੋਇਆ PPSC ਨੇ ਆਪਣੇ ਪੇਪਰ ਦੇ ਵਿੱਚ। ਤਾਂ ਇਹ ਗੱਲ ਦਿਮਾਗ ਦੇ ਵਿੱਚ ਜੇ ਕਿਤੇ ਫਿੱਟ ਕਰ ਰੱਖੀ ਸੀ ਤਾਂ ਮੈਂ ਤੁਹਾਨੂੰ, ਮੇਰੀ ਸਲਾਹ ਹੀ ਹੈ ਕਿ ਉਹਨੂੰ ਕੱਢ ਦਿਓ ਕਿ ਇਹ ਟੌਪਿਕ PPSC ਲਈ ਨਹੀਂ ਹੈ। ਤੇ ਮੇਰੀ ਕੋਸ਼ਿਸ਼ ਵੀ ਇਹੀ ਹੈ, ਮੈਂ ਜਿਹੜਾ ਤੇ ਹਫਤੇ ਤੇ ਕੰਮ ਕਰ ਰਿਹਾ ਸੀ ਇਸ ਟੌਪਿਕ ਤੇ, ਕਿ ਇਸ ਟੌਪਿਕ ਨੂੰ ਉਸੇ ਤਰੀਕੇ ਨਾਲ ਬਣਾਇਆ ਜਾਵੇ ਕਿ ਇਹ PPSC ਨੂੰ ਵੀ ਬਰਾਬਰ ਹੀ ਕਵਰ ਕਰਦਾ ਹੋਵੇ। ਜੋ ਜਿਸ ਐਂਗਲ ਤੇ PPSC ਜਾਂਦੀ ਆ ਉਹ ਸਾਰੇ ਐਂਗਲਾਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਜਾਊਗੀ ਇਸ ਲੈਕਚਰ 'ਚ। ਤਾਂ ਇਹ ਮੇਰੀ ਕੋਸ਼ਿਸ਼ ਰਹੂ। ਰਹੀ ਗੱਲ ਇਸ ਕੁਐਸਚਨ ਦੀ, ਦੇਖੋ ਇਹ ਜਿੱਦਾਂ ਦੇ ਇਹੋ ਜਿਹੇ ਕੁਐਸਚਨ ਪਾਏ ਜਾਂਦੇ ਨੇ, ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਕਿ ਕਿਸੇ ਨੂੰ ਇੰਨੀ ਨੌਲੇਜ ਨਹੀਂ ਹੁੰਦੀ, ਕੋਈ ਨਹੀਂ ਇੰਨਾ ਪੜ੍ਹਨ ਲੱਗਿਆ ਹੁੰਦਾ ਕਿ ਸਾਨੂੰ ਇੱਕ ਇੱਕ ਫੈਕਟ ਪਤਾ ਹੋਵੇ। ਪਰ ਇਹ ਬੰਦਾ ਬਹੁਤ ਮਸ਼ਹੂਰ ਸੀ ਰੋਜਰ ਫੈਡਰਰ, ਬਿਕੋਜ਼ ਇਹ ਇੱਕ ਚੈਂਪੀਅਨ ਪਲੇਅਰ ਸੀ ਲੌਨ ਟੈਨਿਸ ਦਾ ਆਪਣੇ ਆਪ ਦੇ ਵਿੱਚ ਬੜੇ ਗ੍ਰੈਂਡ ਸਲੈਮ ਇਸ ਬੰਦੇ ਨੇ ਜਿੱਤੇ ਨੇਗੇ। ਤਾਂ ਇਹ ਹੁਣ ਰਿਟਾਇਰਮੈਂਟ ਲਈ ਸੀ ਇਹਨੇ ਇਸ ਗੇਮ ਤੋਂ। ਤਾਂ ਇਹਦੇ ਕੰਟੈਕਸਟ 'ਚ ਜੇ ਸਵਾਲ ਪੁੱਛਿਆ ਜਾ ਰਿਹਾ ਤਾਂ ਮੈਂ ਹੈਰਾਨੀਜਨਕ ਬਿਲਕੁਲ ਨਹੀਂ ਇਸ ਚੀਜ਼ ਨੂੰ ਲੈ ਕੇ ਕਿ ਇਹਨੂੰ ਸਵਾਲ ਪੁੱਛਿਆਗਾ। ਤੇ ਦੂਜੀ ਗੱਲ, ਇਹ ਬੜਾ ਸੋਸ਼ਲ ਮੀਡੀਆ ਦੇ ਉੱਤੇ ਇਹਦੇ ਤੇ ਬੜੇ ਟਵੀਟ ਜਾਂ ਹੋਰ ਬੜੀਆਂ ਚੀਜ਼ਾਂ ਚੱਲੀਆਂ, ਕਿਉਂਕਿ ਪਹਿਲੀ ਵਾਰ ਕਹਿੰਦੇ ਇਹ ਹੋਇਆ ਸੀਗਾ ਜਦੋਂ ਇਹ ਹਾਰਿਆ, ਮਤਲਬ ਹਾਰਿਆ ਨਹੀਂ ਮੈਂ ਕਹੂੰਗਾ, ਰਿਟਾਇਰਮੈਂਟ ਇਹਨੇ ਲਈ। ਇਹਦਾ ਵਿਰੋਧੀ ਸੀਗਾ ਰਾਫੇਲ ਨਡਾਲ। ਰਾਫੇਲ ਨਡਾਲ ਵੀ ਇੱਕ ਬਹੁਤ ਚੈਂਪੀਅਨ ਪਲੇਅਰ ਆਪਣੇ ਆਪ ਦੇ ਵਿੱਚ, ਪਰ ਦੋਨੋਂ ਹੀ ਬੜੇ ਫਾਈਨਲ ਖੇਡੇ ਨੇ ਇੱਕ ਦੂਜੇ ਦੇ ਨਾਲ, ਅਗੇਂਸਟ ਇੱਕ ਦੂਜੇ ਦੇ। ਕਦੇ ਉਹ ਜਿੱਤਦਾ ਸੀ, ਕਦੇ ਉਹ ਜਿੱਤਦਾ ਸੀ। ਕਹਿੰਦੇ ਪਹਿਲੀ ਵਾਰ ਸੀਗਾ ਕਿ ਰਿਟਾਇਰਮੈਂਟ ਇਹ ਲੈ ਰਿਹਾ ਸੀ ਤੇ ਇਹਦਾ ਵਿਰੋਧੀ ਉਹਦੇ ਪੈਰਲਲ ਬੈਠਾ ਰੋ ਰਿਹਾ ਸੀਗਾ ਕਿ ਹਾਂ ਇੱਕ ਮੇਰਾ ਰਾਈਵਲਰੀ ਹੈ, ਪਰ ਰਾਈਵਲਰੀ ਹੋਣ ਦੇ ਬਾਵਜੂਦ ਇਹ ਕਿੱਡਾ ਚੈਂਪੀਅਨ ਪਲੇਅਰ ਅੱਜ ਇਸ ਗੇਮ ਨੂੰ ਛੱਡ ਕੇ ਜਾ ਰਿਹਾ। ਤੇ ਉਹ ਦੋਹਾਂ ਦੀ ਫੋਟੋ ਕਿ ਇੱਕ ਪਾਸੇ ਰੋਜਰ ਫੈਡਰਰ ਬੈਠਾ, ਦੂਜੇ ਪਾਸੇ ਰਾਫੇਲ ਨਡਾਲ ਬੈਠਾ, ਬਹੁਤ ਵਾਇਰਲ ਹੋਈ ਸੀ, ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਸੀ। ਸ਼ਾਇਦ ਇਹੀ ਕਾਰਨ ਸੀਗਾ ਕਿ PPSC ਨੂੰ ਵੀ ਸਿੱਧੀ ਉਹ ਫੋਟੋ ਦਿਖ ਗਈ ਤੇ ਇਹਦੇ ਵਿੱਚੋਂ ਕੁਐਸਚਨ ਚੱਕ ਕੇ ਬਣਨਾ ਸੰਭਵ ਸੀਗਾ ਕਿ ਉਹਨਾਂ ਨੇ ਬਣਾਤਾ। ਤਾਂ ਉਸ ਐਂਗਲ ਤੋਂ ਹੁਣ ਆ ਗਈ ਕੁਐਸਚਨ ਦੀ ਗੱਲ। ਕੁਐਸਚਨ ਦੇ ਵਿੱਚ ਸਿਰਫ ਇੱਕ ਫੈਕਟ ਸੀ ਜਿਹੜਾ ਉਹ ਚਾਹੁੰਦੇ ਸੀ ਕਿ ਤੁਹਾਨੂੰ ਪਤਾ ਹੋਵੇ। ਜੇ ਤੁਹਾਨੂੰ ਉਹ ਫੈਕਟ ਪਤਾ ਹੁੰਦਾ ਤਾਂ ਸ਼ਾਇਦ ਮੈਨੂੰ ਲੱਗਦਾ ਕੁਐਸਚਨ 'ਚ ਕੁਛ ਰਿਹਾ ਨਹੀਂ।
ਅੱਗੇ ਪੇਪਰ ਦੇ ਆਪਣਾ ਜਦੋਂ ਲੈਕਚਰ ਚੱਲੇਗਾ, ਲੈਕਚਰ ਦੇ ਵਿੱਚ ਮੈਂ ਬੜੀਆਂ ਚੀਜ਼ਾਂ ਤੁਹਾਨੂੰ ਕਲੀਅਰ ਕਰੂੰਗਾ ਕਿ ਜਿਹੜੇ ਗ੍ਰੈਂਡ ਸਲੈਮਸ ਹੁੰਦੇ ਨੇ ਬੇਸਿਕਲੀ, ਜਿਵੇਂ US ਓਪਨ ਹੋ ਗਿਆ ਠੀਕ ਹੈ, ਫਿਰ ਆਪਣੇ ਕੋਲੇ ਫ੍ਰੈਂਚ ਓਪਨ ਹੋ ਗਿਆ, ਉਸ ਤੋਂ ਇਲਾਵਾ ਵਿੰਬਲਡਨ ਹੋ ਗਿਆ। ਇਹ 3-4 ਬੜੇ ਇੰਪੋਰਟੈਂਟ ਟੂਰਨਾਮੈਂਟ ਨੇ ਜਿਹੜੇ ਹੁੰਦੇ ਨੇ ਸਾਡੇ ਕੋਲੇ ਟੈਨਿਸ ਦੇ, ਜਿਹੜੇ ਸਾਲ ਦੇ ਵਿੱਚ ਖੇਡੇ ਜਾਂਦੇ ਨੇਗੇ, ਤੇ ਇਹਨਾਂ ਦਾ ਚੈਂਪੀਅਨ ਹੋਣਾ ਆਪਣੇ ਆਪ ਦੇ ਵਿੱਚ ਮਾਣ ਦੀ ਗੱਲ ਹੁੰਦੀ ਹੈ ਨਾ ਪਲੇਅਰਾਂ ਲਈ। ਇਹ ਵੱਖਰੇ ਵੱਖਰੇ ਪਲੇਟਫਾਰਮਾਂ ਤੇ ਖੇਡੇ ਜਾਂਦੇ ਨੇ। ਪਲੇਟਫਾਰਮ ਕਹਿਣ ਦਾ ਮਤਲਬ ਗਰਾਊਂਡਾਂ ਦੇ ਉੱਤੇ। ਕਿਸੇ ਦਾ ਗਰਾਊਂਡ ਜਿਹੜਾ ਹੈਗਾ ਉਹ ਕਲੇ ਵਾਲੀ ਮਿੱਟੀ ਦਾ ਬਣਿਆ ਹੋਇਆ, ਕਿਸੇ ਦਾ ਗਰਾਊਂਡ ਘਾਹ ਵਾਲਾ, ਘਾਹ ਦੇ ਉੱਤੇ ਖੇਡਿਆ ਜਾਂਦਾ, ਕੋਈ ਹਾਰਡ ਕੋਰਟ ਹੈ ਜਿਹਦੇ ਉੱਤੇ ਹਾਰਡ ਮਤਲਬ ਥੱਲੇ ਸੀਮੈਂਟਡ ਪਿੱਚ ਵਾਂਗੂ ਬਣਿਆ ਹੋਏਗਾ। ਤਾਂ ਉਹ ਕੰਟੈਕਸਟ ਦੇ ਵਿੱਚ ਆਪਾਂ ਪੜਾਂਗੇ ਲੈਕਚਰ ਦੇ ਵਿੱਚ ਹੀ, ਤੇ ਇੱਥੇ ਵੀ ਉਹੀ ਐਂਗਲ ਜਾਣਨ ਦੀ ਐਗਜ਼ਾਮੀਨਰ ਨੇ ਕੋਸ਼ਿਸ਼ ਕੀਤੀ ਹੈ। ਜਿਹੜਾ ਇੱਥੇ ਲਿਖਿਆ ਨਾ ਕਿ ਜਿਹੜਾ ਲੈਬਰਸ ਕੱਪ ਇਹ ਹੁੰਦਾ ਹੈ, ਇਹ ਗ੍ਰਾਸ ਕੋਰਟ ਤੇ ਖੇਡਿਆ ਜਾਂਦਾ, ਆਹੀ ਗੱਲ ਇੱਥੇ ਗਲਤ ਸੀ, ਕਿਉਂਕਿ ਇਹ ਹਾਰਡ ਕੋਰਟ ਦੇ ਉੱਤੇ ਖੇਡਿਆ ਜਾਂਦਾ, ਯਾਨੀ ਕਿ ਪੱਕਾ ਥਾਂ ਹੁੰਦਾ ਜਿਹਦੇ ਉੱਤੇ ਖੇਡਦੇ ਨੇ ਇਹ ਵਿਚਾਲੇ, ਜਿਹਦੇ ਵਿੱਚ ਉਹ ਟੈਨਿਸ ਵਾਲੀ ਬਾਲ ਨੂੰ ਚਲਾਉਂਦੇ ਨੇ। ਤੇ ਜੇ ਤੁਸੀਂ ਦੇਖੋਗੇ, ਜੇ ਇੰਨੀ ਨੌਲੇਜ ਕਿਸੇ ਬੰਦੇ ਨੂੰ ਇਹਨੇ ਇਹ ਟੂਰਨਾਮੈਂਟ ਨੂੰ ਫੋਲੋ ਕੀਤਾ ਹੋਇਆ ਜਾਂ ਮਾੜਾ ਮੋਟਾ ਦੇਖਿਆ ਹੋਇਆ, ਤਾਂ ਤੁਸੀਂ ਕੁਐਸਚਨ ਸੋਲਵ ਕਰ ਸਕਦੇ ਹੋ। ਜੇ ਮੈਂ 3 ਨੂੰ ਕੱਢਦਾ ਨਾ ਤਾਂ ਪਹਿਲੇ 'ਚ ਵੀ 3 ਪਿਆ, ਦੂਜੇ 'ਚ ਵੀ 3 ਪਿਆ, ਚੌਥੇ 'ਚ ਵੀ ਪਿਆ, ਇੱਕੋ ਹੀ ਆਪਸ਼ਨ ਬਚਦੀ ਹੈ ਮੇਰੇ ਕੋਲੇ 1 2 4, ਤਾਂ ਮੈਂ ਸਿੱਧਾ ਆਪਣੇ ਆਨਸਰ ਤੇ ਪਹੁੰਚ ਸਕਦਾ ਸੀ। ਬਾਕੀ ਚਾਹੇ ਮੈਨੂੰ ਨੌਲੇਜ ਹੁੰਦੀ ਚਾਹੇ ਨਾ ਹੁੰਦੀ, ਮੇਰੇ ਲਈ ਮੈਟਰ ਨਹੀਂ ਕਰਦੀ ਸੀ। ਇਹ ਤਾਂ ਰਿਹਾ PPSC ਵਾਲਾ ਸੰਦਰਭ ਜਿਹੜਾ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਸੀ ਕਿ ਇਸ ਟੌਪਿਕ ਨੂੰ ਇਹ ਸੋਚ ਕੇ ਨਾ ਛੱਡਿਆ ਜਾਵੇ ਤੇ ਨਾ ਹੀ ਇਸ ਟੌਪਿਕ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਕਿ ਸ਼ਾਇਦ PPSC ਤਾਂ ਇਹਦੇ ਤੇ ਜਾਂਦੀ ਹੀ ਨਹੀਂ। PSSB ਵਾਲੇ ਤਾਂ ਭੁੱਲ ਹੀ ਜਾਣ, PSSB ਦੇ ਵਿੱਚ ਤਾਂ ਇਹ ਸਵਾਲ ਲਾਜ਼ਮੀ ਆਉਂਦੇ ਹੀ ਆਉਂਦੇ ਨੇ। ਉਹਦਾ ਸਬੂਤ ਵੀ ਤੁਹਾਡੇ ਸਾਹਮਣੇ ਆ। ਆ ਜਾਓ, ਆ ਸਾਰੇ ਸਵਾਲ ਨੇ ਜਿਹੜੇ PSSB ਨੇ ਹੁਣੀ ਆਪਣੇ ਰੀਸੈਂਟ ਦੇ 2-3 ਸਾਲਾਂ ਦੇ ਪੇਪਰਾਂ 'ਚ ਪੁੱਛੇ ਹੋਏ ਨੇ। ਉਸੇਨ ਬੋਲਟ ਕਿਹੜੀ ਗੇਮ ਨਾਲ ਰਿਲੇਟਡ ਹੈ? ਵੈਸੇ ਸਾਰਿਆਂ ਨੂੰ ਪਤਾ ਹੋਊ, ਮੈਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਉਸੇਨ ਬੋਲਟ ਨੂੰ ਕੌਣ ਨਹੀਂ ਜਾਣਦਾ ਹੈਗਾ। ਫਿਰ ਡੇਵਿਸ ਕੱਪ ਜਿਹੜਾ ਹੈਗਾ ਇਹ ਕਿਹੜੀ ਖੇਡ ਦੇ ਨਾਲ ਸੰਬੰਧ ਰੱਖਦਾ ਸਾਡੇ ਕੋਲੇ। ਫਿਰ ਤੁਹਾਡੇ ਕੋਲੇ ਹੋਰ ਕੁਐਸਚਨ ਆਪਾਂ ਵੇਖਦੇ ਹਾਂ। ਆ ਇੱਕ ਵੈਲੋਡਰੋਮ ਨਾਮ ਦਾ ਏਰੀਆ ਹੁੰਦਾ, ਇਹਦੇ ਵਿੱਚ ਕਿਹੜੀ ਗੇਮ ਖੇਡੀ ਜਾਂਦੀ ਹੈ? ਇਹ ਚਲੋ ਮੈਂ ਦੱਸਦਾ ਨਾ, ਫਿਰ ਵੀ ਚਲੋ ਆਊਗਾ ਵੀ। ਤੁਸੀਂ ਸਾਈਕਲਿੰਗ ਦੇਖੀ ਹੋਣੀ ਆ, ਸਾਈਕਲਿੰਗ ਜਦੋਂ ਕਰੀ ਜਾਂਦੀ ਹੈ ਤਾਂ ਸਾਈਕਲਿੰਗ ਦੇ ਆਲੇ ਦੁਆਲੇ, ਜਿਵੇਂ ਜੇ ਤੁਹਾਡੇ ਚੋਂ ਬਹੁਤੇ ਕੋਈ ਪਟਿਆਲੇ ਦਾ ਹੋਊਗਾ ਤਾਂ ਪਟਿਆਲੇ ਸਟੇਡੀਅਮ ਯੂਨੀਵਰਸਿਟੀ 'ਚ ਬਣਿਆ ਹੋਇਆ, ਤਾਂ ਸਟੇਡੀਅਮ ਦੇ ਵਿੱਚ ਜਾਇਓ ਤੁਸੀਂ, ਥੱਲੇ ਟਰੈਕ ਬਣਿਆ ਹੋਇਆ ਭੱਜਣ ਨੂੰ, ਆਲੇ ਦੁਆਲੇ ਪੱਕਾ ਉਹਨਾਂ ਨੇ ਰਾਊਂਡ ਜਿਹਾ ਬਣਾਇਆ ਹੋਇਆ ਜਿਹਦੇ ਵਿੱਚ ਬੱਚੇ ਸਾਈਕਲਿੰਗ ਕਰਦੇ ਫਿਰਦੇ ਹੁੰਦੇ ਆ। ਉਸੇ ਚੀਜ਼ ਨੂੰ ਹੀ ਬੋਲਿਆ ਜਾਂਦਾ ਸਾਡੇ ਕੋਲੇ ਵੈਲੋਡਰੋਮ। ਤਾਂ ਇਹ ਉਹ ਏਰੀਆ ਜਿਹ 'ਚ ਸਾਈਕਲ ਭਜਾਏ ਜਾਂਦੇ ਨੇ, ਸਾਈਕਲ ਰੇਸ ਹੁੰਦੀ ਹੈ, ਤਾਂ ਸਾਈਕਲਿੰਗ ਨਾਲ ਰਿਲੇਟਡ ਹੋ ਗਿਆ। ਫਿਰ ਆ ਕਰੰਟ ਦੇ ਐਂਗਲ ਤੋਂ ਸਵਾਲ ਪੁੱਛਿਆ ਹੋਇਆ ਕਿ ਇੱਕ ਕਰਾਟੇ ਪਲੇਅਰ ਸੀ ਹਰਦੀਪ ਕੌਰ, ਇਹਨੇ ਪਿੱਛੇ ਜੇ ਜਿੱਤਿਆ ਸੀਗਾ ਕੋਈ ਮੈਡਲ, ਤਾਂ ਇਹ ਕਿਹੜੇ ਜ਼ਿਲ੍ਹੇ ਤੋਂ ਸੰਬੰਧ ਰੱਖਦੀ ਸੀਗੀ ਪੰਜਾਬ ਦੇ ਵਿੱਚ। ਤੇ ਫਿਰ ਆਪਾਂ ਵੇਖ ਲਈਏ ਸਿਮਿਲਰਲੀ ਸੋ ਔਨ ਮੈਨੀ ਕੁਐਸਚਨ ਕਿ ਜਿਹੜਾ 2023 ਦਾ ਵਰਲਡ ਕੱਪ ਕ੍ਰਿਕਟ ਦਾ ਹੈਗਾ ਉਹ ਕਿੱਥੇ ਖੇਡਿਆ ਜਾਣਾ? ਭਾਰਤ 'ਚ ਖੇਡਿਆ ਜਾਣਾ। ਤਾਂ ਕਹਿਣ ਦਾ ਮਤਲਬ ਕੀ ਹੋ ਗਿਆ? ਮੈਂ ਸਿਰਫ ਇਹ ਕਹਿਣਾ ਚਾਹ ਰਿਹਾ ਕਿ ਇਸ ਐਂਗਲ ਤੋਂ ਕੁਐਸਚਨ ਬਹੁਤ ਪੁੱਛੇ ਜਾਂਦੇ ਨੇ। ਠੀਕ ਆ, PPSC ਦਾ ਮੈਂ ਇੱਕੋ ਹੀ ਕੁਐਸਚਨ ਚੱਕਿਆ, ਹੋਰ ਵੀ ਬਹੁਤ ਸਾਰੇ ਕੁਐਸਚਨ ਨੇ। ਏਸ਼ੀਆ ਕੱਪ ਨੂੰ ਲੈ ਕੇ ਕਿੰਨੇ ਕੁਐਸਚਨ ਪੁੱਛੇ ਨੇ ਕਿ ਪਹਿਲੀ ਵਾਰ ਕਿੱਥੋਂ ਸ਼ੁਰੂ ਹੋਇਆ ਸੀ ਜਾਂ ਭਾਰਤ ਨੇ ਕਦੋਂ ਖੇਡਿਆ ਸੀਗਾ, ਬੜੇ ਕੁਐਸਚਨ ਨੇ ਜਿਹੜੇ ਪੁੱਛੇ ਜਾਂਦੇ ਨੇ। ਤਾਂ ਹੁਣ ਮੈਂ ਆਪਣੇ ਟੌਪਿਕ ਤੇ ਚੱਲਦਾ, ਟੌਪਿਕ ਸ਼ੁਰੂ ਕਰਦਾ। ਜੇ ਗੱਲ ਇੰਨੀ ਤੁਹਾਨੂੰ ਸਮਝ ਆ ਗਈ ਕਿ ਇਸ ਟੌਪਿਕ ਨੂੰ ਨਜ਼ਰਅੰਦਾਜ਼ ਕਰਨਾ PPSC ਲਈ ਵੀ ਬਿਲਕੁਲ ਸਾਡੇ ਲਈ ਗਲਤ ਹੋਊਗਾ, ਕਿਉਂਕਿ ਕੋਈ ਐਡਾ ਟੌਪਿਕ ਔਖਾ ਨਹੀਂ ਹੈ, ਇੰਟਰਸਟਿਡ ਟੌਪਿਕ ਹੈ। ਖੇਡ ਦੇ ਨਾਲ ਸਾਰੇ ਹੀ ਬਹੁਤ ਜ਼ਿਆਦਾ ਇੰਟਰਸਟ ਲੈਂਦੇ ਨੇ। ਮੈਨੂੰ ਪਤਾ ਕਿ ਖਾਸ ਕਰ ਜੇ ਮੁੰਡਿਆਂ ਦੇ ਕੰਟੈਕਸਟ 'ਚ ਗੱਲ ਕਰਾਂ, ਅੱਜ ਕੱਲ੍ਹ ਦੇ ਉਹਦੇ ਵਿੱਚ ਤਾਂ ਕੁੜੀਆਂ ਵੀ ਸਬ ਇੰਸਪੈਕਟਰ ਜਾਂ ਹੋਰ ਉਹਦੇ ਲਈ ਤੁਸੀਂ ਐਗਜ਼ਾਮ ਦਿੱਤਾ ਹੈਗਾ, ਹੁਣ ਟਰਾਇਲ ਦੇ ਲਈ ਤਿਆਰੀ ਕਰ ਰਹੇ ਹੋ, ਤਾਂ ਸਾਰੇ ਹੀ ਸਪੋਰਟਸ ਨਾਲ ਕਿਤੇ ਨਾ ਕਿਤੇ ਜੁੜੇ ਹੋਏ ਨੇ। ਤਾਂ ਹੁਣ ਜੇ ਆਪਾਂ ਦੇਖੀਏ, ਸਭ ਤੋਂ ਪਹਿਲਾਂ ਮੈਂ ਸ਼ੁਰੂ ਕਰਦਾ ਓਲੰਪਿਕ ਤੋਂ। ਸਭ ਤੋਂ ਮਹੱਤਵਪੂਰਨ ਟੌਪਿਕ ਤੇ ਐਗਜ਼ਾਮੀਨਰ ਦੀ ਫਸਟ ਚੁਆਇਸ, ਅਨਲੈਸ ਕਿ ਕੋਈ ਕਰੰਟ ਇਵੈਂਟ ਬਹੁਤ ਤਕੜਾ ਨਹੀਂ ਚੱਲ ਰਿਹਾ। ਜਿਵੇਂ ਮੈਂ ਅੱਜ ਦੇ ਕੰਟੈਕਸਟ 'ਚ ਗੱਲ ਕਰਾਂ ਤਾਂ ਜਿੱਦਣ ਮੈਂ ਅੱਜ ਲੈਕਚਰ ਰਿਕਾਰਡ ਕਰ ਰਿਹਾ, ਇਸ ਟਾਈਮ ਸਾਡੇ ਕੋਲੇ ਜਿਹੜਾ ਫੁੱਟਬਾਲ ਦਾ ਵਰਲਡ ਕੱਪ ਆ ਉਹ ਚੱਲ ਰਿਹਾ। ਠੀਕ ਹੈ, ਕਤਰ ਦੇ ਵਿੱਚ ਖੇਡਿਆ ਜਾ ਰਿਹਾ ਫੁੱਟਬਾਲ ਦਾ ਵਰਲਡ ਕੱਪ। ਬਸ 2 ਸੈਮੀਫਾਈਨਲ ਮੈਚ ਰਹਿ ਗਏ, 1 ਫਾਈਨਲ ਰਹਿ ਗਿਆ। ਤਾਂ ਮੈਨੂੰ ਲੱਗਦਾ ਕਿ ਆ ਆਉਂਦੇ ਹਫਤੇ ਦੇ ਵਿੱਚ ਉਹਦਾ ਪਟਾਕਾ ਪੈ ਜਾਣਾ, ਜਿਹਨੇ ਵੀ ਜਿੱਤਣਾ। ਤਾਂ ਫੁੱਟਬਾਲ ਦੇ ਵਰਲਡ ਕੱਪ ਦੇ ਟੌਪਿਕ ਨੂੰ ਛੱਡਿਆ ਹੀ ਨਹੀਂ ਜਾ ਸਕਦਾ, ਉਹਨੂੰ ਬਹੁਤ ਡਿਟੇਲ 'ਚ ਤੁਹਾਨੂੰ ਪੜ੍ਹਨਾ ਚਾਹੀਦਾ, ਕਿਉਂਕਿ ਉਹਦੇ ਵਿੱਚੋਂ ਕੁਐਸਚਨ ਬਣਨ ਦੇ ਫੁੱਲ ਚਾਂਸਿਸ ਨੇ ਕਿ ਪੇਪਰ ਦੇ ਵਿੱਚ ਕੁਐਸਚਨ ਬਣ ਜਾਣ। ਜੇ ਇੱਦਾਂ ਦਾ ਇਵੈਂਟ ਨਹੀਂ ਹੈ, ਕੋਈ ਬਹੁਤ ਤਕੜਾ ਚੱਲ ਰਿਹਾ, ਤਾਂ ਮੈਨੂੰ ਲੱਗਦਾ ਐਗਜ਼ਾਮੀਨਰ ਦੀ ਜਿਹੜੀ ਪਹਿਲੀ ਪ੍ਰੈਫਰੈਂਸ ਰਹਿੰਦੀ ਹੈ ਤਾਂ ਉਹ ਓਲੰਪਿਕਸ ਦੀ ਰਹਿੰਦੀ ਹੈ ਕਿ ਓਲੰਪਿਕਸ 'ਚੋਂ ਸਵਾਲ ਪੁੱਛਿਆ ਜਾਵੇ, ਕਿਉਂਕਿ ਸਪੋਰਟਸ ਦਾ ਸਭ ਤੋਂ ਵੱਡਾ ਤੇ ਸਭ ਤੋਂ ਇੰਪੋਰਟੈਂਟ ਇਵੈਂਟ ਹੈ ਸਾਡੇ ਕੋਲੇ। ਤਾਂ ਓਲੰਪਿਕ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਏਂਸ਼ੀਐਂਟ ਓਲੰਪਿਕਸ ਦੀ, ਫਿਰ ਮੈਂ ਮਾਡਰਨ ਓਲੰਪਿਕਸ ਤੇ ਆਊਂਗਾ। ਏਂਸ਼ੀਐਂਟ ਜਿਹੜਾ ਓਲੰਪਿਕ ਸੀਗਾ ਕਹਿੰਦਾ ਗੇਮਸ, ਇਹ ਸਭ ਤੋਂ ਪਹਿਲਾਂ ਗ੍ਰੀਸ ਦਾ ਸ਼ਹਿਰ ਆ ਓਲੰਪੀਆ, ਉੱਥੇ 776 AD ਦੇ ਵਿੱਚ ਪਹਿਲੀ ਵਾਰ ਹੈਲਡ ਹੋਈਆਂ। ਸ਼ਾਇਦ ਇਸੇ ਦੇ ਨਾਮ ਤੋਂ ਹੀ ਓਲੰਪੀਆ ਦੇ ਨਾਮ ਤੋਂ ਇਹਨੂੰ ਓਲੰਪਿਕ ਨਾਮ ਪੈ ਗਿਆ, ਕਿਉਂਕਿ ਇਹ ਸ਼ਹਿਰ ਦਾ ਨਾਮ ਸੀਗਾ।
शुरू होईयां ते ये गेम्स नू स्टार्ट करने वाले आ दो सीगे, एफाइट्स ते दूसरे का नाम सीगा क्लॉस्थनिथ। ये नाम नोट कर लियो, कई बार फैक्चुअल सवाल निकल जाता इत्थों, ठीक है। तो जिहड़े पहला जिन्हें ओलंपिक्स गेम्स दे विच जित्तिया सीगा उहदा नाम सीगा कॉर्बस। ये हैगा किहदे कंटैक्सट, दो चार फैक्ट एंशेंट ओलंपिक गेम्स के कंटैक्सट। हुण मैं चलदा मॉडर्न ओलंपिक्स जिहदे विचों ज़्यादा सवाल बनने दे चांस हुंदे ने। नाम नोट करियो, पीरे वार्डन डी कॉबर्टिन, फ्रांस का बंदा सी। इनू क्रेडिट दिता जाता कि इन्हें शुरू कराइया ने जिहड़ियां मॉडर्न अज के जमाने खेडियां जाने वाली ओलंपिक्स ने। तो बड़ा अपने आप च महत्वपूर्ण बंदा हो जाता। पितामा किहनूं कहा जाता मॉडर्न ओलंपिक्स का, जिवें मर्जी सवाल बना लैण कि मॉडर्न ओलंपिक्स किहदी होंद है जिहदे करके अज ये साडे खेडियां जांदियां ने। तो नाम आ पेरे बैरोन डी कॉबर्टिन, तो फ्रांस का यह बंदा सीगा, ठीक है। तो यदा कंटैक्सट ये याद रखियो। ਇਹਦੇ एफर्ट्स करके एक इंटरनेशनल इवेंट हैल्ड ਹੁੰਦਾ 1894 ਦੇ ਵਿੱਚ, ਜਿਹਦੇ ਵਿੱਚ ਇੰਗਲੈਂਡ, ਅਮਰੀਕਾ, ਗ੍ਰੀਸ, ਰਸ਼ੀਆ, ਇਟਲੀ, ਸਪੇਨ, ਇਹ ਜਿਹੜੇ ਯੂਰਪੀਅਨ ਕੰਟਰੀਜ਼ ਸੀ ਵਿੱਚ ਅਮਰੀਕਾ ਨੂੰ ਮਿਲਾ ਕੇ ਤੇ ਇੰਗਲੈਂਡ ਨੂੰ ਮਿਲਾ ਕੇ ਇਹ ਪਾਰਟਿਸਿਪੇਟ ਕਰਦੀਆਂ ਨੇ ਇਸ ਇਵੈਂਟ ਦੇ ਵਿੱਚ। फिर उस तो बाद हुंदा की है कि यह डिसाइड किया जाता कि गेम्स हर 4 साल बाद खेडियां जाण। मतलब उदों शायद सारी दुनिया तो नहीं पार्टिसिपेट इन्हें कराया। यूरोपीयन कंट्रीज़ ते जिहड़े बहुत ज़्यादा मैं कहूँगा डेवलप्ड कंट्रीज़ ने, बहुत डेवलप हुई ने, उन्होंने खेडियां। तो उन्हें यह भी बोलिया कि इनू आपां हर 4 साल बाद कराइए। पर इस तो पहला उन्हें इनू मॉडर्न ओलंपिक्स जो मन्निया जाता कि पहली बार जो क्वेश्चन भी पेपर च बनता होंदा कि मॉडर्न ओलंपिक्स पहली बार खेडी कित्थे गई। पहली बार मॉडर्न ओलंपिक्स 1896 खेडी जाती है, एथेंस दे विच खेडी जाती है। बड़ा ही महत्वपूर्ण फैक्ट है अपने आप दे विच। जदों ओलंपिक्स के क्वेश्चन बनाउंदे आ तां एक लाइन इहो जी जरूर पाउणगे जां सिद्धा फैक्चुअल सवाल भी पा सकते हैं कि पहली मॉडर्न ओलंपिक्स 1896 ਦੇ ਵਿੱਚ एथेंस ਦੇ ਵਿੱਚ खेडी जाती है। तो यह डिसाइड किया जाता कि हर 4 साल बाद एक डेजिग्नेटेड वैन्यू मन्निया जाया करेगा, भी हर बार पहली दे दिता जाया करेगा ताकि वो देश तैयारी कर सके उस ओलंपिक नूं कराउण वास्ते कि तेरे देश च होना इस बार ये तू तैयारी कर ला अपनी। तो हर 4 साल बाद खेडिया जाऊ, ये भी इंपॉर्टेंट फैक्ट अपने आप दे विच कि किन्ने सालों बाद खेडिया जाता। ਇਹਦੇ ਵਿੱਚ फिर एक ओलंपिक कमेटी बनती है। उस टाइम के उत्ते 94 ਦੇ ਵਿੱਚ ਜਦੋਂ 96 ਚ ਕਰਾਉਣੀਆਂ ਸੀਗੀਆਂ ਤਾਂ ओलंपिक कमेटी फॉर्म की गई उस बंदे द्वारा जिन्हें ये शुरू की सी, वारन डी ने, ठीक है। वो आप सैकटरी बनया, 15 बंदे होर नाल लए अपने, ठीक है। तो ये एक कंटैक्स दे विच इंडियन ओलंपिक कमेटी इनू नाम दिता गया, जो सॉरी इंडियन तो अलग है, इंटरनेशनल ओलंपिक कमेटी जिन्हों IOC बोलिया जाता। उस तो बाद प्रथा बन गई कि हुण इंटरनेशनल ओलंपिक कमेटी एक बनती हैगी है जिहड़ी कि डिसाइड करती है, वैन्यू डिसाइड करती है कि कित्थे जिहड़ा इवेंट है खेडिया जाऊगा। तो इंटरनेशनल ओलंपिक कमेटी जे हुण बना दी गई, पक्की ही एक बॉडी बनाती, तो उन्होंने बैठण लई भी किते जगह दित्ती होऊगी भी तुसीं इत्थे जाके बैठ जाओ तो इत्थों ही तुसीं सारा ओलंपिक का कार करके, क्योंकि हर 4 साल बाद तो होना ही होना। हुण तां विंटर ते समर ओलंपिक्स 2 चल पईयां इकट्ठियां ही, तो 2-2 साल बाद ही हुंदा कि 2 साल बाद विंटर आ जाती है, 2 साल बाद समर ओलंपिक्स आ जाती है। तो इस कंटैक्स दे विच भी अपने आप इंपॉर्टेंट फैक्ट है। लॉज़ैन शहर है तो स्विट्जरलैंड का यह शहर है जिथे इन्हां नूं बैठण की जगह दी गई, मतलब कि हैडकुआटर है साडे कोले किहदा, इंटरनेशनल ओलंपिक कमेटी का। उस तो बाद जे मैं अगे गल करां फरदर, हुण जिहड़ी उस तो बाद ओलंपिक काउंसल है, इंटरनेशनल ओलंपिक काउंसल, तो ये जिन्ने देश ने ना बेसिकली की है कि नाउ इन द ओलंपिक काउंसिल 1 रिप्रजेंटेटिव ऑफ द ईच मैंबर कंट्री। हर मैंबर कंट्री जिहड़ा भी देश खेड रहा है ओलंपिक्स, इंडिया के वल्लों किन्ने पार्टिसिपेंट जाते हैं, पाकिस्तान के भी जाते हैं, चाइना के भी जाते हैं, हर देश का एक रिप्रजेंटेटिव ਇਹਦੇ ਵਿੱਚ ਹੈਗਾ ਜਿਹੜਾ ਕਿ ਸਾਡੇ ਵੱਲੋਂ ਬੰਦਾ ਜਾਊਗਾ, ਸਾਡੇ ਭਾਰਤ ਨੂੰ ਰਿਪਰੈਜ਼ੈਂਟ ਕਰੂਗਾ ਉਸ ओलंपिक ਕਮੇਟੀ ਦੇ ਵਿੱਚ। ਤੇ 2 ਰਿਪਰੈਜ਼ੈਂਟੇਟਿਵਸ ਆਫ ਦਾ ਕੰਟਰੀਜ਼ ਵਿਚ ਹੈਵ ਆਰਗੇਨਾਈਜ਼ਡ ਦਾ ओलंपिक ਗੇਮਸ। ਤੇ ਜਿਹੜਾ ਦੇਸ਼ ਆਰਗੇਨਾਈਜ਼ ਕਰ ਰਿਹਾ ਹੈ, ਜਿਵੇਂ ਮੈਂ ਕੰਟੈਕਸਟ 'ਚ ਗੱਲ ਕਰਾਂ ਕਿ ਹੁਣ ਇਸ ਸਾਲ ਫਰਜ਼ ਕਰੋ ਭਾਰਤ ਕਰ ਰਿਹਾ, ਚਲੋ ਭਾਰਤ ਤਾਂ ਨਹੀਂ ਕਰ ਰਿਹਾ, ਮੈਂ ਵੈਸੇ ਇੱਕ ਤੁੱਕਾ ਲਾ ਰਿਹਾ कि भारत कर रहा, तो भारत के 2 मैंबर होणगे इस कमेटी दे विच, बाकी सारे देश जिहड़े खेडण आ रहे ने उन्हां दा एक रिप्रजेंटेटिव होऊगा। तो ये एंगल भी याद रखियो, ठीक है। जां 2 मैंबर उन्हां कंट्रियां दे होणगे जिन्हां ने बहुत ज़्यादा मेजर रोल प्ले कीता गा ओलंपिक मूवमेंट दे विच, जिवें कि मैं तुहानूं पहलां दस्सिआ ही है कि यूरोपीयन कंट्रियां ने शुरू करिया सी। सब तो पहलां यूरोप के देश सी, अमरीका सी, इंग्लैंड सी, ये पहली बार खेडे ने, उदों बाद ओलंपिक आई है, जां इन्हां देशां दे 2-2 बंदे लै लए जांदे ने, ठीक है। उदों बाद फिर इहदा मोटो डिसाइड किया जाता। मोटो पहला जो मोटो बनाया गया सीगा उस 3 शब्द लए गए सी, फास्टर, हायर, स्ट्रोंगर, टूगैदर।
फास्टर, हायर ते स्ट्रोंगर। पहला 3 शब्द ही हुंदे सी, फास्टर, हायर, स्ट्रोंगर। इंपॉर्टेंट आ, मोटो ते सवाल बन जाता। इनू जिहड़ी दूसरी भाषा दे विच बोलदे की ने, फ्रेंच च तुसीं कह लो सीटीएस। सीटीएस का मतलब हुंदा फास्टर। अल्टीएस इहदा मतलब हुंदा हायर। फोर्टीएस इहदा मतलब हुंदा स्ट्रोंगर। ये इंपॉर्टेंट चीज़ है, मार्क कर लियो। तुहानूं हमेशा मोटो इहदा लिखिया आही मिलूगा, सीटीएस, अल्टीएस ते फोर्टीएस। सीटीएस का मतलब तेज बहुत, अल्टीएस का मतलब हायर उच्चा, ते फोर्टीएस का मतलब स्ट्रोंगर। पर करोना तो बाद ये भी चेंज किया गया। करोना जो होया उस तो बाद ये एक शब्द होर जोड़ दिता गया, टुगैदर। तो इन्हों ने जिहड़ा ये फ्रेंच वर्ड सी या लैटिन का शब्द कहो, लैटिन शब्द ये यूज़ किया कम्युनिटर। तो चौथा शब्द अज की डेट के विच किहड़ा, कम्युनिटस, कम्युनिटर है वैसे जो उत्थे लिखिया होया साडे कोले। तो इसदा मतलब हुंदा टुगैदर। तो कॉमन इसदा मतलब की हुंदा टुगैदर। तो ये जरूर नोट कर लियो, 2021 दे विच ही इनू ऐड किया गया। पहले 3 वर्ड 1920 दे विच सीगे जिहड़े ऐड किए गए सी। बेल्जियम दे विच ओलंपिक्स ये होईयां सीगियां। शहर का नाम सीगा एंटवर्प। इस शहर दे विच एंटवर्प दे विच 1920 साल भी याद रखना पऊगा। ये 3 शब्द ऐड किए जाते हैं, किहड़े-किहड़े, सीटीएस, एलटीएस ते फोर्टीएस। तो 2021 दे विच बाद दे विच जाके हुण जदों करोना खत्म हुंदा तां लोकां नूं एक मैसेज देण वास्ते कि जिहड़ा होण वाला ओलंपिक आ कि अपने आप नूं उठो, इकट्ठे हो के खेडो सारे, ताकि तो असीं पार लाइए। तो उहदे वास्ते टुगैदर जां तुसीं कह सकदे हो कम्युनिटस, ये जिहड़ा शब्द है ये ऐड किया गया। तो इंपॉर्टेंट फैक्ट सी मार्क कर लियो। ओलंपिक फ्लैग, ओलंपिक फ्लैग आ तुसीं देख सकदे हो, जिहदे विच आह साडे कोले 1 2 3 4 5 टोटल 5 रिंग्स ने नज़र आ रही ने। कलर ब्लू कलर है, येलो कलर है, ब्लैक है, ग्रीन है, तो एक साडे कोले रैड कलर है। ये भी कुछ क्वेश्चन पूछे जाते हैं कि किहड़े-किहड़े कलरां दा विच फ्लैग दे विच जिहड़े रिंग बने हुंदे ने, वो किहड़े-किहड़े कलर दे रंग बने हुंदे ने। तो सानू कलर भी पता होण। अगे मैं समझाउणा भी है कि एक हर कलर का शायद कोई मतलब भी हुंदा है, भी एवें ही नहीं भी पा दिते गए। जिवें भारत के झंडे दे विच 3 रंग ने, तो 3 रंगां दा आपस च कोई मतलब है कि जे सफ़ेद है शांति का प्रतीक है, जां फलाना रंग फलानी चीज़ का प्रतीक है। तो सेम चीज़ हो रही है कि हर कलर का एक मतलब है जिहदे विच पाया गया है। तो अगे आपां चलदे हां। तो 1913 दे विच 1913 दे विच ओलंपिक फ्लैग सी जिहड़ा डिज़ाइन किया गया। इनू भी सुजैसट करने वाला, सलाह देने वाला वही सेम बंदा सीगा, बैरन पेरे जी, जिन्हें यह शुरू की ओलंपिक्स। देखो हर जगह नाम आ रहा है, इंपॉर्टेंट बंदा है, तो इनू जरूर याद रखियो। फ्लैग बनता एक वाइट सिल्क के उत्ते, वाइट सिल्क का जिहड़ा तुसीं देख सकते हो, तो उहदे उत्ते ओलंपिक दीयां 5 रिंग्स ने जिहड़ियां पाईयां गईयां ने। द फस्ट लाइन दे विच जिहड़ी उपरली लाइन है जिथे आ मैं मार रहा, इत्थे 3 रिंग्स ने, आ थल्लड़ी लाइन दे विच 2 रिंग्स ने। मतलब आ जिवें बणियां ने एवें आ 3 ने उपर ते थल्ले 2 बणियां होईयां ने। आ पहली लाइन होगी, आ दूजी लाइन होगी। उस कंटैक्सट च कह रहा कि किवें बणियां होईयां ने। सारियां एक दूजे नाल जुड़ियां होईयां ने, इंटरकनैक्टेड ने। इन्हां दे कलर जिहड़े ने, एक ब्लू है, एक येलो आ, ब्लैक है, ग्रीन ते रैड है। तो ये कंटैक्सट जे आपां गल करिए तो इन्हां दे अपने अपने देखो किनू शो कर रहा। देखो ब्लू कलर यूरोप नूं दिखाउंदा है, मतलब कॉन्टीनेंटां दे कंटैक्सट दे विच कलर दिते हुए ने। जिन्ने साडे कॉन्टीनेंट ने वक्खरे वक्खरे, एक कलर एक कॉन्टीनेंट नूं देता कि सारे कॉन्टीनेंटां दी इकट्ठी खेड है ये, ते वो खेड झंडे दे विच दिखाई जा रही है। दूजी एशिया के वास्ते येलो। हुण कितना इंपॉर्टेंट क्वेश्चन बन सकता कि असी एशिया दे विच रहने आ, तो एशिया दे लई जिहड़ा झंडे दे विच रंग है वो किहड़ा रंग है जिहड़ा एशिया वास्ते दिता गया है, तो किहड़ा येलो कलर है। ब्लैक, ब्लैक तो अफ्रीका याद करना सौखा ही है क्योंकि लोग उत्थों दे बहुत ब्लैक ने गर्मी करके, तो सिंपली ब्लैक इज़ फॉर अफ्रीका आपां कह सकते हैं। यूरोप दे विच ग्रीनरी बहुत है, ठीक है, पानी साफ बहुत है, ब्लू ब्लू रंग का नज़र आता साडे कोले, साडे वांगू काला पानी नहीं। तो इस कंटैक्सट तो याद कर सकते हो कि यूरोप नूं किहड़ा रंग दिता गया, ब्लू दिता गया साडे कोले। याद करने का तरीका तुसीं किसी भी चीज़ नाल लिंक करके याद कर सकते हो। हुण ओशेनिया जिहड़ा थल्लड़ा हिस्सा न्यूजीलैंड हो गया, जिथे आस्ट्रेलिया थल्ले आउंदे ने अपने कोले साउथ दे विच, उहदे वास्ते ग्रीन कलर है। उत्थे पानी बहुत ज़्यादा है, पानी ज़्यादा होने करके रुख रख भी बहुत ज़्यादा ने, तो ग्रीन आपां में कह सकते हैं। अमेरिका वास्ते रैड है क्योंकि हमेशा गुस्से च रहिंदा अमेरिका, ठीक है, रैड ही लाल ही होया रहिंदा, लोकां नूं भी लाल ही करदा, खून नाल जिथे भी जांदा कुछ ना कुछ पंगे ही पाउंदा, तो उस एंगल तो असीं रैड याद कर सकते हैं अमेरिका वास्ते कि जिहड़ा अमेरिका वाला हिस्सा नॉर्थ साउथ अमेरिका, उहदे लई रैड कलर है साडे कोले। तो ये याद रखियो, ब्लू फॉर यूरोप, येलो फॉर एशिया, ब्लैक फॉर अफ्रीका, तो ग्रीन साडे कोले ओशेनिया लई है, तो रैड हैगा अमेरिका दे लई। हिंट थोड़े देने की कोशिश की है, बाकी तुसीं अपने अपने हिसाब नाल बना सकते हो क्योंकि इहो जिहियां चीज़ां जिहड़ियां बहुते फैक्ट हुंदे ने ना,
ਜਾਂ ਤਾਂ ਬਾਰ-ਬਾਰ ਪੜ੍ही ਜਾਓਗੇ ਤਾਂ ਦਿਮਾਗ 'ਚ ਬੈਠ ਜਾਂਦੇ ਆ, ਜਾਂ ਫਿਰ ਸਭ ਤੋਂ ਸੌਖਾ ਤਰੀਕਾ ਕੀ ਹੁੰਦਾ ਕਿ ਕਿਸੇ ਚੀਜ਼ ਨਾਲ ਜੋੜ ਦਿਓ, ਉਹਨੂੰ ਲਿੰਕ ਕਰ ਦਿਓ। ਲਿੰਕ ਕਰਕੇ ਚੀਜ਼ ਯਾਦ ਕੀਤੀ ਹੋਈ ਸਾਨੂੰ ਯਾਦ ਬਹੁਤ ਛੇਤੀ ਰਿਕਾਲ ਹੋ ਜਾਂਦੀ ਹੈ ਪੇਪਰ ਦੇ ਵਿੱਚ। ਜਿਵੇਂ ਹੁਣ ਮੈਂ ਕੋਈ ਵੀ ਚਾਹੇ ਮਾਰੀ ਤਾਂ ਬਕਵਾਸ ਹੀ ਹੋਵੇ ਚਾਹੇ ਮੈਂ, ਪਰ ਜਦੋਂ ਮੈਂ ਬੋਲਿਆ ਤਾਂ ਪੇਪਰ ਦੇ ਵਿੱਚ ਕਈ ਵਾਰ ਇਹ ਚੀਜ਼ ਰਿਕਾਲ ਹੋ ਜਾਂਦੀ ਹੈ ਵੀ ਇਹੋ ਜਿਹਾ ਕੁਝ ਬੋਲਿਆ ਗਿਆ ਸੀ, ਕਿਉਂਕਿ ਵੈਸੇ ਵੀ ਬੰਦੇ ਦੀ ਫਿਤਰਤ ਹੈ, ਪੁੱਠੀਆਂ ਚੀਜ਼ਾਂ ਅਸੀਂ ਛੇਤੀ ਫੜਦੇ ਹਾਂ, ਸਿੱਧੀਆਂ ਚੀਜ਼ਾਂ ਨੂੰ ਅਸੀਂ ਲੇਟ ਫੜਦੇ ਹਾਂ। ਤਾਂ ਉਸ ਐਂਗਲ ਤੋਂ ਜੇ ਇਸ ਐਂਗਲ ਤੋਂ ਕਿਸੇ ਤਰੀਕੇ ਨਾਲ ਜੋੜ ਲਵੋ ਤਾਂ ਚੀਜ਼ ਯਾਦ ਹੋ ਜੂਗੀ। 올림픽 ਦਾ ਮਾਸਕਟ, ਹਰ 올림픽 ਦੇ ਵਿੱਚ ਇੱਕ ਮਾਸਕਟ ਦਿੱਤਾ ਜਾਂਦਾ। ਇਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਪਹਿਲੀ ਵਾਰ 1972 ਚ ਇਹਦੀ ਸ਼ੁਰੂਆਤ ਹੁੰਦੀ ਹੈ। 1972 ਦੇ ਵਿੱਚ ਮਿਊਨਿਕ ਸ਼ਹਿਰ ਦਾ ਨਾਮ ਆ, ਜਰਮਨੀ ਦਾ ਸ਼ਹਿਰ ਹੈ, ਉੱਥੇ ਇਹ ਆਰਗੇਨਾਈਜ਼ ਕੀਤੀ ਜਾ ਰਹੀ ਸੀ 올림픽ਸ। ਉੱਥੇ ਪਹਿਲੀ ਵਾਰ ਮਾਸਕਟ ਦਾ ਇਹ ਟ੍ਰੈਡੀਸ਼ਨ ਚਲਾਇਆ ਗਿਆ, ਰਿਵਾਜ ਚਲਾਇਆ ਗਿਆ ਕਿ ਮਾਸਕਟ ਦਿੱਤਾ ਜਾਵੇ। ਤੇ ਮਾਸਕਟ ਜਿਹੜਾ ਉੱਥੇ ਦਿੱਤਾ ਗਿਆ ਸੀ ਉਹਦਾ ਨਾਮ ਸੀਗਾ ਬਾਨੂਮੀਸ਼ਾ। ਬਾਨੂਮੀਸ਼ਾ ਐਵੇਂ ਕੁਝ ਵੀ ਚੱਕ ਲੈਂਦੇ ਨੇ, ਮਤਲਬ ਕਿਸੇ, ਜਿਵੇਂ ਹੁਣ ਫਰਜ਼ ਕਰੋ ਮੈਂ ਗੱਲ ਕਰਨਾ ਆਸਟ੍ਰੇਲੀਆ 'ਚ ਕੰਗਾਰੂ ਬਹੁਤ ਮਿਲਦੇ ਨੇ, ਉਹਨਾਂ ਨੇ ਕੰਗਾਰੂਆਂ ਦੇ ਨਾਮ ਤੋਂ ਕੋਈ ਦੇਤਾ ਮਾਸਕਟ। ਬੇਸਿਕਲੀ ਮਾਸਕਟ ਦੇਣ ਦਾ ਮਤਲਬ ਕਈ ਵਾਰ ਇਹ ਵੀ ਹੁੰਦਾ ਕਿ ਕਿਸੇ ਪਾਰਟੀਕੂਲਰ ਏਰੀਏ ਦੇ ਵਿੱਚ ਜਿੱਥੇ ਉਹ ਆਰਗੇਨਾਈਜ਼ ਹੋ ਰਿਹਾ ਉਹਦੇ ਕੰਟੈਕਸਟ 'ਚ ਹੀ ਮਾਸਕਟ ਜਾਂਦਾ ਹੈ। ਜਿਵੇਂ ਭਾਰਤ 'ਚ ਹੋ ਰਿਹਾ ਤਾਂ ਸਾਡੇ ਭਾਰਤ ਦੇ ਵਿੱਚ ਜੇ ਮੈਂ ਕਹਿ ਲਾਂ ਕਿ ਹੁਣ ਬਲੂ, ਜਿਵੇਂ ਆਪਾਂ ਗੱਲ ਕਰ ਲਈਏ ਆਹ ਨੇ ਗ੍ਰੇਟ ਇੰਡੀਅਨ ਬਸਟਰਡਸ ਨੇ ਸਾਡੇ, ਉਹ ਇੱਕ ਪੰਛੀ ਆ ਗ੍ਰੇਟ ਇੰਡੀਅਨ ਬਸਟਰਡ ਜਿਹੜਾ ਉੱਡਦਾ, ਉਹਨਾਂ ਦੀ ਗਿਣਤੀ ਸਾਡੇ ਕੋਲੇ ਬਹੁਤ ਘੱਟ ਰਹਿ ਗਈ, ਮਰਦੇ ਜਾ ਰਹੇ ਨੇ ਉਹ, ਤੇ ਉਹਨਾਂ ਨੂੰ ਬਚਾਉਣ ਵਾਸਤੇ ਸਰਕਾਰ ਬੜੇ ਉਪਰਾਲੇ ਕਰ ਰਹੀ ਹੈ। ਤਾਂ ਹੋ ਸਕਦਾ ਸਰਕਾਰ ਇੰਟਰਨੈਸ਼ਨਲ ਲੈਵਲ ਤੇ ਉਹਨੂੰ ਇੱਕ ਮਾਨਤਾ ਦੇਣ ਵਾਸਤੇ ਕਿ ਲੋਕ ਉਹਦੇ ਵਾਸਤੇ ਐਫਰਟ, ਡੋਨੇਸ਼ਨਾਂ ਵੀ ਦੇਣ, ਹੋਰ ਵੀ ਚੀਜ਼ਾਂ ਕਰਨ। ਤਾਂ ਉਸ ਪਰਪਸ ਤੋਂ ਮੈਂ ਕੀ ਕਰ ਸਕਦਾ ਉਸ ਐਂਗਲ ਤੋਂ ਕਿ ਮੈਂ ਉਹਨੂੰ ਮਾਸਕਟ ਹੀ ਦੇ ਦੇਣਾ। ਤਾਂ ਮਾਸਕਟ ਦੇ ਵਿੱਚ ਮੈਂ ਫੋਟੋ ਜੀ ਲਾ ਕੇ ਉਹਨੂੰ ਨਾਮ ਇਹੋ ਜਿਹਾ ਦੇ ਦੂੰਗਾ ਤੇ ਉਹਦੇ ਵਿੱਚ ਉਸ ਨੂੰ ਕੀ ਬਣਾ ਦੂੰਗਾ ਕਿ ਆਹ ਮੇਰਾ ਮਾਸਕਟ ਹੈ। ਜਿਵੇਂ ਇੱਥੇ ਹੁਣ ਇਹਨਾਂ ਨੇ ਬਾਨੂਮੀਸ਼ਾ ਕਿਸੇ ਦਾ ਨਾਮ ਵੀ ਹੋ ਸਕਦਾ, ਕਿਸੇ ਭਾਲੂ ਦਾ ਨਾਮ ਹੋ ਸਕਦਾ, ਕਿਸੇ ਕੰਗਾਰੂ ਦਾ ਨਾਮ ਹੋ ਸਕਦਾ, ਉਹਨੂੰ ਨਾਮ ਦੇਤਾ, ਉਹਦੀ ਫੋਟੋ ਲੱਗੀ ਹੋਊਗੀ ਪ੍ਰੋਪਰਲੀ। ਜਿਵੇਂ ਤੁਸੀਂ ਦੇਖੋ ਫੋਟੋਆਂ ਵੀ ਐਂ ਬਣਾ ਕੇ ਲਾਉਂਦੇ ਨੇ ਪਾਰਟੀਕੂਲਰਲੀ, ਅੱਗੇ ਆਉਣਗੇ ਮੈਂ ਤੁਹਾਨੂੰ ਹੋਰ ਵੀ ਦਿਖਾਊਂਗਾ ਗੇਮਸ ਦੇ ਵਿੱਚ। ਜਿਵੇਂ ਆਹ ਟਾਈਗਰ ਹੈ, ਟਾਈਗਰ ਦੀ ਫੋਟੋ ਹੈ ਤੁਸੀਂ ਦੇਖੋ, ਤਾਂ ਇਹ ਟਾਈਗਰ ਨੂੰ ਕੋਈ ਨਾਮ ਦੇ ਦਿੱਤਾ ਗਿਆ ਤਾਂ ਇਹਨੂੰ ਮਾਸਕਟ ਬਣਾਤਾ। ਐਵੇਂ ਮਾਸਕਟ ਬਣਾ ਦਿੱਤੇ ਜਾਂਦੇ ਨੇ। ਤੇ ਮਾਸਕਟ ਇਜ਼ ਵੈਰੀ ਇੰਪੋਰਟੈਂਟ ਫਰੋਮ ਯੂਰ ਪੇਪਰ ਪੁਆਇੰਟ ਆਫ ਵਿਊ, ਕਿਉਂਕਿ ਪੇਪਰ ਦੇ ਵਿੱਚ ਪਿਛਲੇ ਪੇਪਰ ਖੋਲੋਗੇ ਮਾਸਕਟ ਪੇਪਰਾਂ 'ਚ ਬਹੁਤ ਪੁੱਛੇ ਜਾਂਦੇ ਨੇ ਕਿ ਪਾਰਟੀਕੂਲਰ ਗੇਮ, ਕੋਈ ਏਸ਼ੀਅਨ ਗੇਮ ਹੋਈ ਹੈ, ਕੋਈ ਫਲਾਣੀ ਗੇਮ ਹੋਈ ਹੈ, ਉਹਦਾ ਮਾਸਕਟ ਕੀ ਸੀ ਸਾਨੂੰ ਇਹ ਦੱਸੋ। ਤਾਂ ਮਾਸਕਟ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਤੁਸੀਂ ਨੇ ਦੇਖ ਲਿਆ। ਜਿਵੇਂ ਉਦਾਹਰਨ ਦੇ ਤੌਰ ਤੇ ਅੱਪੂ, ਹੁਣ ਅੱਪੂ ਤੁਹਾਨੂੰ ਅੱਪੂ ਦਾ ਨਾਮ ਸੁਣ ਕੇ ਨਾਲ ਦੀ ਨਾਲ ਯਾਦ ਹੋ ਗਿਆ ਉਹ ਹਾਥੀ, ਕਿਉਂਕਿ ਸਾਡੇ ਇੰਡੀਆ ਦੇ ਵਿੱਚ ਅੱਪੂ ਅਸੀਂ ਕਿਸੇ ਨੂੰ ਜੇ ਕਾਲ ਕਰਨਾ ਹਾਥੀ ਦੇ ਕੰਟੈਕਸਟ 'ਚ ਕਰਦੇ ਹਾਂ। ਇਹ ਮਸ਼ਹੂਰ ਕਿਉਂ ਹੋਇਆ ਸੀਗਾ ਅੱਪੂ ਨਾਮ? ਕਿਉਂਕਿ ਜਿਹੜੀਆਂ 1982 ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਏਸ਼ੀਅਨ ਗੇਮਸ ਖੇਡੀਆਂ ਗਈਆਂ ਸੀ, ਭਾਰਤ ਨੇ ਮਾਸਕਟ ਅੱਪੂ ਦਿੱਤਾ ਸੀ ਤੇ ਅੱਪੂ ਇੱਕ ਹਾਥੀ ਨੂੰ ਬਣਾ ਕੇ ਪੇਸ਼ ਕੀਤਾ ਸੀ ਭਾਰਤ ਨੇ, ਤਾਂ ਉੱਥੋਂ ਮਸ਼ਹੂਰ ਹੋ ਗਿਆ ਅੱਪੂ ਨਾਮ। ਤਾਂ ਸਿਮਿਲਰਲੀ ਵੱਖਰੇ ਵੱਖਰੇ ਦਿੱਤੇ ਜਾਂਦੇ ਨੇ। ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ 2020 ਦੀਆਂ ਜਿਹੜੀਆਂ ਸਮਰ 올림픽ਸ ਹੋਈਆਂ ਸੀ ਗਰਮੀ ਵਾਲੀਆਂ, ਉਹਦੇ 'ਚ ਰੋਬਰਟ ਮਾਸਕਟ ਸੀਗਾ, ਤੇ ਜਿਹੜੀਆਂ 22 ਦੀਆਂ ਵਿੰਟਰ 올림픽ਸ ਹੋਈਆਂ ਨੇ ਉਹਦੇ 'ਚ ਪਾਂਡਾ, ਠੀਕ ਹੈ, ਜਿਹਦਾ ਨਾਮ ਰੱਖਿਆ ਸੀ ਇਹਨਾਂ ਨੇ ਬਿੰਗ ਦਵੇਨ, ਇੱਕ ਪਾਂਡੇ ਨੂੰ ਬਣਾਇਆ ਸੀ। ਪਾਂਡਾ ਤੁਸੀਂ ਫਿਲਮ ਦੇਖੀ ਹੋਊ, ਪਾਂਡੇ ਵਾਲੀ ਬੱਚੇ ਵਾਲੀ ਕਾਰਟੂਨ ਫਿਲਮ ਕਿੰਨੀ ਮਸ਼ਹੂਰ ਆ, ਬਲੈਕ ਤੇ ਵਾਈਟ ਜੇ ਕਲਰ ਦਾ ਐਨੀਮਲ ਹੁੰਦਾ ਇਹ ਪਾਂਡਾ। ਤੇ ਹੋਰ ਮੈਂ 2024 ਦੀਆਂ ਜਿਹੜੀਆਂ ਮੇਰੇ ਕੋਲ ਸਮਰ 올림픽ਸ ਨੇ ਉਹਦੇ ਵਿੱਚ ਫਾਇਰਗੇਨ ਕੈਪ, ਤਾਂ ਇੱਕ ਐਗਜ਼ਾਮਪਲਸ ਨੇ ਵੀ ਮੈਂ ਐਗਜ਼ਾਮਪਲ ਰਾਹੀਂ ਦੱਸਣ ਦੀ ਕੋਸ਼ਿਸ਼ ਕਰੀ ਹੈ ਕਿ ਮਾਸਕਟ ਕਿਵੇਂ ਬਣਾਇਆ ਜਾਂਦਾ। ਹੁਣ ਆਪਾਂ ਅੱਗੇ ਚੱਲਦੇ ਹਾਂ। 올림픽 ਫਲੇਮ, ਆਹ ਫਲੇਮ ਹੈ, ਤੁਸੀਂ ਦੇਖੋਗੇ ਕਿ ਜਦੋਂ ਗੇਮ ਦੀ ਸ਼ੁਰੂਆਤ ਹੋਣੀ ਹੁੰਦੀ ਹੈ 올림픽 ਦੀ, ਆਹ ਫਲੇਮ ਨੂੰ ਸਭ ਤੋਂ ਅੱਗੇ ਲੈ ਕੇ ਚੱਲਦੇ ਨੇ, ਜਲਾਇਆ ਜਾਂਦਾ। ਇਹ ਰੀਤ ਸ਼ੁਰੂ ਤੋਂ ਚੱਲ ਰਹੀ ਹੈ। ਕਦੋਂ ਤੋਂ ਸ਼ੁਰੂ ਹੋਈ ਹੈ? ਮੇਨ ਕਹਾਣੀ ਤਾਂ ਇੱਥੇ ਹੈ। ਇਹ ਸ਼ੁਰੂ ਹੁੰਦੀ ਹੈ 1928 ਵਾਲੀਆਂ ਖੇਡਾਂ 'ਚ, ਜਿਹੜੀਆਂ ਹਾਲੈਂਡ ਦੇ ਜਾਂ ਆਪਾਂ ਨੀਦਰਲੈਂਡ ਕਹਿੰਦੇ ਹਾਂ ਜਿਹਨੂੰ ਅੱਜ ਦੀ ਡੇਟ 'ਚ, ਉਹਦੇ ਆਮਸਟਰਡਮ ਸ਼ਹਿਰ ਦੇ ਵਿੱਚ ਖੇਡੀਆਂ ਗਈਆਂ ਗੇਮ ਸੀ। ਇੱਥੋਂ ਸ਼ੁਰੂਆਤ ਹੁੰਦੀ ਹੈ ਇਹਦੀ। ਕਹਿੰਦਾ 올림픽 ਫਲੇਮ ਇਜ਼ ਲਿਟ ਇਨ ਦਾ ਸਟੇਡੀਅਮ ਬਿਫੋਰ ਦਾ ਗੇਮਸ ਬਿਗਨ। ਜਿਹੜੇ ਸਟੇਡੀਅਮ 'ਚ ਗੇਮਾਂ ਸ਼ੁਰੂ ਹੋਣੀਆਂ ਨੇ ਉਹਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹਨੂੰ ਜਲਾ ਦਿੱਤਾ ਜਾਂਦਾ। ਦਿਸ ਫਾਇਰ ਬਰਨਸ ਫॉर 16 ਡੇਜ਼ ਥਰੂ ਆਊਟ ਦਾ 올림픽ਸ। 16 ਦਿਨ 올림픽ਸ ਦੇ ਵਿੱਚ ਇਹ ਲਗਾਤਾਰ ਇਹ ਜਿਹੜੇ ਫਲੇਮ ਹੈ ਇਹ ਜਲਦਾ ਰਹਿੰਦਾ, ਇਹਨੂੰ ਬੁਝਣ ਨਹੀਂ ਦਿੰਦੇ ਹੈਗੇ, ਚੱਲੀ ਜਾਂਦਾ। ਫੈਕਟ ਨੇ, ਸਿੱਧੇ ਯਾਦ ਕਰ ਸਕਦੇ ਹੋ। ਇੰਪੋਰਟੈਂਟ ਗੱਲ ਕੀ ਹੈ ਕਿ ਕਦੋਂ ਸ਼ੁਰੂ ਹੋਇਆ? 1928 ਦੇ ਆਮਸਟਰਡਮ 올림픽ਸ ਦੇ ਵਿੱਚ। ਹਰ ਚੀਜ਼ ਫੈਕਟ ਹੈ। ਦੇਖੋ ਜਿੰਨੀ ਫਲੇਮ ਕਦੋਂ ਸ਼ੁਰੂ ਹੋਇਆ, ਮਾਸਕਟ ਕਦੋਂ ਸ਼ੁਰੂ ਹੋਇਆ, ਫਲਾਣੀ ਚੀਜ਼ 올림픽 ਦੀ ਕਦੋਂ ਸ਼ੁਰੂ ਹੋਈ, ਹਰ ਚੀਜ਼ ਸਾਨੂੰ ਪਤਾ ਹੋਣੀ ਚਾਹੀਦੀ ਹੈ। ਫਿਰ ਇਹਦੇ ਵਿੱਚ ਇੱਕ ਰਿਵਾਜ ਹੈ ਓਪਨਿੰਗ ਤੇ ਕਲੋਜ਼ਿੰਗ ਸੈਰੇਮਨੀਜ਼ ਦਾ। ਮਤਲਬ
ਫਲੈਗ ਵੀਰਰ ਬਣਾਉਂਦੇ ਨੇ ਜਦੋਂ ਇੱਕ ਓਪਨਿੰਗ ਸੈਰੇਮਨੀ ਹੁੰਦੀ ਆ, ਮਤਲਬ ਹੁਣ ਖੋਲਿਆ ਜਾ ਰਿਹਾ, ਜਿਵੇਂ ਕੋਈ ਚੀਫ ਗੈਸਟ ਬੁਲਾਇਆ ਹੋਊਗਾ, ਉਹ ਬੋਲੂਗਾ ਵੀ ਮੈਂ ਇਹ 올림픽ਸ ਨੂੰ ਓਪਨ ਕਰਦਾ, ਉਦੋਂ ਬਾਅਦ ਇਵੈਂਟ ਸ਼ੁਰੂ ਹੋ ਜਾਂਦੇ ਨੇ ਨਾਲ ਦੀ ਨਾਲ। ਉੱਥੇ ਫਿਰ ਸਾਰੀਆਂ ਟੀਮਾਂ ਇਕੱਠੀਆਂ ਹੋ ਕੇ ਮਾਰਚ ਪਾਸ ਕਰਦੀਆਂ ਨੇ, ਜਿਵੇਂ ਮਾਰਚ ਪਾਸ ਤੁਸੀਂ ਸਾਰੇ ਜਾਣਦੇ ਹੋਵੋਗੇ, ਆਪਣੇ 26 ਜਨਵਰੀ ਨੂੰ ਵੀ ਹੁੰਦਾ ਆਪਣੇ ਕੋਲੇ, ਬੇਸਿਕਲੀ ਜੇ ਆਪਾਂ ਦੇਖ ਲਈਏ 15 ਅਗਸਤ ਨੂੰ ਵੀ ਕਰਿਆ ਜਾਂਦਾ, ਠੀਕ ਹੈ, ਤਾਂ ਵੱਖਰੇ ਵੱਖਰੇ ਉੱਤੇ ਕਰਿਆ ਜਾਂਦਾ, ਆਪਣੇ ਰਿਪਬਲਿਕ ਡੇ ਤੇ ਵੀ ਕਰਦੇ ਨੇ, ਇੰਡੀਪੈਂਡੈਂਸ ਡੇ ਤੇ ਵੀ ਕਰਦੇ ਨੇ, ਸੇਮ ਕਨਸੈਪਟ ਹੋ ਰਿਹਾ ਹੁੰਦਾ। ਉਹਦੇ ਵਿੱਚ ਫਿਰ ਕੀ ਕੀਤਾ ਜਾਂਦਾ, ਹਰ ਦੇਸ਼ ਆਪਣੇ ਕੁਝ ਪਲੇਅਰ ਨੋਮੀਨੇਟ ਕਰਦਾ, ਉਹਨਾਂ ਨੂੰ ਫਲੈਗ ਬੀਅਰਰ ਬਣਾਉਂਦਾ ਹੈ। ਫਲੈਗ ਬੀਅਰਰ ਦਾ ਮਤਲਬ ਹੁੰਦਾ ਕਿ 1 ਜਾਂ 2 ਪਲੇਅਰ ਇਹੋ ਜਿਹੇ ਚੂਜ਼ ਕਰੇ ਜਾਂਦੇ ਨੇ ਕਿ ਉਹਨੇ ਆਪਣੇ ਦੇਸ਼ ਦਾ ਝੰਡਾ ਲਪੇਟਿਆ ਹੋਊਗਾ ਆਪਣੇ ਦਾਲੇ ਤੇ ਆਪਣੇ ਆਲੇ ਦਾਲੇ, ਤੇ ਉਹ ਅੱਗੇ ਲੀਡ ਕਰ ਰਿਹਾ, ਉਹ ਸਭ ਤੋਂ ਅੱਗੇ ਹੋਊਗਾ, ਬਾਕੀ ਉਹਦੇ ਪਿੱਛੇ ਚੱਲ ਰਹੇ ਹੋਣਗੇ। ਪਹਿਲਾਂ 1 ਪਲੇਅਰ ਹੁੰਦਾ ਸੀਗਾ, ਆ ਪਿਛਲੇ ਕੁਝ ਕੁ ਸਾਲਾਂ ਦਾ ਰਿਵਾਜ ਪਿਆ ਵੀ ਜੈਂਡਰ ਇਕੁਐਲਿਟੀ ਨੂੰ ਦਿਖਾਉਣ ਵਾਸਤੇ ਵਰਲਡ ਲੈਵਲ ਤੇ ਹੁਣ 2 ਪਲੇਅਰ ਚੁਣੇ ਜਾਂਦੇ ਨੇ, ਇੱਕ ਕੁੜੀ ਚੁਣੀ ਜਾਂਦੀ ਹੈ, ਇੱਕ ਮੁੰਡਾ ਚੁਣਿਆ ਜਾਂਦਾ, ਦੋਨਾਂ ਨੂੰ ਹੀ ਫਲੈਗ ਬੀਅਰਰ ਬਣਾਇਆ ਜਾਂਦਾ। ਓਪਨਿੰਗ ਸੈਰੇਮਨੀ ਤੇ ਅਲੱਗ ਬਣਦੇ ਨੇ, ਕਲੋਜ਼ਿੰਗ ਸੈਰੇਮਨੀ ਤੇ ਅਲੱਗ ਬਣਦੇ ਨੇ। ਇਹ ਵੀ ਇੱਕ ਸਵਾਲ ਆ ਜਿਹੜਾ ਪੇਪਰਾਂ 'ਚ ਹਰ ਵਾਰ ਪੈਂਦਾ ਹੈ, ਕਿਸੇ ਵੀ ਗੇਮ ਜਦੋਂ ਸ਼ੁਰੂ ਹੁੰਦੀ ਹੈ ਵੱਡੇ ਪੱਧਰ ਦੀ, ਚਾਹੇ ਕਾਮਨਵੈਲਥ ਹੈ ਚਾਹੇ ਇਹ ਗੇਮ ਹੈ, ਕਿ ਕਲੋਜ਼ਿੰਗ ਸੈਰੇਮਨੀ ਤੇ ਕਿਹੜਾ ਸੀ ਫਲੈਗ ਬੀਅਰਰ ਤੇ ਓਪਨਿੰਗ ਸੈਰੇਮਨੀ ਤੇ ਕਿਹੜਾ ਸੀਗਾ ਫਲੈਗ ਬੀਅਰਰ, ਤਾਂ ਉਹ ਵੀ ਆਪਾਂ ਵੇਖਾਂਗੇ ਜਦੋਂ। ਤਾਂ ਇਹ ਜਿਹੜਾ ਸ਼ੁਰੂ ਹੁੰਦਾ ਗਾ, ਕਹਿੰਦਾ ਬੇਸਿਕਲੀ द गेम टू स्टार्ट द गेम्स द प्रेजिडेंट किंग या स्टेट चीफ, मतलब ਜਿਹੜਾ ਵੀ ਉਸ ਦੇਸ਼ ਦਾ ਸਭ ਤੋਂ ਉੱਚੇ ਅਹੁਦੇ ਦਾ ਬੰਦਾ ਹੋਊਗਾ, ਜਿਹੜੇ ਦੇਸ਼ ਦੇ ਵਿੱਚ ਗੇਮਸ ਹੋ ਰਹੀਆਂ ਹੋਣਗੀਆਂ, ਜੇ ਉਹ ਦੇਸ਼ ਪ੍ਰੈਜ਼ੀਡੈਂਸ਼ੀਅਲ ਰੂਲ ਚੱਲ ਰਿਹਾ ਅਮਰੀਕਾ ਵਾਲਾ, ਤਾਂ ਉਹਦਾ ਪ੍ਰੈਜ਼ੀਡੈਂਟ ਹੋਊਗਾ। ਜੇ ਮੇਰੇ ਕੋਲੇ ਕੋਈ ਮਨਾਰਕ ਹੈ, ਜਿਹੜੇ ਕਈ ਦੇਸ਼ ਹਲੇ ਵੀ ਇਹ ਨੇ ਜਿੱਥੇ ਕਿੰਗ ਹੀ ਨੇ ਹਲੇ ਤੱਕ, ਠੀਕ ਹੈ, ਉੱਥੋਂ ਦਾ ਕਿੰਗ ਹੋ ਸਕਦਾ ਹੈ। ਜਿਵੇਂ ਸਾਡੇ ਵਰਗੇ ਦੇਸ਼ਾਂ ਦੇ ਵਿੱਚ ਸਭ ਤੋਂ ਵੱਡੇ ਉਹਦਾ ਅਸੀਂ ਪ੍ਰਾਈਮ ਮਿਨਿਸਟਰ ਦਾ ਮੰਨਦੇ ਹਾਂ ਕਿ ਪ੍ਰਾਈਮ ਮਿਨਿਸਟਰ ਸਭ ਤੋਂ ਪਾਵਰਫੁਲ ਪੋਸਟ ਹੈ, ਤਾਂ ਉਹ ਜਿਹੜੇ ਸਟੇਟ ਦਾ ਚੀਫ ਹੋਊਗਾ, ਉਹਨੂੰ ਤੁਸੀਂ ਸਟੇਟ ਦਾ ਮਤਲਬ ਹੋ ਗਿਆ ਉਹਦਾ ਦੇਸ਼, ਕਿ ਦੇਸ਼ ਦਾ ਜਿਹੜਾ ਚੀਫ ਹੋਊ, ਉਹ ਜਿਹੜਾ ਹੋਊਗਾ ਉਹ ਪ੍ਰੈਜ਼ਾਈਡ ਕਰੂਗਾ ਓਪਨਿੰਗ ਸੈਰੇਮਨੀ ਨੂੰ ਤੇ ਡਿਕਲੇਅਰ ਕਰਦਾ ਹੈ ਕਿ ਹੁਣ ਅਸੀਂ ਗੇਮਸ ਓਪਨ ਕਰ ਰਹੇ ਹਾਂ। ਬੇਸਿਕਲੀ ਉਹਨੂੰ ਇਹ ਦਿੱਤਾ ਜਾਂਦਾ, ਮਤਲਬ ਇਹਦੇ ਵਿੱਚ ਰਿਵਾਜ ਹੈ ਕਿ ਉਹਨੂੰ ਇਹ ਮੌਕਾ ਦਿੱਤਾ ਜਾਂਦਾ ਉਸ ਦੇਸ਼ ਦੇ ਹੈੱਡ ਨੂੰ ਜਿਹੜੇ ਦੇਸ਼ ਦੇ ਵਿੱਚ ਗੇਮਸ ਹੋ ਰਹੀਆਂ ਹੁੰਦੀਆਂ ਨੇ। ਹੁਣ ਇਹਦੇ ਵਿੱਚ ਕਹਿੰਦਾ ਬੇਸਿਕਲੀ ਜਿਹੜੇ ਅੱਗੇ ਆਪਾਂ ਗੱਲ ਕਰਦੇ ਹਾਂ ਅਵਾਰਡਿੰਗ ਸੈਰੇਮਨੀ ਆਫ ਮੈਡਲਸ ਤੇ ਸਰਟੀਫਿਕੇਟਸ IOC दियाँ इंटरनेशनल ओलंपिक कमेटी दियाँ इज पेड बाय द प्रेजिडेंट और द ऑथराइज्ड मैंबर अपॉइंटेड बाय हिम। ये तो छड़ दो, कोई अनइंपोर्टेंट जी गल आ, बड़ी इंपोर्टेंट नहीं हैगी साडे कोले। उत्थे नैशनल एंथम गाया जाता, सब कुछ, ये तो सारा कुछ हुंदा ही है। तो अगे चलते हैं, ਹੁਣ ਆਪਾਂ ਵੇਖਦੇ ਹਾਂ ਕਿ ਲੜੀਵਾਰ ਇਹ ਕਿਹੜੀਆਂ ਖੇਡਾਂ ਕਿੱਥੇ ਕਿੱਥੇ ਹੋਈਆਂ ਨੇ, ਇਹ ਵੀ ਇੰਪੋਰਟੈਂਟ ਨੇ। ਹੁਣ ਕੱਲੀ ਕੱਲੀ ਤੇ ਤਾਂ ਸਾਨੂੰ ਜਾਣ ਦੀ ਲੋੜ ਨਹੀਂ, ਇੰਨੀ ਚੀਜ਼ ਤਾਂ ਸਾਨੂੰ ਯਾਦ ਵੀ ਨਹੀਂ ਰਹਿੰਦੀ ਹੈਗੀ। ਜੇ ਮੈਂ ਤੁਹਾਨੂੰ ਸਹੀ ਜੇ ਕਹਾਂ ਕਿ ਮੈਂ ਤੁਹਾਨੂੰ ਕਹਾਂ ਕਿ 1896 ਤੋਂ ਸ਼ੁਰੂ ਹੋ ਜਾਓ, 4-4 ਸਾਲ ਬਾਅਦ ਦੱਸੋ ਕਿਹੜੀ ਕਿਹੜੀ ਕਿੱਥੇ ਖੇਡ ਹੋਈ ਹੈ, ਉਹ ਤਾਂ ਇੰਪੋਸੀਬਲ ਜੀ ਗੱਲ ਹੈ ਯਾਦ ਕਰਨੀ। ਫਿਰ ਇਹਨੂੰ ਅਸੀਂ ਕੀ ਪੜ੍ਹ ਸਕਦੇ ਹਾਂ, ਇਹਦੇ ਵਿੱਚ ਅਸੀਂ 2-3 ਚੀਜ਼ਾਂ ਪੜ੍ਹ ਸਕਦੇ ਹਾਂ। ਦੇਖੋ, ਇੱਕ ਤਾਂ ਤੁਸੀਂ ਸ਼ੁਰੂ ਵਾਲੀਆਂ 2-4 ਪੜ੍ਹੋ, ਜਿਹੜੇ ਪਹਿਲੇ ਜਿੱਥੋਂ ਸ਼ੁਰੂ ਹੋਈ ਗੇਮ ਹੈ। ਇੱਕ ਲੇਟੈਸਟ ਪੜ੍ਹੋ ਕਿ ਹੁਣ ਵਾਲੀਆਂ ਕਿੱਥੇ ਹੋਈਆਂ ਨੇ, ਜਾਂ ਆਉਣ ਵਾਲੀਆਂ 2-4 ਸਾਲ ਦੀਆਂ ਕਿੱਥੇ ਹੋਣੀਆਂ ਨੇ। ਜਿਵੇਂ ਮੈਂ ਕਹਾਂ ਜੇ 2022 ਚ ਹੋਈਆਂ ਨੇ ਤਾਂ 22 ਵਾਲੀਆਂ ਪਤਾ ਹੋਣ, 26 ਵਾਲੀਆਂ ਪਤਾ ਹੋਣ, 30 ਵਾਲੀਆਂ ਪਤਾ ਹੋਣ ਕਿ ਆਉਣ ਵਾਲੇ ਅਗਲੀਆਂ 2 ਕਿੱਥੇ ਹੋਣੀਆਂ ਨੇ ਤੇ ਹੁਣ ਕਿੱਥੇ ਹੋਈ ਹੈ। ਵੱਧ ਤੋਂ ਵੱਧ ਉਸ ਤੋਂ ਪਿੱਛੇ ਵਾਲੀ ਇੱਕ ਕਰ ਲਓ, 2018 ਵਾਲੀ ਕਰ ਲਓ ਜੇ 22 ਦੇ ਵਿੱਚ ਹੋਈ ਹੈ। ਇੱਕ ਸ਼ੁਰੂਆਤੀ ਵਾਲੀਆਂ ਪਤਾ ਹੋਣੀਆਂ ਚਾਹੀਦੀਆਂ, ਕਿਉਂਕਿ ਜਦੋਂ ਜਿਵੇਂ ਪਹਿਲਾ ਕੁਐਸਚਨ ਤੁਹਾਨੂੰ PPSC ਵਾਲਾ ਮੈਂ ਦਿਖਾਇਆ, ਉਹਦੇ ਸਭ ਤੋਂ ਪਹਿਲਾਂ ਉਹ ਜਾਂਦੇ ਨੇ ਸਟਾਰਟ, ਕਿ ਸਟਾਰਟ ਕਿੱਥੋਂ ਹੋਈ ਸੀ। ਉਹ 'ਚ ਇੱਕ ਲਾਈਨ ਪਾ ਦੇਣਗੇ ਕਿ ਗੇਮਾਂ ਸਟਾਰਟ ਹੋਈਆਂ ਸੀ 1896 ਚ ਫਲਾਣੇ ਸ਼ਹਿਰ 'ਚ ਖੇਡੀ ਗਈ ਸੀ, ਤਾਂ ਉਹ ਫੈਕਟ ਉੱਥੋਂ ਕਵਰ ਕੀਤਾ ਜਾ ਸਕਦਾ। ਤਾਂ ਹੁਣ ਦੇਖੋ 96 ਜਿਵੇਂ ਪਹਿਲਾਂ ਵੀ ਪਿੱਛੇ ਜ਼ਿਕਰ ਆ ਗਿਆ ਕਿ ਗ੍ਰੀਸ ਦਾ ਸ਼ਹਿਰ ਹੈ ਐਥਨਸ, ਉੱਥੇ ਹੁੰਦੀਆਂ ਨੇ। ਉਸ ਤੋਂ ਬਾਅਦ ਦੂਜੀਆਂ 4 ਸਾਲ ਬਾਅਦ ਹੋਣੀਆਂ ਸੀ ਤਾਂ 1900 ਦੇ ਵਿੱਚ ਪੈਰਿਸ ਦੇ ਵਿੱਚ ਫਰਾਂਸ ਦੇ ਵਿੱਚ ਹੁੰਦੀ ਹੈ। 1904 ਦੇ ਵਿੱਚ ਅਮਰੀਕਾ ਦਾ ਸੈਂਟ ਲੂਇਸ ਸ਼ਹਿਰ ਹੈ, ਉੱਥੇ ਕੰਡਕਟ ਕਰਾਈਆਂ ਜਾਂਦੀਆਂ। ਉਸ ਤੋਂ ਬਾਅਦ 2016 ਦੀ ਰੀਓ ਡੀ ਜਨੇਰੀਓ ਬ੍ਰਾਜ਼ੀਲ 'ਚ ਹੋਈਆਂ ਨੇ, ਤੇ 20 ਵਾਲੀਆਂ ਜਿਹੜੀਆਂ ਸੀਗੀਆਂ ਟੋਕੀਓ ਜਾਪਾਨ 'ਚ ਹੋਈਆਂ ਨੇ। ਇਹ ਇੰਪੋਰਟੈਂਟ ਨੇ, ਯਾਦ ਰੱਖਿਓ, ਕਿਉਂਕਿ ਇਹ ਲੇਟੈਸਟ ਨੇ। ਜਿਹੜੀ ਸਭ ਤੋਂ ਲੇਟੈਸਟ ਹੋਈ ਹੈ ਟੋਕੀਓ ਜਾਪਾਨ ਵਾਲੀ, 20 ਦੇ ਵਿੱਚ ਐਗਜ਼ੈਕਟਲੀ ਨਹੀਂ ਹੋਈ, 20 ਤੋਂ ਲੇਟ ਹੋਈ ਹੈ, ਪਰ 20 ਚ ਸ਼ਡਿਊਲਡ ਸੀ ਡਿਊ ਟੂ ਕਰੋਨਾ ਐਂਡ ਆਲ। ਅੱਗੇ ਪਿੱਛੇ ਸਾਰੀਆਂ ਹੀ ਖੇਡਾਂ ਹੋਈਆਂ ਨੇ ਤਾਂ ਇਹ ਵੀ ਹੋਈ ਹੈ, ਪਰ ਇਹਨੂੰ ਕਿਹਾ ਇਹੀ ਜਾਂਦਾ ਕਿ 2020 ਵਾਲੀ ਟੋਕੀਓ ਦੀਆਂ ਜਾਪਾਨ ਗੇਮਸ। ਤੇ ਉਸ ਤੋਂ ਬਾਅਦ 24 ਦੇ ਵਿੱਚ ਕਿੱਥੇ ਹੋਣੀਆਂ ਨੇ, 24 ਚ ਹੋਣੀਆਂ ਨੇ ਪੈਰਿਸ 'ਚ, ਯਾਨੀ ਕਿ ਫਰਾਂਸ 'ਚ।
28 ਚ ਹੋਣਗੀਆਂ ਲਾਸ ਐਂਜਲਸ ਦੇ ਵਿੱਚ ਅਮਰੀਕਾ 'ਚ, ਤੇ 32 ਚ ਹੋਣਗੀਆਂ ਬ੍ਰਿਸਬੇਨ ਆਸਟ੍ਰੇਲੀਆ 'ਚ। ਆਹ ਪੇਪਰਾਂ ਦੇ ਵਿੱਚ ਤੁਸੀਂ ਰੀਸੈਂਟ ਪੇਪਰ ਚੱਕ ਕੇ ਦੇਖਿਓ ਪਿਛਲੇ, ਜਿਹੜੇ PEE ਨੇ ਖਾਸ ਕਰ ਕੰਡਕਟ ਕਰੇ ਨੇ। ਆਹ ਹਰ ਦੂਜੇ ਤੀਜੇ ਪੇਪਰ 'ਚ ਸਵਾਲ ਮਿਲੂਗਾ ਤੁਹਾਨੂੰ ਕਿ 2024 ਵਾਲੀਆਂ ਕਿੱਥੇ ਹੋਣੀਆਂ ਨੇ ਜਾਂ 2028 ਵਾਲੀਆਂ ਓਲੰਪਿਕਸ ਕਿੱਥੇ ਹੋਣੀਆਂ ਨੇ। ਇਹ ਸਿੱਧੇ ਸਵਾਲ ਪੁੱਛੇ ਜਾਂਦੇ ਨੇ, ਡਾਇਰੈਕਟ ਫੈਕਟ ਕਿ ਕਿੱਥੇ ਹੋਣੀਆਂ ਨੇ। ਤਾਂ ਹੀ ਮੈਂ ਤੁਹਾਨੂੰ ਦੱਸਿਆ ਕਿ ਸ਼ੁਰੂ ਵਾਲੀਆਂ 3-4 ਪੱਕਾ ਪਤਾ ਆ ਹੁਣ, ਤੇ ਜਿਹੜੀ ਹੋਈ ਆ ਹੁਣ ਰੀਸੈਂਟ ਉਹ ਤੋਂ ਇੱਕ ਪਿੱਛੇ ਤੇ 1-2 ਅੱਗੇ ਵਾਲੀਆਂ ਜ਼ਰੂਰ ਪਤਾ ਹੋਣ ਸਾਨੂੰ ਕਿ ਕਿੱਥੇ ਹੋਣੀਆਂ ਨੇ। ਸਾਰੀਆਂ ਇਕੱਲੀਆਂ ਓਲੰਪਿਕ ਤਾਂ ਮੈਂ ਉਹ ਓਲੰਪਿਕ ਦੱਸਣਾ, ਚਾਹੇ ਕਾਮਨਵੈਲਥ ਹੈ ਚਾਹੇ ਏਸ਼ੀਅਨ ਆ, ਹਰ ਇੱਕ ਦੇ ਕੰਟੈਕਸਟ 'ਚ ਇੰਨੀ ਕੁ ਨੌਲੇਜ ਸਾਨੂੰ ਹੋਣੀ ਚਾਹੀਦੀ ਹੈ। ਪੇਪਰਾਂ ਦੀ ਡਿਮਾਂਡ ਆ ਇਹ ਅੱਜ ਦੇ ਪੇਪਰਾਂ ਦੀ। ਹੁਣ ਮੈਂ ਜ਼ਿਕਰ ਕਰੂੰਗਾ ਟੋਕੀਓ ਓਲੰਪਿਕਸ 2020 ਦੀ, ਕਿਉਂਕਿ ਇਹੀ ਰੀਸੈਂਟ ਹੋਈ ਹੈ ਤਾਂ ਇਹਦੇ ਬਾਰੇ ਸਾਨੂੰ ਜ਼ਰੂਰ ਪਤਾ ਹੋਵੇ ਕਿ ਕੀ ਕਾਰਨਾਮੇ ਭਾਰਤ ਨੇ ਕਰੇ ਨੇ ਜਾਂ ਬਾਕੀ ਦੇਸ਼ਾਂ ਨੇ ਕੀ ਕਾਰਨਾਮੇ ਕਰੇ ਨੇ। ਤਾਂ ਇਹਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਇੱਕ ਸੈਕਿੰਡ ਮੈਂ ਪਾਣੀ ਪੀ ਲਵਾਂ। ਹੋਸਟ ਕੀਤੀਆਂ ਸੀ ਟੋਕੀਓ ਨੇ। ਟੋਕੀਓ ਤੁਸੀਂ ਸਾਰੇ ਜਾਣਦੇ ਹੋ ਕਿ ਸ਼ਹਿਰ ਹੈ, ਕਿਹਦਾ ਸ਼ਹਿਰ ਹੈ ਟੋਕੀਓ? ਜਾਪਾਨ ਦਾ। ਗੇਮਸ ਸ਼ਡਿਊਲ ਹੋਈਆਂ ਸੀਗੀਆਂ 20 ਦੇ ਵਿੱਚ, ਠੀਕ ਹੈ, ਕਰਦੇ ਕਰਾਉਂਦੇ ਮਤਲਬ ਕਾਫੀ ਲੰਬਾ ਚਲਾ ਗਿਆ। 19 ਚ ਪੈਂਡੈਮਿਕ ਆ ਗਿਆ ਜਿਹਦੇ ਕਰਕੇ ਇਹ ਲੇਟ ਹੋਈਆਂ ਗੇਮਸ। ਮੈਂ ਤੁਹਾਨੂੰ ਪਹਿਲੀ ਗੱਲ ਦੱਸਤੀ, ਕੋਈ ਬਾਹਲੀ ਵੱਡੀ ਗੱਲ ਵੀ ਨਹੀਂ ਹੈਗੀ ਇਹ ਕਰਨ ਵਾਲੀ, ਠੀਕ ਹੈ। ਤਾਂ ਚੌਥੀ ਵਾਰ ਇੰਪੋਰਟੈਂਟ ਫੈਕਟ ਹੈ 2021 ਚ ਹੋਈਆਂ ਨੇ ਇਹ, ਜਾ ਕੇ 1 ਸਾਲ ਲੇਟ ਕਰੋਨਾ ਕਰਕੇ। ਚੌਥੀ ਵਾਰ ਜਾਪਾਨ ਨੇ ਕਰਵਾਈਆਂ ਨੇ, ਇੰਪੋਰਟੈਂਟ ਫੈਕਟ ਆਪਣੇ ਵਾਸਤੇ। ਮਤਲਬ 3 ਵਾਰ ਇਸ ਤੋਂ ਪਹਿਲਾਂ ਜਾਪਾਨ ਇਹ ਕੰਡਕਟ ਕਰ ਚੁੱਕਿਆ ਇਹਨਾਂ ਗੇਮਸ ਨੂੰ, ਇਹ ਚੌਥੀ ਵਾਰ ਹੋਸਟ ਬਣਿਆ। ਅੱਗੇ ਕਿੱਥੇ ਕਿੱਥੇ ਲਿਖਿਆ ਵੀ ਆ 1964 ਚ, 72 ਚ ਤੇ 98 ਚ। ਆਹ 3 ਪਹਿਲਾਂ ਜਿਹੜੇ ਸਾਲ ਸੀ ਜਿਨ੍ਹਾਂ ਨੇ ਮਤਲਬ ਜਿਵੇਂ 64 ਦੇ ਵਿੱਚ ਟੋਕੀਓ 'ਚ ਹੀ ਹੋਈਆਂ ਸੀਗੀਆਂ, ਫਿਰ ਇਹਨਾਂ ਦਾ ਇੱਕ ਸਪੋਰੋ ਨਾਮ ਦਾ ਸ਼ਹਿਰ ਆ 72 ਚ, ਤੇ ਨਗੇਨ ਦੇ ਵਿੱਚ 98 ਚ ਹੋਈਆਂ ਨੇ। ਇਸ ਤੋਂ ਬਾਅਦ ਅੱਗੇ ਗੱਲ ਕਰੀਏ ਆਪਾਂ, US ਨੇ ਸਭ ਤੋਂ ਵੱਧ ਇਹਦੇ ਵਿੱਚ ਮੈਡਲ ਜਿੱਤੇ ਨੇ, 113 ਮੈਡਲ ਜਿੱਤੇ ਨੇ। ਬੇਸਿਕਲੀ ਇਹਦੇ ਵਿੱਚ ਇਹ ਕੰਟੈਕਸਟ 'ਚ ਕਿਸੇ ਨੂੰ ਫਸਟ ਸੈਕਿੰਡ ਨਹੀਂ ਕੱਢਿਆ ਜਾਂਦਾ ਕਿ ਕਿਹਨੇ ਸਭ ਤੋਂ ਵੱਧ ਮੈਡਲ ਜਿੱਤੇ ਨੇ। ਇਸ ਕੰਟੈਕਸਟ 'ਚ ਫਸਟ ਸੈਕਿੰਡ ਦੇਸ਼ ਨੂੰ ਕੱਢਿਆ ਜਾਂਦਾ ਕਿ 골ਡ ਮੈਡਲ ਕਿਹਨੇ ਸਭ ਤੋਂ ਵੱਧ ਜਿੱਤੇ ਨੇ। ਕਿਸੇ ਨੇ ਟੋਟਲ ਮੈਡਲ ਚਾਹੇ ਕਿਸੇ ਹੋਰ ਦੇਸ਼ ਨੇ ਵੱਧ ਜਿੱਤੇ ਹੋਣ, ਪਰ ਜੇ 골ਡ ਕਿਸੇ ਹੋਰ ਪਾਰਟਿਕੂਲਰ ਦੇਸ਼ ਦੇ ਵੱਧ ਨੇ ਤਾਂ ਇੱਕ ਰੈਂਕ ਉਹਨੂੰ ਦਿੱਤਾ ਜਾਊਗਾ, ਕਿਉਂਕਿ 골ਡ ਵੱਧ ਵਾਲੇ ਨੂੰ ਹੀ ਫਸਟ ਕੱਢਿਆ ਜਾਂਦਾ। ਪਰ ਇੱਥੇ ਤੁਹਾਡੇ ਵਾਸਤੇ ਥੋੜਾ ਜਿਹੀ ਰਾਹਤ ਦੀ ਗੱਲ ਹੈ ਕਿ ਐਕਸਟਰਾ ਯਾਦ ਨਹੀਂ ਕਰਨਾ ਪਊ। USA ਨੇ ਹੀ ਸਭ ਤੋਂ ਵੱਧ 골ਡ ਜਿੱਤੇ ਨੇ ਤੇ USA ਨੇ ਹੀ ਸਭ ਤੋਂ ਵੱਧ ਮੈਡਲ ਜਿੱਤੇ ਨੇ। ਪਰ USA ਦੀ ਸਾਖ ਬਚ ਗਈ, ਮਤਲਬ ਬਿਲਕੁਲ ਕਲੋਜ਼ ਸੀ, ਕਿਉਂਕਿ 38 골ਡ ਮੈਡਲ ਚੀਨ ਨੇ ਜਿੱਤੇ ਸੀ ਤੇ 39 ਮੈਡਲ ਜਿਹੜੇ ਸੀਗੇ 골ਡ ਉਹ ਜਿੱਤੇ ਸੀ USA ਨੇ। ਤੇ ਜੇ ਤੁਹਾਡੇ 'ਚੋਂ ਕੋਈ ਫੋਲੋ ਕਰਦਾ ਹੋਊਗਾ ਇਹਨੂੰ ਇਵੈਂਟ ਨੂੰ, ਤਾਂ ਇਹ ਬੜਾ ਲਾਸਟ ਵਾਲੇ 1-2 ਦਿਨਾਂ ਦੇ ਵਿੱਚ ਜਾ ਕੇ ਹੀ USA ਦੇ 1-2 골ਡ ਮੈਡਲ ਆ ਗਏ। ਨਹੀਂ ਤਾਂ 1-2 ਦਿਨ ਪਹਿਲਾਂ ਤੱਕ ਤਾਂ ਚਾਈਨਾ ਹੀ ਪਹਿਲੇ ਰੈਂਕ ਤੇ ਚੱਲ ਰਿਹਾ ਸੀਗਾ 골ਡ ਮੈਡਲਾਂ ਦੇ ਮੁਕਾਬਲੇ ਦੇ ਵਿੱਚ। ਤੇ ਅੱਜ ਤੱਕ ਅਮਰੀਕਾ ਦਾ ਰਿਕਾਰਡ ਹੈ ਕਿ ਸਭ ਤੋਂ ਵੱਧ ਉਹੀ ਜਿੱਤਦੇ ਆ ਰਹੇ ਨੇ ਮੈਕਸਿਮਮ ਟਾਈਮਸ ਦੇ ਵਿੱਚ। ਤਾਂ ਉਹਨਾਂ ਲਈ ਇਹ ਬੜੀ ਬੇਇੱਜ਼ਤੀ ਦੀ ਗੱਲ ਹੋ ਜਾਣੀ ਸੀ, ਪਰ ਬਚ ਗਏ ਐਨੀ ਹਾਓ। ਇੰਡੀਆ ਨੇ ਕੀ ਕਾਰਨਾਮਾ ਕਰਿਆ ਬਈ? ਇੰਡੀਆ ਨੇ ਵੀ ਆਪਦੇ 125 ਐਥਲੀਟ ਭੇਜੇ ਸੀ ਖੇਡਣ ਵਾਸਤੇ ਸਾਰੇ। ਇਹ ਜਿਹੜੇ 125 ਐਥਲੀਟ ਭੇਜੇ ਸੀਗੇ, ਇਹਨਾਂ ਨੇ ਕੀ ਕਰਿਆ? ਇਹਨਾਂ ਨੇ ਟੋਟਲ 7 ਮੈਡਲ ਜਿੱਤੇ ਨੇ। ਸਾਡੇ ਟੋਟਲ 7 ਮੈਡਲ ਨੇ, ਪਰ ਕੋਈ ਹਾਸੇ ਵਾਲੀ ਗੱਲ ਨਹੀਂ। ਬਾਕੀ ਦੇਸ਼ਾਂ ਦੇ ਮੁਕਾਬਲੇ ਤਾਂ ਜ਼ਰੂਰ ਸਾਨੂੰ ਲੱਗਦਾ ਵੀ ਇੰਡੀਆ ਵਾਲੇ ਕੀ ਕਰਦੇ ਨੇ, ਪਰ ਇੰਡੀਆ ਦਾ ਜੇ ਇੰਡੀਆ ਨਾਲ ਹੀ ਮੁਕਾਬਲਾ ਕਰਿਆ ਜਾਵੇ ਤਾਂ ਪਿਛਲੇ ਕਈ ਸਾਲਾਂ ਦੇ ਵਿੱਚੋਂ ਸਾਡੀ ਕਾਫੀ ਬਿਹਤਰ ਪਰਫਾਰਮੈਂਸ ਸੀ। ਇੰਨੇ ਮੈਡਲ ਸਾਨੂੰ ਆਏ ਨਹੀਂ ਹੈਗੇ ਪਿਛਲੇ ਕਈ ਸਾਲਾਂ ਦੇ, ਬਹੁਤ ਘੱਟ ਸਾਲਾਂ ਦੇ ਵਿੱਚ, ਬਹੁਤ ਘੱਟ ਓਲੰਪਿਕ ਗੇਮਸ ਦੇ ਵਿੱਚ ਅਸੀਂ ਨੇ ਮੈਡਲ ਜਿੱਤੇ ਨੇ। ਤਾਂ ਇਹਦੇ ਵਿੱਚ 1 골ਡ ਆਇਆ, ਠੀਕ ਹੈ, 골ਡ ਦੇ ਕੰਟੈਕਸਟ 'ਚ ਜਾਣਨਾ ਸਾਡੇ ਲਈ ਜ਼ਰੂਰੀ ਸੀਗਾ। 1 ਸਾਡੇ ਕੋਲੇ 골ਡ ਆਇਆ। ਇਹ ਤੋਂ ਪਹਿਲਾਂ ਜਿਹੜੀ ਚੰਗੀ ਪਰਫਾਰਮੈਂਸ ਭਾਰਤ ਦੀ ਰਹੀ ਹੈ ਉਹ 6 ਮੈਡਲਾਂ ਦੀ ਰਹੀ ਹੈ। ਉਹ ਸੀਗੀ ਲੰਡਨ ਦੀ ਓਲੰਪਿਕ 2012 ਚ ਖੇਡੀ ਗਈ। 2012 ਚ ਲੰਡਨ ਓਲੰਪਿਕ ਖੇਡੀ ਸੀ, ਲੰਡਨ ਦੇ ਵਿੱਚ ਓਲੰਪਿਕ ਹੋਇਆ ਸੀ। ਉਹਦੇ ਚ ਭਾਰਤ ਨੇ 6 ਮੈਡਲ ਜਿੱਤੇ ਸੀ। ਉਸ ਤੋਂ ਬਾਅਦ ਸਭ ਤੋਂ ਬੈਸਟ ਪਰਫਾਰਮੈਂਸ ਆਹ ਆਈ ਹੈ 7 ਵਾਲੀ। ਇਸ ਤੋਂ ਬੈਸਟ ਕਦੇ ਨਹੀਂ ਭਾਰਤ ਦੀ ਆਈ, ਜੋ ਮੈਂ ਤੁਹਾਨੂੰ ਗੱਲ ਦੱਸ ਚੁੱਕਿਆ। ਕਿੰਨਾ ਨੇ ਮੈਡਲ ਜਿੱਤਿਆ? ਆ ਨੀਰਜ ਚੋਪੜਾ ਦਾ ਨਾਮ ਤਾਂ ਤੁਸੀਂ ਨੇ ਸੁਣਿਆ ਹੋਊ, ਜਿਹਨੇ ਜੈਵਲਿਨ ਸੁੱਟਿਆ, ਠੀਕ ਹੈ। ਅੱਗੇ ਦੱਸਦਾ ਕਿ ਕਿੰਨੇ ਮੀਟਰ ਸੁੱਟਿਆ ਸੀ। ਇਹ ਇਕਲੌਤਾ 골ਡ ਮੈਡਲ ਜਿੱਤਣ ਵਾਲਾ ਇਸ ਇਵੈਂਟ 'ਚ। ਹੁਣ ਤੱਕ ਇੰਡੀਵਿਜੂਅਲ 골ਡ, ਵੈਸੇ ਤਾਂ 골ਡ ਸਾਡੀ ਹਾਕੀ ਨੇ ਬਹੁਤ ਸਾਡੀ ਬੱਲੇ ਬੱਲੇ ਕਰਾਈ ਹੈ ਕਿ 골ਡ ਬਹੁਤ ਜਿੱਤੇ ਨੇ ਅਸੀਂ ਨੇ ਹਾਕੀ 'ਚ। ਦੱਸੂਗਾ ਉਹ ਵੀ ਮੈਂ ਕਦੋਂ ਜਿੱਤੇ ਨੇ। ਪਰ ਇੰਡੀਵਿਜੂਅਲ ਬੰਦਾ, ਇੰਡੀਵਿਜੂਅਲ ਮਤਲਬ ਜਿਹੜਾ ਇਕੱਲੇ ਦੀ ਖੇਡ ਹੁੰਦੀ ਹੈ, ਜਿਵੇਂ ਇਕੱਲਾ ਰੇਸ ਭੱਜ ਰਿਹਾ ਕੋਈ 100 ਮੀਟਰ 200 ਮੀਟਰ, ਜਾਂ ਇਕੱਲਾ ਬੈਡਮਿੰਟਨ ਪਲੇਅਰ ਖੇਡ ਰਿਹਾ ਹੈ। ਇੰਡੀਵਿਜੂਅਲ ਗੇਮ ਦੇ ਵਿੱਚ 2 ਹੀ ਬੰਦੇ ਨੇ ਜਿਨ੍ਹਾਂ ਨੇ ਅੱਜ ਤੱਕ 골ਡ ਮੈਡਲ ਜਿੱਤਿਆ ਸਾਡੇ ਵਾਸਤੇ। ਪਹਿਲਾ ਤਾਂ ਇੱਕ, ਦੂਜਾ ਬੰਦਾ ਤਾਂ ਆਹੀ ਹੈ ਨੀਰਜ ਚੋਪੜਾ। ਪਹਿਲਾ ਨਾਮ ਤੁਸੀਂ ਮੈਨੂੰ ਦੱਸਿਓ, ਤੁਸੀਂ ਮੈਨੂੰ ਕਮੈਂਟ ਦੇ ਵਿੱਚ ਕਮੈਂਟ ਕਰਿਓ ਕਿ ਵੀਡੀਓ ਦੇ ਥੱਲੇ ਕਿ ਪਹਿਲਾ ਬੰਦਾ ਕੌਣ ਸੀਗਾ ਜਿਹਨੇ ਜਿੱਤਿਆ। ਚਲੋ ਛੱਡੋ, ਮੈਂ ਦੱਸ ਹੀ ਦਿੰਦਾ।
काहनूं चक्करां च पाउणा, अभिनव बिंद्रा। ठीक है, पंजाब वालिਆਂ ਦਾ खास करके पता होना चाहिए, होर किसी ਨੂੰ पता होवे ना होवे। अभिनव बिंद्रा सी शूटिंग दे विच इंडिविजुअल गोल्ड मैडल पहला उन्हें जित्तिया सी भारत वास्ते, ते दूजा बंदा साडे कोले नीरज चोपड़ा हो गया जिन्हें जित्तिया। इस तो इलावा इस बार दे जिहड़े जितन वाले बंदे ने, बजरंग पूनिया हो गया, मीराबाई चानू हो गई, लॉबलिना बोरगन हो गया, पीसी। ठीक है, ये कुछ हैगे ने पार्ट अलग आ गया, पीवी सिंधु है, पीसी नूं कट दिओ, पीवी सिंधु हो गई, रवि दहिया हो गया। ठीक है, आ कुछ नाम ने। इस तो इलावा हॉकी की टीम ने जित्तिया। नीचे आउणगे, मैं कल्ले कल्ले दा इवेंट भी दसूंगा क्योंकि ये इंपॉर्टेंट है, सानूं पता होना चाहिए, इहदे ते सवाल बनना लाजमी है। देखो नीरज चोपड़ा ने रिकॉर्ड बनाया 87.58 मीटर। ਜਿਹੜੇ ਇਹਦੇ ਨੇੜੇ ਤੇੜੇ पेपर ਹੋਏ ਸੀ ना, ਉਹਨਾਂ ਦੇ ਵਿੱਚ ਇਹ ਕਿੰਨਾ सवाल घुम्मिया, किन्नी बार पूछा गया कि नीरज चोपड़ा ने किन्ने मीटर सुट्टिया सीगा, तो 87.58 मीटर उन्हें अपना वो भाला सट्टिया सी, जिन्हों आपां जैवलिन बोलते हैं। ठीक है, तो इंडिया नूं गोल्ड दबाया। दूजा अगला फैक्ट, दूजा आ गया मीराबाई चानू। मीराबाई चानू नूं लैके कई तरह के पेपर सवाल पूछे जाते हैं कि मीराबाई चानू किहड़े स्टेट तो आउंदी है। मीराबाई चानू का स्टेट हैगा मणीपुर। किहड़ी खेड नाल संबंध रखती है? खेड जिहड़ी हैगी वेट लिफ्टिंग, भार चकदी है जिवें उपर, तो वेट लिफ्टिंग की किहड़ी कैटेगरी च खेडदी है? 49 किलो कैटेगरी च खेडदी है, मतलब 49 किलो भार के अंडर खेडदी है यह कुड़ी। तो इन्हें भी बहुत नाम किया भारत का, बहुत मैडल जिते ने बखरिया बखरिया गेम्स च आपां देखांगे, जिवें कॉमनवैल्थ आऊगी, होर आऊगी। तो ये भी इन्हें सिल्वर मैडल जित के दिता। फिर साडे कोले इस तो बाद रवि दहिया आ गया। रवि दहिया ने साडे कोले 57 किलो च, ये रैसलर है रवि दहिया ने 57 किलो के विच सानू सिल्वर मैडल जित के दिता फ्री स्टाइल रैसलिंग के अंडर। नाम नोट करी जाओ क्योंकि इत्थे सीधा सवाल पूछते हैं कि फलाना प्लेयर किहड़ी गेम नाल संबंध रखता है, तो वो तुसीं सोचना भी आ कित्थों चक के पाता, वो कितों चक के नहीं पाया हुंदा। वो बंदे ने इहो जिहे किसी तगड़े इवेंट दे विच बहुत तगड़ा मैडल जित्तिया हुंदा। माड़े मोटे छोटे मोटे इवेंट च किसी नैशनल गेम च जित लिया, होर जित लिया, वो पेपर इन्ने डूंगा सवाल कदे नहीं पुछदा। पेपर डूंगा सवाल पुछूगा तो किसी तगड़े इवेंट चो, जां कॉमनवैल्थ गेम चो पुछूगा, जां फिर पुछूगा ओलंपिक्स दे विचों जाके, जिन्हां ने उत्थे इंडिविजुअल जाके परफॉर्म करके कुछ जित्तिया, उत्थे पुछ सकदे ने नाम दे के। बजरंग पूनिया इन्हें भी रैसलिंग दे विच ब्रॉन्ज जित्तिया। पीवी सिंधु का तुसीं सारे नाम जानते होंगे, इस कुड़ी ने बहुत भारत का नाम रोशन किया है। इन्हें ब्रॉन्ज जित्तिया बैडमिंटन दे विच, बैडमिंटन की प्लेयर है। ये तो इलावा एक कल्ली ही प्लेयर है जिहड़ी 2 मैडल जित चुकी है इंडिविजुअल गेम दे विच। गोल्ड तो नहीं इन्हूं हले आया क्योंकि इन्हें 2016 च ओलंपिक्स होईयां सी, कित्थे होईयां सी? रियो डी जनेरियो दे विच, ब्राज़ील दे विच। उहदे विच इह कुड़ी ने सिल्वर जित्तिया सी। ते जिहड़ियां हुण 20 च होईयां नेगीआं अपने कोले टोक्यो च, इहदे च इहने कुड़ी ने ब्रॉन्ज जित लिया। तो लगातार यह जितदी आ रही है साडे कोले। कॉमनवैल्थ च देखोगे अगे आऊगा, कॉमनवैल्थ च भी बहुत सारे इवेंट ये जित चुकी है, मैडल जित चुकी है। तो यह भी इंपॉर्टेंट है, पहली एथलीट बन गई जिन्हें मतलब 2 मैडल जिते ने, आपां कह सकीए भारत की। इनू लैके बहुत सवाल पेपर च आया। नाम मुंडिया वर्गा पर एक कुड़ी सी, ठीक है, नाम सीगा लॉबलिना बोरगोहन। एक तैनू लैके सवाल पेपर च घुम्मिया कई पेपरों के बखरे सेंटर ते स्टेट लैवल के पेपरों कि किहड़ी स्टेट तो संबंध रखती सी। आसाम स्टेट तो संबंध रखती है, तो बॉक्सिंग की प्लेयर है। आ दोनों गल्लां मार्क कर लो, इंपॉर्टेंट है। तो इन्हें ब्रॉन्ज मैडल जित्तिया, ये भी इंपॉर्टेंट है साडे वास्ते। तीजी एथलीट बन गई बॉक्सिंग च। इस तो पहला या तो मैरी कॉम ने जित्तिया होया, मैरी कॉम नूं तां सारे ही जानते होंगे, तो प्रियंका चोपड़ा ने फिल्म भी बनाई है मैरी कॉम। ठीक है, मैरी कॉम तो चैंपीयन रही है, 5 के 6 बार लगातार वर्ल्ड चैंपीयन रही है, मतलब वर्ल्ड कप या वर्ल्ड का टाइटल 5 बार के 6 बार लगातार मैरी कॉम ने जित्तिया गा। तो विजेंद्र सिंह का नाम भी हरियाणे का है, बॉक्सर है, इन्हें भी मैडल लैके दिता सी ओलंपिक्स। इस तो बाद तीजी प्लेयर है लॉबलिना बोरगोहन जिन्हें बॉक्सिंग च सानू ओलंपिक्स मैडल लैके दिता है। तो ये एंगल याद रखियो। अगे आ जाओ, मैन हॉकी टीम। हुण हॉकी टीम बारे सानू हॉकी नूं लैके बहुत पेपर सवाल बनाउंदा है, PPSC खास करके बहुत सवाल हॉकी नूं लैके बनदे आ। हॉकी दे विच किसी टाइम तां साडे भारत की तूती बोलदी सी, मतलब कि हॉकी च कोई मुकाबला ही नहीं सी, मतलब सानू हरा ही नहीं कोई सकदा सीगा। उहदा सबूत तुहानूं मैं दिन्ना, 1928, 1932, 1936, 1948, 52, 56, 64, 80 आ सारे सालों के साडे गोल्ड मैडल ने। मतलब हॉकी ने गोल्ड मैडल जिते ने, आ सारे ओलंपिक्स के गोल्ड मैडल ने, कोई छोटी गेम के नहीं हैगे। तो इन्नी डोमीनेंस सी ओलंपिक दे विच भारत की, पर उदों बाद बस नज़र लग गई एक तरीके नाल तुसीं कह लो। तो हुण 41 सालां बाद जाके, मतलब लास्ट मैडल 80 दे विच आया, 80 दे विच 41 साल जोड़ लो, 2021 हो गया।
ਤਾਂ 2021 ਦੇ ਵਿੱਚ ਆ ਕੇ ਹੁਣ ਮੈਡਲ ਆਇਆ ਸਾਨੂੰ ਬ੍ਰੌਂਜ ਮੈਡਲ। ਤਾਂ ਦੇਖੋ ਕਿਵੇਂ ਇਹਦਾ ਵੀ ਸਵਾਲ ਬਣ ਸਕਦਾ, ਜਿਵੇਂ ਪਹਿਲਾ ਸਵਾਲ ਤੁਹਾਨੂੰ ਦਿਖਾਇਆ ਨਾ ਕਿ ਲਾਈਨਾਂ 'ਚ PPSC ਨੇ ਜਿਹੜਾ ਰੀਸੈਂਟ ADA ਦੇ ਪੇਪਰ 'ਚ ਪੁੱਛਿਆ, ਉਵੇਂ ਹੀ ਮੈਂ ਕਹਿੰਦਾ ਹਾਕੀ ਦੇ ਉੱਤੇ ਸਵਾਲ ਬਣਾਉਣਾ ਸਭ ਤੋਂ ਸੌਖਾ ਹੈ। ਕਿੰਨੇ ਸਾਲਾਂ ਬਾਅਦ ਵਾਲੀ ਇੱਕ ਲਾਈਨ ਪਾ ਦਿਓ, ਕਿਹੜੇ ਸਾਲ 'ਚ ਮੈਡਲ ਜਿੱਤਿਆ ਇਹ ਪਾ ਸਕਦੇ ਹੋ, ਠੀਕ ਹੈ। ਤਾਂ ਟੋਟਲ ਕਿੰਨੇ ਮੈਡਲ ਜਿੱਤੇ ਨੇ 골ਡ? 8। ਕਿਹੜੇ ਸਾਲਾਂ 'ਚ ਤੁਹਾਡੇ ਸਾਹਮਣੇ ਨੇ। ਤੇ ਇਸ ਵਾਰ ਜਿਹੜਾ ਭਾਰਤ ਦਾ ਕੈਪਟਨ ਸੀਗਾ ਉਹਦਾ ਨਾਮ ਮਨਪ੍ਰੀਤ ਸਿੰਘ ਸੀਗਾ, ਜਿਹੜਾ ਇਸ ਵਾਰ ਇਹ ਬ੍ਰੌਂਜ ਲੈ ਕੇ ਆਏ ਨੇ। ਇਹਦੇ ਵਿੱਚ ਜ਼ਿਆਦਾਤਰ ਪੰਜਾਬ ਦੇ ਕਾਫੀ ਮੁੰਡੇ ਨੇ ਜਿਹੜੇ ਹਾਕੀ ਦੀ ਆਪਣੀ ਟੀਮ ਦੇ ਵਿੱਚ ਖੇਡਦੇ ਨੇ। ਤਾਂ ਉਹੀ ਮਨਪ੍ਰੀਤ ਸਿੰਘ ਵੀ ਪੰਜਾਬ ਦਾ ਹੀ ਮੁੰਡਾ ਕਿ ਜਿਹਨੇ ਕਪਤਾਨੀ ਕਰੀ ਹੈ। ਤੇ ਗੋਲਕੀਪਰ ਦਾ ਨਾਮ ਸੀਗਾ PR ਸ਼੍ਰੀਜੇਸ਼, ਕਿਉਂਕਿ ਇਹਨਾਂ ਦੀ ਪਰਫਾਰਮੈਂਸ ਬਹੁਤ ਚੰਗੀ ਰਹੀ ਤਾਂ ਕਰਕੇ ਇਹਨਾਂ ਦੇ ਨਾਮ ਇੱਥੇ ਮੈਂਸ਼ਨ ਕਰਤੇ। ਨਾਮ ਦੇ ਕੇ ਵੀ ਕਈ ਵਾਰ ਸਵਾਲ ਬਣ ਜਾਂਦਾ ਸਾਡੇ ਕੋਲੇ। ਤਾਂ ਆਹ ਹਾਕੀ ਦੇ ਕੰਟੈਕਸਟ 'ਚ ਦੋਨੋਂ ਤਿੰਨੋਂ ਗੱਲਾਂ ਮਾਰਕ ਕਰ ਲਿਓ, ਇੰਪੋਰਟੈਂਟ ਨੇ ਤੁਹਾਡੇ ਵਾਸਤੇ। ਅੱਗੇ ਆ ਜਾਓ ਸਾਡੇ ਕੋਲੇ। ਅੱਗੇ ਜਿਹੜੀ ਗੱਲ ਆ ਗਈ ਟੋਕੀਓ 2020 ਪੈਰਾਲੰਪਿਕਸ। ओलंपिक्स की गल खत्म हो गई। ओलंपिक्स असीं ने मैडल देख ले भारत के, सब तो बेस्ट परफॉर्मेंस है हुण तक दी। इस तो पहला जिहड़ी बेस्ट परफॉर्मेंस दित्ती सी 2012 च दित्ती सी, जिहदे विच असीं ने किन्ने मैडल जित्ते सी 6, ते इस बार किन्ने मैडल जित ले 7। इक्को ही गोल्ड आया, वो भी इंडिविजुअल गेम दे विच 2 बंदे ने जिन्हां ने गोल्ड मैडल लैके दित्ते ने। एक नीरज चोपड़ा इस बार दा जैवलिन दे विच, इस तो पहला इंडिविजुअल गेम जिहड़ा गोल्ड आया सी अभिनव बिंद्रा दा आया सीगा शूटिंग दे विच, जिहड़ा कि पंजाब तो संबंध रखदा, खासकर चंडीगढ़ तो। इंपॉर्टेंट गल्लां ये सीगियां चो कड्ढण वालियां हॉकी दी इंपॉर्टेंट गल है। तो तुसीं समझ ही गए कि किस कंटैक्स्ट च किवें सवाल बनने। हुण तुहाडे मैं क्लीयर करदा जा रहा नाल नाल कि किस किस तरह के सवाल बन सकते आ। हुण आपां गल करांगे बेसिकली पैरालंपिक्स ते। पैरालंपिक्स का मतलब हुंदा ਜਦੋਂ ओलंपिक का इवेंट होंदा ना, उहदे पैरल एक पैरालंपिक का इवेंट भी होंदा। पैरालंपिक कहने का मतलब हैगा बेसिकली कि जिहड़े अंगहीन या डिसेबल्ड परसनस ने, किसी की लत्त नहीं हैगी या किसी की बांह नहीं हैगी या किसी को होर किसी तरह की प्रॉब्लम है, उन्हां दा भी एक पैरालंपिक ओलंपिक्स लैवल का ही इवेंट हुंदा। ते भारत दे जां होर बहुत थावां दे वक्खरे वक्खरे प्लेयर उहदे विच पार्टिसिपेट करते हैं। उहदे बारे भी सानूं जानना चाहिदा, वो भी साडे लई इंपॉर्टेंट है। जिमें कि 2020 का टोक्यो च होया, तो यह भी सेम टोक्यो दे विच ही हैल्ड किया गया। 2020 की थां ते 21 च होया ड्यू टू कोरोना, वो आपां गल कर ही लई पहलां। इहदे विच भारतीय एथलीटां ने हिस्टरी क्रिएट की है। टोटल भारत ने 19 मैडल जिते ने, जिहदे विच 5 गोल्ड मैडल ने। 5 गोल्ड मैडल आ गए, मतलब जिहड़े नॉर्मल सी उन्होंने तो चंगा ही परफॉर्म कराया, क्योंकि उहदे विच तां इक्को ही गोल्ड आया तो टोटल 7 मैडल आए ने। इह च असीं टोटल 19 मैडल जितते, जिहड़ा इस कंटैक्स्ट दे विच। इस तो पहला कहना 2016 च इंडिया ने 4 मैडल जिते सी पैरालंपिक्स। तो तुसीं देख सकते हो कितनी तरक्की करी है। 4 तो सीधा अगले 4-5 गुणा ते पहुँच गए, 19 लगभग 20 के नेड़े तेड़े। तो ये अपने आप च उपलब्धि है। भारत ने 5 गोल्ड जिते ने, 8 सिल्वर जिते ने ते 6 ब्रॉन्ज जिते ने। आ टोटल 19 की साडे कोले जनगणना होगी कि किन्ने गोल्ड ने किन्ने सिल्वर ने। सेम उहदे च तुहानूं पता होने चाहिए ने, क्योंकि ये भी पेपर पुछदा है सीधा कि किन्ने गोल्ड सी, किन्ने सिल्वर सी, किन्ने ब्रॉन्ज सी। सारा कुछ तुहाडे दे विच लिखिया होया है। एक चीज़ कोई चीज़ किते तुहानूं मतलब बहुत एफर्ट करिया इसनूं बनाउण दे विच कि कोई चीज़ स्किप ना होवे। हर छोटी तो वड्डी गल दा ध्यान रखिया गया कि तुहानूं एक बार इनू सुनन ते पढ़न तो बाद किसी होर सोर्स वाल जाना ही ना पवे, इत्थों ही तुहाडा सारी कहानी क्लीयर हो जाए। इस हिसाब नाल ये लैक्चर तैयार करे गए ने। हुण इहदे विच आ कुछ नाम ने, इन्हां दे नाम मैं अगे भी दसदा तुहानूं, जिवें अवनी लेकहरा या जो भी इहदा नाम हैगा अवनी लेकरा। ये बहुत मशहूर सी कुड़ी, शूटर सीगी, इहने कई मैडल जिते ने। दसदा अगे मैं किहड़े जिन्हें कि इहने अवनी लेकरा ने दस्सिया ही आ 2 गोल्ड जिते ने ते 1 ब्रॉन्ज मैडल जित्तिया। तो अपने आप दे विच 2 वक्खरे वक्खरे इवेंटां दे विच मैडल जित चुकी है कुड़ी। तो टोटल 2 गोल्ड ते ब्रॉन्ज मैडल। तो यदा नाम जरूर याद रखियो, अवनी लेकरा। नीचे जिक्र भी आऊगा इहदा, उत्थे भी मैं दोबारा दसदा, ठीक है। एक इहदा नाम बहुत मशहूर चलिया सी सुमित अंतिल दा। वो तां चल गया क्योंकि जैवलिन दे विच इक्को ही गोल्ड मैडल आया सीगा किहदा, नीरज चोपड़े दा। ते इधरों ये भी बंदा जैवलिन दा थ्रोअर ही सी, इहने भी नाल ही इत्थे मैडल कढ़ता। तो ये सुमित अंतिल भी बहुत मशहूर होया, पिछले कई पेपरां च इहदा नाम पुछया गया। तो ये जैवलिन नाल संबंध रखदा सी, याद रखियो ये 2-3 नाम। हुण इत्थे मैं तुहानूं दस भी दिना, अवनी लेकरा ये शूटिंग दे विच सी, शूटिंग नाल संबंध रखदी सी, जिहने मैडल जित्तिया। सुमित अंतिल
ਇਹ ਜੈਵਲਿਨ ਨਾਲ ਸੰਬੰਧ ਆ F64 ਇਹ ਸਾਨੂੰ ਯਾਦ ਕਰਨ ਦੀ ਲੋੜ ਨਹੀਂ, ਇਹਨਾਂ ਨੂੰ ਕੋਡ ਦਿੱਤੇ ਹੁੰਦੇ ਨੇ ਵੱਖਰੇ ਵੱਖਰੇ, ਮਤਲਬ ਕਿਸੇ ਦੀ ਡਿਸੇਬਿਲਿਟੀ ਕਿੰਨੀ ਹੈ ਉਹਦੇ ਹਿਸਾਬ ਨਾਲ ਇਵੈਂਟ ਆਰਗੇਨਾਈਜ਼ ਕੀਤੇ ਜਾਂਦੇ ਆ। ਕਿਸੇ ਦੀ ਡਿਸੇਬਿਲਿਟੀ ਵੱਧ ਹੁੰਦੀ ਹੈ, ਕਿਸੇ ਦੀ ਡਿਸੇਬਿਲਿਟੀ ਘੱਟ ਹੁੰਦੀ ਹੈ। ਜਿਵੇਂ ਆਪਣੇ ਰਿਜ਼ਰਵੇਸ਼ਨ ਵੀ ਤਾਂ ਉਸ ਹਿਸਾਬ ਨਾਲ ਹੀ ਹੈ, ਜਿਵੇਂ ਕਹਿੰਦੇ ਨੇ ਵੀ ਇੰਨੇ % ਡਿਸੇਬਲ ਹੋਵੇ ਤਾਂ ਉਸ ਬੰਦੇ ਨੂੰ ਡਿਸੇਬਲਡ ਦੀ ਕੈਟਾਗਰੀ 'ਚ ਰੱਖਿਆ ਜਾਂਦਾ ਤੇ ਅੱਗੇ ਰਿਜ਼ਰਵੇਸ਼ਨ ਦਿੱਤੀ ਜਾਂਦੀ ਹੈ। ਇਹਦੇ 'ਚ ਵੀ ਕੁਛ ਉਵੇਂ ਦਾ ਹੀ ਕੰਟੈਕਸਟ ਹੈ ਤੇ ਗੇਮਸ ਦੇ ਵੀ ਐਵੇਂ F64 F63 ਐਵੇਂ ਪਿੱਛੇ ਗੇਮ ਦੇ ਜ਼ਰੂਰ ਪੈਂਦਾ ਹੈ, ਪਰ ਇਹ ਸਾਡੇ ਲਈ ਬੜਾ ਇੰਪੋਰਟੈਂਟ ਨਹੀਂ, ਬਸ ਇੰਨਾ ਹੀ ਯਾਦ ਰੱਖੋ ਕਿ ਜੈਵਲਿਨ ਦੇ ਵਿੱਚ ਹੈ। ਆ ਮਨੀਸ਼ ਨਾਰਵਾਲ ਸੀਗਾ, ਇਹ ਪਿਸਟਲ ਸ਼ੂਟਿੰਗ ਦੇ ਵਿੱਚ ਕੱਲਾ ਕੱਲਾ ਦਾ ਮਤਲਬ ਸਾਨੂੰ ਨਹੀਂ ਯਾਦ ਕਰਨ ਦੀ ਲੋੜ, ਮੈਂ ਕਹੂੰਗਾ ਨਾ ਇੰਨਾ ਯਾਦ ਹੋਵੇ, ਬਸ ਇੱਕ ਵਾਰ ਗੋ ਥਰੂ ਹੋ ਲਓ। ਪ੍ਰਮੋਦ ਭਗਤ ਇਹ ਬੈਡਮਿੰਟਨ ਦਾ ਪਲੇਅਰ ਸੀ। ਕ੍ਰਿਸ਼ਨਾ ਨਾਗਰ ਜਿਹੜਾ ਹੈਗਾ ਇਹ ਵੀ ਬੈਡਮਿੰਟਨ ਦਾ ਪਲੇਅਰ ਸੀ। ਇਹ ਤਾਂ ਸਾਰੇ 골ਡ ਮੈਡਲਿਸਟ ਨੇ। ਆਹ 5 ਤਾਂ ਯਾਦ ਕਰ ਲਓ ਕਿਉਂਕਿ 골ਡ ਮੈਡਲਿਸਟ ਤਾਂ ਪੁੱਛੇ ਜਾ ਸਕਦੇ ਨੇ ਜ਼ਿਆਦਾ ਜੇ ਨਹੀਂ ਜਾਣਾ। ਅਬਨੀ ਲੇਕਾਰਾ, ਸੁਮਿਤ ਅੰਤਿਲ ਜੈਵਲਿਨ ਦਾ, ਮਨੀਸ਼ ਨਾਰਵਾਲ ਬੈਡਮਿੰਟਨ ਦੇ ਵਿੱਚ, ਇੱਕ ਹੋਰ ਪ੍ਰਮੋਦ ਭਗਤ ਇਹ ਵੀ ਬੈਡਮਿੰਟਨ ਦੇ ਵਿੱਚ, ਤੇ 5ਵਾਂ ਹੋ ਗਿਆ ਕ੍ਰਿਸ਼ਨਾ ਨਾਗਰ ਇਹ ਵੀ ਬੈਡਮਿੰਟਨ 'ਚ। ਤਾਂ 3 ਜਣੇ ਤਾਂ ਬੈਡਮਿੰਟਨ ਦੀ ਨੇ, ਤਾਂ ਯਾਦ ਕਰਨੇ ਤਾਂ 2 ਹੀ ਨੇ, ਅਬਨੀ ਤੇ ਸੁਮਿਤ। ਉਹ ਮੈਨੂੰ ਲੱਗਦਾ ਹੁਣ ਤੱਕ ਯਾਦ ਹੋ ਹੀ ਗਏ ਹੋਣੇ ਤੁਹਾਨੂੰ ਜਿੰਨੇ ਵਾਰ ਮੈਂ ਬੋਲਤਾ। ਇਹ ਪਿਸਟਲ 'ਚ ਹੈ ਜੀ। ਓਕੇ ਓਕੇ, ਕਿਹੜਾ ਉਹ ਮਤਲਬ ਸ਼ੂਟਿੰਗ 'ਚ ਹੀ ਆ ਗਿਆ ਇੱਕ ਤਰ੍ਹਾਂ ਨਾਲ, ਕਹਿਣ ਨਾਲ ਸ਼ੂਟਿੰਗ ਦਾ ਹੋ ਗਿਆ ਪਲੇਅਰ ਉਹ। ਅੱਛਾ ਉਹਦਾ ਨਹੀਂ ਹੈਗਾ, ਠੀਕ ਹੈ ਪਿਸਟਲ ਦੇ ਵਿੱਚ ਹੋ ਗਿਆ। 4th ਵਾਲਾ ਸਾਡੇ ਕੋਲੇ ਜਿਹੜਾ ਮਨੀਸ਼ ਨਾਰਵਾਲ, 3rd ਵਾਲਾ ਮਨੀਸ਼ ਨਾਰਵਾਲ ਪਿਸਟਲ ਸ਼ੂਟਿੰਗ ਦੇ ਵਿੱਚ ਆ ਬੈਡਮਿੰਟਨ ਦਾ ਹੋ ਗਿਆ, ਠੀਕ ਹੈ। ਦੈਨ ਸਿਲਵਰ ਮੈਡਲਿਸਟ, ਬਸ ਨਾਮ ਮੋਟੇ-ਮੋਟੇ ਦੇਖ ਲਓ ਕਿ ਕਿਹੜੀ। ਭਾਵਨਾ ਬੇਨ ਇਹ ਟੇਬਲ ਟੈਨਿਸ ਦੀ, ਨਿਸ਼ਾਂਤ ਕੁਮਾਰ ਇਹ ਸਾਡੇ ਕੋਲੇ ਹਾਈ ਜੰਪ ਦੇ ਵਿੱਚ ਸੀਗਾ, ਦੇਵੇਂਦਰਾ ਜੰਜਰੀਆ ਇਹ ਆਰਕਰੀ ਤੀਰਅੰਦਾਜ਼ੀ ਦੇ ਵਿੱਚ, ਡਿਸਕ ਸੱਟਣ ਦੇ ਵਿੱਚ ਯੋਗੇਸ਼ ਕਥੂਰੀਆ ਕਰਕੇ ਨਾਮ ਸੀਗਾ, ਸਿੰਧੂ ਰਾਜ ਅਗਾਨਾ। ਮਤਲਬ ਇਹਨੂੰ ਤੁਸੀਂ ਪੜ੍ਹ ਸਕਦੇ ਹੋ, ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੁਛ ਵਾਲਾ ਦੱਸਣ ਵਾਲਾ ਤਾਂ ਹੈ ਨਹੀਂ। ਤੁਸੀਂ ਇੱਕ ਵਾਰ ਜਦੋਂ ਨੋਟਸ ਦੇ ਵਿੱਚ ਗੋ ਥਰੂ ਹੋਵੋਗੇ ਤਾਂ ਨਾਮ ਪੜ੍ਹ ਕੇ ਜ਼ਰੂਰ ਦੇਖ ਲਿਓ ਕਿ ਕਿਹੜੇ ਇਵੈਂਟ ਦੇ ਨਾਲ ਕਿਹੜਾ ਬੰਦਾ ਸੰਬੰਧਿਤ ਹੈ। ਪਰ 골ਡ ਮੈਡਲਿਸਟ ਮਹੱਤਵਪੂਰਨ ਨੇ ਕਿਉਂਕਿ ਇੰਨੇ ਫੈਕਟ ਤਾਂ ਦੇਖੋ ਯਾਦ ਵੀ ਰੱਖਣੇ ਔਖੇ ਨੇ, ਪਰ ਫਿਰ ਵੀ ਮੈਂ ਤੁਹਾਨੂੰ ਦੱਸਿਆ ਜਿਹੜੇ ਮਸ਼ਹੂਰ ਚੀਜ਼ਾਂ ਨੇ ਉਹ ਤੁਹਾਨੂੰ ਮੈਂ ਨਾਲ ਦੱਸਤੀਆਂ ਪੈਰਲਲ। ਤਾਂ ਆ ਤਾਂ ਕਹਾਣੀ ਸੀ ਆਪਣੀ ਸਾਰੀ ਓਲੰਪਿਕ ਦੀ ਕਿ ਓਲੰਪਿਕ 'ਚ ਕੀ ਚੀਜ਼ਾਂ ਭਾਰਤ ਨੇ ਹਾਸਲ ਕੀਤੀਆਂ ਜਾਂ ਓਲੰਪਿਕ ਦੇ ਕੰਟੈਕਸਟ 'ਚ। ਦੂਸਰਾ ਸਾਡੇ ਕੋਲੇ ਆਉਂਦਾ ਏਸ਼ੀਅਨ ਗੇਮਸ। ਏਸ਼ੀਅਨ ਗੇਮਸ ਤੇ ਵੀ ਬਹੁਤ ਸਵਾਲ ਪੁਰਾਣੇ ਪੇਪਰਾਂ ਦੇ ਵਿੱਚ ਪੁੱਛੇ ਗਏ ਨੇ, PPSC ਨੇ ਬਹੁਤ ਸਵਾਲ ਕਰੇ ਨੇ ਇਹਦੇ ਵਿੱਚ ਏਸ਼ੀਅਨ ਗੇਮਸ ਨੂੰ ਲੈ ਕੇ। ਏਸ਼ੀਅਨ ਗੇਮਸ ਦੀ ਜੇ ਆਪਾਂ ਗੱਲ ਕਰ ਲਈਏ, ਕਈ ਫੈਕਟ ਨੇ। ਤੁਸੀਂ ਐਗਜ਼ੈਕਟਿਵ ਦੇ ਪੇਪਰ ਜਿਵੇਂ ਨਾ ਤੁਹਾਨੂੰ ਇੱਕ ਸ਼ਾਇਦ ਹੁਣ ਵੀ ਨਿਕਲਿਆ ਹੋਇਆ ਆਪਣਾ ਆਲਰੇਡੀ, ਉਹਦੇ ਤੇ ਇੱਕ ਕੋਰਸ ਵੀ ਚੱਲ ਰਿਹਾ PCS ਐਗਜ਼ੈਕਟਿਵ ਦਾ ਐਗਜ਼ਾਮ। ਜਿਹੜੇ ਗਰੁੱਪ B ਦੀ ਪੋਸਟ ਦੇ ਉੱਤੇ ਬੰਦੇ ਲੱਗੇ ਹੁੰਦੇ ਨੇ ਆਲਰੇਡੀ, ਜਿਵੇਂ ਸੀਨੀਅਰ ਸਹਾਇਕ ਹੋ ਗਏ, ਕੋਈ ਨਾਇਬ ਤਹਿਸੀਲਦਾਰ ਲੱਗਿਆ ਹੋਇਆ ਹੈ, ਕੋਆਪਰੇਟਿਵ ਇੰਸਪੈਕਟਰ ਲੱਗਿਆ ਹੋਇਆ, ਇਹਨਾਂ ਨੂੰ ਐਕਸਪੀਰੀਅੰਸ ਦੇ ਬਿਹਾਵ ਦੇ ਉੱਤੇ ਵੀ 4-5 ਸਾਲ ਦਾ ਐਕਸਪੀਰੀਅੰਸ, ਕਈ ਟਰਮਸ ਕੰਡੀਸ਼ਨਸ ਹੁੰਦੀਆਂ ਨੇ, ਉਹ ਅਪਲਾਈ ਕਰਨ ਤੋਂ ਬਾਅਦ ਇਹ ਸਿੱਧਾ PCS ਐਗਜ਼ੈਕਟਿਵ ਦਾ ਐਗਜ਼ਾਮ ਦੇ ਸਕਦੇ ਨੇ ਕਿ ਇਹਨਾਂ ਦੀ ਡਾਇਰੈਕਟਲੀ ਇੱਕ ਤਾਂ ਸਰਵਿਸ ਦੇ ਨੰਬਰ ਕਾਊਂਟ ਹੁੰਦੇ ਨੇ ਕਿ ਸਰਵਿਸ 'ਚ ਕਿਹੋ ਜਿਹੀ ਪਰਫਾਰਮੈਂਸ ਰਹੀ। ਇਸ ਤੋਂ ਇਲਾਵਾ ਹੋਰ ਕੀ ਹੁੰਦਾ ਕਿ ਇਹਨਾਂ ਦਾ ਇੱਕ ਪ੍ਰੀ ਲੈਵਲ ਦਾ ਪੇਪਰ ਹੋਊਗਾ। ਉਹ ਪ੍ਰੀ ਲੈਵਲ ਦਾ ਪੇਪਰ ਹਰ ਕਈ ਸਾਲਾਂ ਬਾਅਦ ਨਿਕਲਦਾ ਹੁੰਦਾ, ਇਹ ਸਰਕਾਰ ਤੇ ਡਿਪੈਂਡ ਕਰਦਾ ਕਿ ਕਦੋਂ ਨਿਕਲੇ। ਉਹਦਾ ਲੈਵਲ ਬਹੁਤ ਹਾਈ ਹੁੰਦਾ। ਤੁਹਾਨੂੰ ਮੈਂ ਦਿਖਾਊਂਗਾ ਕਿ ਉਹਦੇ ਵਿਚਲੇ ਕਿਵੇਂ ਦੇ ਉਹਦੇ ਵਿੱਚ ਸਵਾਲ ਪੁੱਛੇ ਗਏ ਨੇ। ਜਿਵੇਂ ਹੁਣ ਮੈਂ ਇੱਥੋਂ ਹੀ ਜ਼ਿਕਰ 'ਚ ਲਿਆਉਣਾ, ਕਹਿੰਦਾ ਜਿਹੜਾ ਇਹ ਏਸ਼ੀਅਨ ਗੇਮ ਸੀਗੀਆਂ, ਠੀਕ ਹੈ, ਪਰਸਨੈਲਿਟੀਜ਼ ਹੂ ਕੰਟਰੀਬਿਊਟਡ ਟੂ ਸਟਾਰਟ ਦਾ ਏਸ਼ੀਅਨ ਗੇਮਸ, ਜਿਹਨੇ ਇਹਨੂੰ ਸਟਾਰਟ ਕਰਨ ਦੇ ਵਿੱਚ ਰੋਲ ਅਦਾ ਕੀਤਾ ਏਸ਼ੀਅਨ ਗੇਮਸ ਨੂੰ, ਪ੍ਰੋਫੈਸਰ GD ਸੋਂਦੀ ਇਹ ਪ੍ਰੈਜ਼ੀਡੈਂਟ ਸੀਗੇ ਇੰਡੀਅਨ ਐਥਲੈਟਿਕਸ ਦੇ, ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਮਹਾਰਾਜਾ ਯਾਦਵਿੰਦਰ ਸਿੰਘ, ਤਾਂ ਯਾਦਵਿੰਦਰ ਸਿੰਘ ਦਾ ਨਾਮ ਤੁਸੀਂ ਜਾਣਦੇ ਹੋਗੇ, ਪਟਿਆਲੇ ਵਾਲੇ, ਇਹ ਪ੍ਰੈਜ਼ੀਡੈਂਟ ਰਹੇ ਨੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ। ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਸੀਗਾ ਏਸ਼ੀਅਨ ਗੇਮ ਨੂੰ ਸਟਾਰਟ ਕਰਨ 'ਚ। ਤੇ ਆਹੀ ਸਵਾਲ ਪੰਜਾਬ ਦੀ GK ਦੇ ਵਿੱਚ ਸਿੱਧਾ ਉਸ ਪੇਪਰ ਦੇ ਵਿੱਚ ਪੁੱਛਿਆ ਹੋਇਆ ਹੈ PCS ਐਗਜ਼ੈਕਟਿਵ ਦੇ ਵਿੱਚ ਕਿ ਮਹਾਰਾਜਾ ਕਿਹੜੇ, ਯਾਦਵਿੰਦਰ ਸਿੰਘ ਦਾ, ਭੁਪਿੰਦਰ ਸਿੰਘ ਦਾ, ਜਾਂ ਕਿਹੜੇ ਮਹਾਰਾਜਾ ਦਾ, ਅਮਰਿੰਦਰ ਸਿੰਘ ਦਾ, ਕਿਹਦਾ ਯੋਗਦਾਨ ਸੀਗਾ ਇਹਨੂੰ ਸਟਾਰਟ ਕਰਨ 'ਚ ਏਸ਼ੀਅਨ ਗੇਮਸ ਨੂੰ। ਕਹਿ ਤਾਂ ਅਸੀਂ ਦਿੰਦੇ ਹਾਂ ਕਿ 1 ਲਾਈਨਰ ਕੁਐਸਚਨ ਹੈ, ਪਰ ਤੁਸੀਂ 1 ਲਾਈਨਰ ਕੁਐਸਚਨ ਦੀ ਡੈਪਥ ਤਾਂ ਦੇਖੋ ਕਿੱਥੇ ਤੱਕ ਜਾ ਰਹੀ ਹੈ। 1 ਲਾਈਨਰ ਦਾ ਇਹ ਮਤਲਬ ਨਹੀਂ ਹੁੰਦਾ ਕਿ 1 ਲਾਈਨਰ ਹੀ ਪਏ ਹੋਏ ਨੇ, PSSB ਲਈ ਹੈ, PPSC ਲਈ ਹੈ।
ਇਹ ਡਿਪੈਂਡ ਕਰਦਾ ਕਿ ਕੁਐਸਚਨ किस ਡੈਪਥ तक जा रहा साडे कोले कि उस डैप्थ ਨੂੰ कवर करने ਲਈ ਅਸੀਂ ਜੇ ਸਿੱਧਾ ਉੱਪਰਲੇ ਫੈਕਟ ਜੇ ਪੜ੍ਹ ਲੈ ਫਲਾਣੀ ਗੇਮ ਫਲਾਣੀ ਲਈ ਹੈ ਫਲਾਣੀ ਗੇਮ ਫਲਾਣੀ ਲਈ ਹੈ ਆਹ ਚੀਜ਼ਾਂ ਕਿੱਥੋਂ ਕਵਰ ਹੋ ਜਾਣਗੀਆਂ ਉਹਦੇ ਵਿੱਚ ਤੁਸੀਂ ਮੈਨੂੰ ਦੱਸੋ। ਇਹਦੇ ਲਈ ਤਾਂ ਤੁਹਾਨੂੰ ਇੱਕ ਡਿਟੇਲਡ ਵੇ ਦੇ ਵਿੱਚ ਪੜ੍ਹਨੀ ਪਊਗੀ ਚੀਜ਼। ਮੈਂ ਇਸੇ ਲਈ ਕਿਹਾ ਮੈਂ ਪਿਛਲੇ ਕਈ ਦਿਨਾਂ ਦਾ ਦੇਖ ਰਿਹਾ ਸੀਗਾ ਕਿ YouTube ਦੇ ਉੱਤੇ ਕਿਵੇਂ ਕਿਵੇਂ ਦੇ ਲੈਕਚਰ ਇਹਦੇ ਕੰਟੈਕਸਟ 'ਚ ਪਏ ਨੇ ਜਾਂ ਕੀ ਪੜ੍ਹਾਇਆ ਗਿਆ। ਮੈਂ ਕਿਸੇ ਨੂੰ ਉਹ ਨਹੀਂ ਕਰ ਰਿਹਾ ਵੀ ਨਿੰਦਰਿਆ ਜਾਂ ਹੋਰ, ਹਰ ਇੱਕ ਨੇ ਆਪਣੇ ਕੰਟੈਕਸਟ 'ਚ ਆਪਣੇ ਕੋਰਸ ਦੇ ਹਿਸਾਬ ਨਾਲ ਲੈਕਚਰ ਬਣਾਇਆ ਹੋਊਗਾ। ਕਿਸੇ ਨੇ PEE ਲਈ ਬਣਾਇਆ ਹੋਊ, ਕਿਸੇ ਨੇ ਕਿਸੇ ਲਈ। ਪਰ ਮੈਂ ਪਿਛਲੇ ਇੱਕ ਹਫ਼ਤੇ ਦਾ ਤੇ ਇਸੇ ਕੰਟੈਕਸਟ 'ਚ ਕੰਮ ਕਰ ਰਿਹਾ ਸੀਗਾ ਵੀ ਮੈਂ ਐਵੇਂ ਦਾ ਲੈਕਚਰ ਤਿਆਰ ਕਰ ਪਾਵਾਂ, ਇਹੋ ਜਿਹੇ ਸਾਰੇ ਫੈਕਟ ਕੰਸੀਡਰ ਕੁਐਸਚਨ ਕਰ ਪਾਵਾਂ ਇਹਦੇ ਵਿੱਚ ਕਿ ਇਹ PPSC ਨੂੰ ਵੀ ਟਾਰਗੇਟ ਕਰਦਾ ਹੋਵੇ। PEE ਨੂੰ ਤਾਂ ਕਰੂਗਾ ਹੀ ਕਰੂਗਾ। PEE ਵਾਲੇ ਤਾਂ ਤੁਸੀਂ ਨੇ ਦੇਖ ਹੀ ਲਿਆ ਕਿ ਉਹ ਤਾਂ ਫਿਰ ਇਹਦੇ ਲਈ ਬਹੁਤ ਥੱਲੇ ਰਹਿ ਜਾਂਦਾ। ਤਾਂ ਹੁਣ ਕਰਦੇ ਹਾਂ ਸ਼ੁਰੂ। ਤਾਂ ਇਸ ਗੱਲ ਨੂੰ ਮਾਰਕ ਕਰ ਲਓ ਕਿ ਮਹਾਰਾਜਾ ਯਾਦਵਿੰਦਰ ਸਿੰਘ ਦਾ ਰੋਲ ਸੀਗਾ ਕਿਹਨੂੰ ਸ਼ੁਰੂ ਕਰਨ ਦੇ ਵਿੱਚ, ਏਸ਼ੀਅਨ ਗੇਮਸ ਨੂੰ। ਤੇ ਦੂਜਾ ਬੰਦਾ ਸੀਗਾ ਪ੍ਰੋਫੈਸਰ GD ਸੋਂਧੀ ਜਿਹੜੇ ਕਿ ਇੰਡੀਅਨ ਐਥਲੈਟਿਕਸ ਦੇ ਪ੍ਰੈਜ਼ੀਡੈਂਟ ਸੀ। ਤੇ ਇਹ ਮਹਾਰਾਜਾ ਯਾਦਵਿੰਦਰ ਸਿੰਘ ਉਹਨਾਂ ਟਾਈਮਾਂ ਦੇ ਉੱਤੇ ਜਦੋਂ ਏਸ਼ੀਅਨ ਗੇਮ ਸ਼ੁਰੂ ਇਹਨਾਂ ਨੇ ਕਰਵਾਈਆਂ ਸੀਗੀਆਂ ਉਦੋਂ ਇਹ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਬਣਾਏ ਹੋਏ ਸੀਗੇ। ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਕਿ ओलंपिक कमेटी एक तो बनती है कि जी अंतरराष्ट्रीय पद्धर पर बनूगी इंडियन ओलंपिक कमेटी, ਉਹਦੇ ਵਿੱਚ एक एक मैंबर हर देश का लिया जाता ਜਿਹੜੇ ਜਿਹੜੇ देश ਵਿੱਚ पार्टिसिपेट करते हैं इंटरनेशनल ओलंपिक कमेटी 'ਚ। ਤੇ एक भारत के लैवल पर भी ओलंपिक कमेटी बनाई जाती है क्योंकि साढ़े इत्थे भी तो प्लेयरां नूं 4 साल वास्ते उदों पहलां तैयारी तो करवाउणी है ना, उन्होंने इत्थे तैयार करवाउणा, ਉਹ ਸਾਰੀਆਂ फैसिलिटियां देणीਆਂ। ਤਾਂ ਉਹਦੇ वास्ते ਜਿਹੜੀ ਐਸੋਸੀਏਸ਼ਨ ਬਣੀ ਸੀ ਉਹਦੇ ਪ੍ਰੈਜ਼ੀਡੈਂਟ ਸੀ ਸਾਡੇ ਯਾਦਵਿੰਦਰ ਸਿੰਘ ਪਟਿਆਲਾ ਦੇ ਜਿਹੜੇ ਮਹਾਰਾਜਾ ਸੀ। ਇਹ ਤੋਂ ਇਲਾਵਾ ਕੁਝ ਬੰਦੇ ਹੋਰ ਨੇ। ਆ ਕਰਿਅੱਪਾ ਦਾ ਨਾਮ ਜ਼ਰੂਰ, ਇਹ ਜਨਰਲ AK ਕਰਿਅੱਪਾ, ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਸੀ। ਠੀਕ ਹੈ, ਉਸ ਟਾਈਮ ਦੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਦਾ ਰੋਲ ਰਿਹਾ ਹੀ ਰਹੂ। ਜੇ ਪ੍ਰਾਈਮ ਮਿਨਿਸਟਰ ਨੇ ਨਾ ਇੰਟਰਸਟ ਦਿਖਾਇਆ ਹੁੰਦਾ ਫਿਰ ਤਾਂ ਇਹ ਚੀਜ਼ਾਂ ਹੋਣੀਆਂ ਹੀ ਕਿੱਥੋਂ ਸੀ। ਤਾਂ ਆਪਣੇ ਲਈ ਸਭ ਤੋਂ ਮਹੱਤਵਪੂਰਨ ਫੈਕਟ ਸੀ ਯਾਦਵਿੰਦਰ ਸਿੰਘ ਵਾਲਾ, ਕਿਉਂਕਿ ਜੋ ਸਾਡੇ ਪੇਪਰਾਂ ਦੇ ਕੰਟੈਕਸਟ 'ਚੋਂ ਨਿਕਲਦਾ ਹੈ। ਪਹਿਲੀਆਂ ਏਸ਼ੀਅਨ ਗੇਮਸ ਕਦੋਂ ਹੁੰਦੀਆਂ ਨੇ? 1951 ਦੇ ਵਿੱਚ ਹੁੰਦੀਆਂ ਨੇ ਤੇ ਨਿਊ ਦਿੱਲੀ 'ਚ ਹੁੰਦੀਆਂ ਨੇ। ਮੈਨੂੰ ਲੱਗਦਾ ਪਤਾ ਨਹੀਂ ਕਿੰਨੇ ਪੇਪਰਾਂ ਦੇ ਵਿੱਚ ਇਹ ਸਵਾਲ ਆ ਚੁੱਕਿਆ ਹੈ, ਤਾਂ ਤੁਸੀਂ ਨੋਟ ਕਰ ਲਓ ਕਿ 1951 'ਚ ਪਹਿਲੀਆਂ ਏਸ਼ੀਅਨ ਗੇਮਸ ਖੇਡੀਆਂ ਜਾਂਦੀਆਂ ਨੇ ਤੇ ਖੇਡੀਆਂ ਜਾਂਦੀਆਂ ਨੇ ਸਾਡੇ ਕੋਲੇ ਦਿੱਲੀ 'ਚ। 4 ਮਾਰਚ ਤੋਂ ਲੈ ਕੇ 11 ਮਾਰਚ ਤੱਕ ਈਸਟ ਨਿਊਯਾਰਕ ਦੇ ਵਿੱਚ ਇਹ ਖੇਡੀਆਂ ਜਾਂਦੀਆਂ ਨੇ। ਹੁਣ ਜਿਹੜੀਆਂ ਗੇਮਸ ਨੇ ਕਿਵੇਂ ਕਿਵੇਂ ਹੋਈਆਂ ਨੇ ਤੁਸੀਂ ਉਹ ਮਾਰਕ ਕਰ ਸਕਦੇ ਹੋ। 51 ਦੇ ਵਿੱਚ ਹੁੰਦੀਆਂ ਨੇ ਦਿੱਲੀ 'ਚ, 54 'ਚ ਹੁੰਦੀਆਂ ਨੇ ਮਨੀਲਾ ਸ਼ਹਿਰ ਆ ਫਿਲੀਪਾਈਨਸ ਦਾ ਸਾਡੇ ਕੋਲੇ, ਫਿਰ ਦਿੱਲੀ 'ਚ ਹੁੰਦੀਆਂ ਨੇ 82 'ਚ, ਫਿਰ ਸਾਊਥ ਕੋਰੀਆ ਦੇ ਇੱਕ ਸ਼ਹਿਰ 'ਚ ਇੰਚੂਨ ਦੇ ਵਿੱਚ ਹੁੰਦੀਆਂ ਨੇ। 18 ਵਾਲੀਆਂ ਜਕਾਰਤਾ 'ਚ ਹੋਈਆਂ ਸੀਗੀਆਂ। ਜਕਾਰਤਾ ਰਾਜਧਾਨੀ ਹੈ ਇੰਡੋਨੇਸ਼ੀਆ ਦੀ, ਹੁਣ ਤਾਂ ਬਦਲ ਲਈ ਇਹਨਾਂ ਨੇ ਕਿਉਂਕਿ ਇਹ ਡੁੱਬਦਾ ਜਾ ਰਿਹਾ। ਜਕਾਰਤਾ ਜਿਹੜਾ ਸ਼ਹਿਰ ਹੈਗਾ ਇਹ ਤੁਹਾਨੂੰ ਪਤਾ ਹੋਊਗਾ ਕਿ ਇੰਡੋਨੇਸ਼ੀਆ ਇੱਕ ਆਈਲੈਂਡ ਕੰਟਰੀ ਹੈ ਤੇ ਆਈਲੈਂਡ ਕੰਟਰੀ ਹੋਣ ਕਰਕੇ ਸਾਰੇ ਆਈਲੈਂਡ ਹੀ ਨੇ ਇੱਥੇ ਜਿੰਨੇ ਪਏ ਨੇ। ਤਾਂ ਹੁਣ ਜਿਵੇਂ ਜਿਵੇਂ ਆਪਣੇ ਸੀ ਦਾ ਲੈਵਲ ਹਾਈ ਹੋ ਰਿਹਾ ਹੈ ਉਹਦੇ ਨਾਲ ਕੀ ਹੋ ਰਿਹਾ ਕਿ ਇਹਨਾਂ ਦੇ ਆਈਲੈਂਡ ਡੁੱਬਣੇ ਸ਼ੁਰੂ ਹੋ ਗਏ। ਤਾਂ ਇਹਨਾਂ ਨੇ ਪਹਿਲੀ ਪਲਾਨ ਕਰਕੇ ਆਪਣੀ ਰਾਜਧਾਨੀ ਹੁਣ ਚੇਂਜ ਕਰ ਰਿਹਾ, ਜਕਾਰਤਾ ਦੀ ਜਗ੍ਹਾ ਨਵੀਂ ਬਣਾ ਰਹੀ ਹੈ। ਕਮੈਂਟ ਬਾਕਸ 'ਚ ਮੈਨੂੰ ਦੱਸਿਓ ਕਿ ਜਕਾਰਤਾ ਦੀ ਥਾਂ ਤੇ ਨਵੀਂ ਰਾਜਧਾਨੀ ਕਿਹੜੀ ਬਣ ਗਈ ਹੁਣ ਇੰਡੋਨੇਸ਼ੀਆ ਦੀ। ਇਹ ਤੁਹਾਡੇ ਲਈ ਸਵਾਲ ਹੈ। 2022 ਵਾਲੀਆਂ ਖੇਡਾਂ ਜਿਹੜੀਆਂ ਇੰਪੋਰਟੈਂਟ ਨੇ ਇਹ ਚਾਈਨਾ 'ਚ, ਚਾਈਨਾ ਦਾ ਹਾਂਗਜਾਊ ਸ਼ਹਿਰ ਹੈ ਉੱਥੇ। ਹੁਣ ਅਗਲੇ ਜਿਹੜੇ ਸਵਾਲ ਤੁਹਾਡੇ ਲਈ ਪੇਪਰਾਂ 'ਚ ਤਿਆਰ ਹੋਣੇ ਨੇ ਉਹਨੇ ਆਉਣ ਵਾਲੇ ਕੰਟੈਕਸਟ ਨੂੰ ਲੈ ਕੇ ਕਿ 26 ਵਾਲੀਆਂ ਕਿੱਥੇ ਹੋਣਗੀਆਂ। ਜਾਪਾਨ ਦੇ ਏਚੀ ਤੇ ਨਗੋਇਆ ਸ਼ਹਿਰ ਦੇ ਵਿੱਚ ਹੋਣਗੀਆਂ। 30 ਵਾਲੀਆਂ ਦੋਹਾ 'ਚ ਹੋਣੀਆਂ ਨੇ, ਕਤਰ ਦਾ ਸ਼ਹਿਰ ਆ ਦੋਹਾ। ਕਤਰ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਆਪਣਾ ਫੁੱਟਬਾਲ ਦਾ ਵਰਲਡ ਕੱਪ ਚੱਲ ਰਿਹਾ ਹੈ। ਠੀਕ ਹੈ, ਤਾਂ ਉੱਥੇ ਕਤਰ ਦੇ ਵਿੱਚ ਹੀ 2030 'ਚ ਜਾ ਕੇ ਇਹ ਹੋਣੀਆਂ ਨੇ। 34 ਵਾਲੀਆਂ ਹੋਣਗੀਆਂ ਰਿਆਦ। ਰਿਆਦ ਕਿਹਦੀ ਰਾਜਧਾਨੀ ਆ? ਸਾਊਦੀ ਅਰਬ ਦੀ। ਸਾਊਦੀ ਅਰੇਬੀਆ ਦੀ ਰਿਆਦ ਰਾਜਧਾਨੀ ਆ। ਤਾਂ ਤੁਸੀਂ ਦੇਖ ਲਓ ਕਿ ਇੰਨੀਆਂ ਪਹਿਲੀ ਡਿਸਾਈਡ ਹੋ ਗਏ ਵੈਨਿਊ ਕਿ ਕਿੱਥੇ ਕਿੱਥੇ ਹੋਣੀਆਂ ਨੇ। ਤੇ ਆਹੀ ਪੇਪਰ ਚੱਕਦੇ ਨੇ ਸਿੱਧੇ ਜਦੋਂ ਸਵਾਲ ਪੁੱਛਦੇ ਨੇ। 22 ਵਾਲੀਆਂ ਚੀਨ 'ਚ ਹੋਈਆਂ ਨੇ, 26 ਵਾਲੀਆਂ ਹੋਣਗੀਆਂ ਏਚੀ ਨਗੋਆ ਦੇ ਵਿੱਚ ਜਾਪਾਨ 'ਚ, ਤੇ ਕਤਰ ਦੋਹਾ 'ਚ 30 ਦੀਆਂ ਹੋਣਗੀਆਂ, ਤੇ 34 ਵਾਲੀਆਂ ਹੋਣਗੀਆਂ ਸਾਡੇ ਕੋਲੇ ਸਾਊਦੀ ਅਰੇਬੀਆ ਦੇ ਰਿਆਦ 'ਚ। ਸਿੱਧੇ ਫੈਕਟ ਹੈ ਯਾਦ ਕਰਨ ਵਾਲੇ। ਅਗਲਾ ਕੰਟੈਕਸਟ ਆਉਂਦਾ ਮੇਰੇ ਕੋਲੇ ਕਾਮਨਵੈਲਥ ਗੇਮਸ ਦਾ। ਤੀਜੀ ਸਭ ਤੋਂ ਮਹੱਤਵਪੂਰਨ ਗੇਮਸ ਨੇ ਕਾਮਨਵੈਲਥ। ਕਾਮਨਵੈਲਥ ਨੇਸ਼ਨਸ ਕਿਹਨਾਂ ਨੂੰ ਕਿਹਾ ਜਾਂਦਾ? ਦੇਖੋ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਭਾਰਤ ਕਿਹਦੇ ਅੰਡਰ ਸੀਗਾ। ਤੁਸੀਂ ਮੈਨੂੰ ਲੱਗਦਾ ਮਾਡਰਨ ਹਿਸਟਰੀ ਪੜ੍ਹ ਹੀ ਲਈ ਹੋਊਗੀ ਲਗਭਗ ਕਿ ਅੰਗਰੇਜ਼ਾਂ ਦੇ ਅੰਡਰ ਸੀ, ਕੀ ਉਪਰਾਲੇ ਕਰੇ ਨੇ ਉਹਨਾਂ ਤੋਂ ਆਜ਼ਾਦ ਹੋਣ ਲਈ। ਤਾਂ ਅੰਗਰੇਜ਼ ਬੜੇ ਚਲਾਕ ਸੀ, ਚਲਾਕ ਹੀ ਕਹਿ ਲਓ। ਉਹ ਸਾਰੇ ਉਹਨਾਂ ਦੇ ਅੰਡਰ ਕਲਾ ਭਾਰਤ ਥੋੜੀ ਨਾ ਇਕਲੌਤਾ ਦੇਸ਼ ਸੀ ਜਿਹੜਾ ਉਹਨਾਂ ਨੇ ਗੁਲਾਮ ਕਰਿਆ ਹੋਇਆ ਸੀ। ਹੋਰ ਵੀ ਬਹੁਤ ਸਾਰੇ ਦੇਸ਼ ਸੀ ਜਿਹੜੇ ਗੁਲਾਮ ਕਰੇ ਹੋਏ ਸੀ। ਪਰ ਉਹਨਾਂ ਨੇ ਜਦੋਂ ਜਿਹੜੇ ਵੀ ਦੇਸ਼ ਨੂੰ ਆਜ਼ਾਦ ਕੀਤਾ, ਈਵਨ ਕਿ ਕੈਨੇਡਾ ਵਰਗਿਆਂ ਦੇਸ਼ਾਂ ਦੇ ਉੱਤੇ ਵੀ ਉਹਨਾਂ ਦਾ ਰਾਜ ਸੀਗਾ। ਤੁਹਾਨੂੰ ਪਤਾ ਕਿ ਕੈਨੇਡਾ ਦੇ ਵਿੱਚ ਅੱਜ ਵੀ ਜਿਹੜਾ ਉੱਥੋਂ ਦਾ ਹਾਈ ਕਮਿਸ਼ਨਰ ਬੋਲਦੇ ਨੇ ਉਹ
कौन लाउंदा है, वो अज भी जिहड़ी महाराणी होऊगी इंग्लैंड की वो अपॉइंट करके दिंदी है, वो नोमीनेट करदी है भी फलाना बंदा होऊगा। एक रिवाज चलदा आ रहा उदों दा ही, ते हुण भी अज भी उन्हां दा हाई कमिश्नर उन्हां वल्लों लाया जांदा है। तो एक इंपोर्टेंट फैक्ट है साडे वास्ते। तो कनेडा वर्गे जां होर जिन्ने भी देश सी जदों ये इन्हां ने आज़ाद कीते, उस तो बाद इन्हां ने कहा भी ठीक है तुसीं आज़ाद हो गए, इंडिपेंडेंट हो, अपने देश चला सकते हो, पर इन्हां ने एक इहो जी संस्था बनाई कि जिहदे नाल असीं एक दूजे नाल जुड़े रह सकीए, खेड पद्धर ते जुड़ीए, वपार के पद्धर ते जुड़ीए, जां होर कई तरह के MOU साइन करन दे कंटैक्सट च वक्खरियां वक्खरियां टैक्नोलॉजियां च जुड़ सकीए। तो उहदे लई एक कॉमनवैल्थ नेशन नाम की एक संस्था बनाई गई। कॉमनवैल्थ नेशनस दे विच लगभग 53 देश ने, चैक कर लो फिर भी एक बार फैक्ट, शायद कोई एक अद्धा नवां एक करंट दे विच सीगी, वैसे तो किसी करंट अफेयर च मैं कवर कर दूंगा, पर शायद एक अद्धा देश जुड़िया होर 54 ना हो गए होण, मैनू कन्फर्म नहीं, तुसीं कन्फर्म कर लो एक बार, ठीक है। हुण तक 53 सी, शायद एक देश ने होर ने कॉमनवैल्थ ज्वाइन किया रीसेंट दे विच, मैनू लग रहा शायद ये फैक्ट भी करंट किते पढ़िया मैं। तां ये बनदी कदों है, तो यह एग्जिस्टेंस आउंदा 1949 दे विच, जिहड़ी कॉमनवैल्थ का कंसैप्ट सीगा। जिन्ने भी ब्रिटिश तो आज़ाद हुई ब्रिटिश दीयां कलोनियां सी वो सारियां इहदे अंडर लईआं, सारियां नहीं, विलिंगली सी, मतलब ये नहीं सीगा थोड़ी मर्जी है ज्वाइन करना करो, नहीं करना ना करो। नेहरू भी जो इन्हू ज्वाइन करके आया सी बहुत क्रिटिसिज्म होया सीगा, देश च आके कहते भी हुण तां असीं ने गुलामी लाही सी, ये नेहरू फिर साडे देश नूं उत्थे कॉमनवैल्थ ज्वाइन करके गुलाम करया आ। पर फिर नेहरू ने तर्क बहुत सोहना दिता सी आके कि मैं अपनी मर्जी नाल उत्थे ज्वाइन करके आया, मैं जे हुणी चाहां मैं वापस हुणी जहाज चढ़ के मैं उत्थों दोबारा आपदा नाम वापस भी लैके आ सकदा, इत्थे मेरी सवैरनिटी आपदे डिपेंडेंट है, मैनूं किसी ने धक्के नाल नहीं ज्वाइन करवाया हैगा। तां हर एक दे लई मतलब वलंटरी सी भी थोड़ी मर्जी है, ठीक है। ये स्टार्ट होंदियां ने जिहड़ियां गेम्स, ये होंदियां ने मिल्टन च, मिल्टन कनेडा का शहर है। शुरू तो यह पहले ही हो जांदियां ने, 1930 यह खेडां होंदियां ने, जबकि यह संस्था बनती है 1949 च। 1930 ही ये गेमां पहली बार मिल्टन के शहर च खेडियां जांदियां ने। उस तो बाद जो कॉमनवैल्थ बन जाता फिर तो जिन्ने भी कॉमनवैल्थ के 53-54 देश आउंदे ने, इन्हां दे विच ही वैन्यू बनता है, किसी देश नूं दे दिंदे ने कॉमनवैल्थ, कदे किसी देश नूं दे दिंदे ने। तो मैं मन के चलदा कि ओलंपिक्स तो बाद एक दूजा बहुत बड़ा इवेंट है जिहड़ा एक अंतरराष्ट्रीय पद्धर ते हुंदा, क्योंकि 53-54 देश इहदे विच शामिल हुंदे ने जिहड़े इकट्ठे होकर खेडदे ने। हुण इहदे कंटैक्सट च आपां देखदे हां कि ये कित्थे कित्थे किवें किवें होईयां ने क्रोनोलॉजिकल ऑर्डर दे विच। तां 30 दियां जिवें तुहानूं पता कि हैमिल्टन दे विच कनेडा जिੱਥੋਂ शुरुआत हुंदी है इहदी, 34 दे विच लंडन च खेडियां जांदियां ने ਇਹ। हुण रीसेंट दे विच आपां गल कर लीए 2018 वालियां जिहड़ियां ਇਹ होईयां सीगियां, ਇਹ होईयां सी गोल्ड कोस्ट आस्ट्रेलिया दे विच। तो इत्थों तुहानूं ਇਹ भी पता लगूगा आस्ट्रेलिया वर्गे उत्ते भी इहदा कब्जा सी इंग्लैंड वालियां दा। 22 वालियां जिहड़ियां इंग्लैंड च खेडियां, बर्मिंघम ਇਹਦਾ शहर है, तो जिहड़ियां आउण वालियां 26 दियां होणगियां ये भी आस्ट्रेलिया च खेडियां जाणगियां, आस्ट्रेलिया के विक्टोरिया दे विच। ਇਹ पेपरां च कई जाया कि 26 वालियां कित्थे खेडियां जाणगियां, विक्टोरिया आस्ट्रेलिया च खेडियां जाणगियां। तो हुण 22 वालियां दे विच किहड़े देश की की पोजीशन रही वो आपां वेख लैंदे एक बार। जिमें कि भारत नूं सब तो पहला सानूं टारगेट करना चाहिए, तो भारत ने टोटल मेरे को चौथे नंबर पर आया, टोटल 61 मैडल ने। ये पेपर च पूछा गया बई ध्यान दिओ, 61 मैडल ने टोटल भारत ने जिहड़ियां 2022 वालियां खेडां च जित्ते ने बर्मिंघम दे विच। ते इहदे विच गोल्ड किन्ने ने, गोल्ड हैगे ने साडे कोले 22, ते सिल्वर किन्ने ने, सिल्वर साडे कोले 16, ते ब्रॉन्ज किन्ने ने, ब्रॉन्ज जिहड़े हैगे ने वो हैगे ने 23। आ फिगर कई पेपर पुछ चुके ने, ठीक है, कि किन्ने गोल्ड ने, किन्ने सिल्वर जिते सी ते किन्ने ब्रॉन्ज जिते सी। तां ध्यान दे लिओ 61 टोटल मैडल सी साडे कोले। सब तो वध आस्ट्रेलिया पहले नंबर ते रहा जिन्हें कि 178 मैडल, दूजा नंबर इंग्लैंड का सी ते तीजे ते कनेडा आया। बाकी 100 ने इन्ना पढ़न की लोड़ नहीं, इंडिया के कंटैक्सट च पढ़ लो, सानू मैडल भी पता होण ते इंडिया की पोजीशन भी पता होवे। बाकी आ वैन्यू जरूर पता रहन, फैक्ट मैं तुहानू उपर क्लीयर करते कि किवें किवें ये होया। हुण आइडिया जिहड़ा कॉमनवैल्थ नू होल्ड करन दा कि हर 4 साल बाद ओलंपिक वांगू ही कॉमनवैल्थ भी खेडियां जाण, ये देण वाला बंदा सीगा जॉन एसले कूपर, मर गया बंदा जॉन एसले कूपर। ये फैक्ट भी नोट करने वाला, जॉन एसले कूपर ने यह रिकमेंड कराया सी कि 4 साल बाद कॉमनवैल्थ नेशनस दियां कॉमनवैल्थ गेम्स खेडियां जाण। हुण आपां कुछ गल करांगे स्पोर्ट्स ट्रॉफीज़ दे उत्ते। ये टॉपिक अपने आप दे विच बड़ा ही महत्वपूर्ण टॉपिक है, तो ये बारे सानू काफ़ी फैक्चुअल टॉपिक है, पर फैक्चुअल टॉपिक जो सवाल बहुत बनते हैं। जो मेरा एक्सपीरियंस है PPSC दे जो घट सवाल पूछती है,
पर P++ भी बहुत सवाल पूछती है कि गेम के कंटैक्सट सीधा कुछ पूछा जाए, पर मैं ये नहीं कहूँगा कि PPSC पूछती नहीं, क्योंकि PPSC भी तो किसी कप का नाम लिख के एक लाइन बना दी है भी फलाना कप आ लाइन ये कप ये खेडिया गया, पर हुण जो उत्थे तुहानूं नाम नहीं पता होगा भी आ फलाना कप फलानी गेम वास्ते आ, तो उस सवाल किवें सॉल्व हो जाऊगा। जित्थों मैं अज की प्रैजेंटेशन शुरू करी सी, हुण लैबर्स कप खेडिया गया, जे लैबर्स कप पता ही नहीं किहदे लई है तो फिर उहदे तुसीं किवें क्लीयर कर लोगे उहनूं। चलो एनीवेज देखो, सब तो पहला क्रिकेट के किहड़े-किहड़े मशहूर कप ने सारे लिखे पे ने, पढ़ लिओ, पर मैं वो कप्पां दे उत्ते ज़्यादा जोर दूंगा जिहड़े कप्पां नूं लैके सवाल पुराने पेपरां 'च पूछे गए ने ते जिहड़े महत्वपूर्ण ज़्यादा ने। सब तो पहला एशेज़ कप जां एशेज़ दी सीरीज़ बड़ी ही महत्वपूर्ण है। जिहड़े तां क्रिकेट प्रेमी ने उन्हां लई तां इह बड़ा ही नॉर्मल सवाल होऊगा, ठीक है, वो थोड़ा जिहा पेशेंस बना के रख लैण। जिहड़े खासकर गर्ल स्टूडेंट्स ने जां जिहड़े स्पोर्ट्स नाल बड़ा ताल्लुकात रखते नहीं है जां क्रिकेट नूं पसंद नहीं करते, वो जरूर सुन लैण। यह सीरीज़ इंग्लैंड ते आस्ट्रेलिया दे विच खेडी जाती है। इंग्लैंड ते आस्ट्रेलिया आपस दे विच खेडदे ने, टेस्ट मैच हुंदा 5 दिनों वास्ते चलदा। एशेज़ दी जिहड़ी सीरीज़ है बड़ी ही राइवलरी, जिवें इंडिया ते पाकिस्तान दा आपस में युद्ध वाला काम हुंदा ना जो मैच हुंदा, ये भी इन्हां दी इक इहो जी सीरीज़ है इंग्लैंड ते आस्ट्रेलिया दी, जिहदे विच एक दूजे नाल लड़ मरदे ने। इस सीरीज़ नूं लैके इंपॉर्टेंट सीरीज़ है। CK नायडू ट्रॉफी ये हुणी रीसेंट के पेपरों 'च पूछी गई है कि CK नायडू ट्रॉफी किहदे लई खेडी गई है, तो ये क्रिकेट के लिए है। एशिया कप तो सारिया गेमां लई हुंदा, तां इहदा खारजी कर दो। एशिया कप तो हाकी का भी हुंदा, एशिया कप तो साडे कोले क्रिकेट का भी हुंदा, कई गेमां का हुंदा, बड़े चक्करां 'च पैण दी लोड़ नहीं। दियोदर ट्रॉफी थल्ले भी लिखी है मैं, दियोदर ट्रॉफी महत्वपूर्ण है पेपरां दे एंगल तो, क्रिकेट लई हुंदी है। दुलीप ट्रॉफी, दुलीप एक प्लेयर का नाम सी, दुलीप ट्रॉफी भी बहुत मशहूर ट्रॉफी है, मार्क करने वाली है। फिर आ एक गवास्कर बॉर्डर ट्रॉफी, गवास्कर सुनील गवास्कर साडे भारत का खिडारी है, ठीक है, बड़ा मास्टर ब्लास्टर के नाम नाल जाणिया जांदा सीगा, लिटिल मास्टर कह के उन्होंने बुलाते सीगे, क्योंकि सचिन तेंदुलकर तो पहला वो बंदा सी जिन्हें बहुत तकड़े रिकॉर्ड बोलते सीगे। एक एलन बॉर्डर नाम का प्लेयर ऑस्ट्रेलिया का प्लेयर है, वो भी बहुत फेमस प्लेयर रहा एलन बॉर्डर। इन्होंने दोनों के नामों को मिला के एक ट्रॉफी बनाई हुई है, नाम है गवास्कर बॉर्डर ट्रॉफी। तो यह मतलब किहड़े दो देशों में खेडी जाती है, इंडिया ते आस्ट्रेलिया दे विच खेडी जाती है। तो ये एवें एंगल तो सवाल बन सकता कि किन्ना खेडी जाती है। GD बिरला ट्रॉफी इंपॉर्टेंट है। आ इवेंट मुंड तो हुंदी नहीं, ICC वर्ल्ड कप हो गया, ईरानी कप या ईरानी ट्रॉफी, सॉरी ईरानी ट्रॉफी भी इंपॉर्टेंट है, पेपरों 'च पूछी गई है 2021 की। हुण मैनूं याद नहीं आ रहा, कोई ना कोई पेपर आ P++ ने हुण ही लिया, उहदे 'च ईरानी ट्रॉफी बारे पूछा सी कि किहड़ी गेम नाल संबंधित है। जवाहरलाल नेहरू रणजी ट्रॉफी, रणजी नूं लैके मैं फैक्ट भी दसूँगा, बड़ा तगड़ा फैक्ट है कि रणजी का शुरुआत करने वाला तो बंदा कोई होर सी। रणजी के कंटैक्सट 'च ना एक सवाल PCS ने पूछा होया एग्जैक्टिव के पेपर 'च कि रणजी ट्रॉफी नूं इनॉग्रेट करन, जदों रणजी ट्रॉफी की शुरुआत करी जा रही सी, इहदी इनॉग्रेशन, इहदा उद्घाटन साडे पंजाब के राजे तो करवाया गया सीगा। वो राजे का नाम दसो, उहदा नाम सीगा भुपिंदर सिंह। तो महाराजा भुपिंदर सिंह ने रणजी ट्रॉफी की मतलब शुरुआत का उद्घाटन किया सीगा। तो यह भी कितना तगड़ा फैक्ट है, जो लुकिया होया शायद तुहानूं किसी किताब चों नहीं मिलूगा, ना ही आ फैक्चुअल किताबों चों लभना है, ठीक है। तो इनू मार्क कर लियो, रणजी ट्रॉफी नूं लैके मशहूर है रणजी ट्रॉफी, बड़ी इंपॉर्टेंट ट्रॉफी है। तो इनू आपां वेखांगे अगे कि इस बार की रणजी ट्रॉफी किहने जित्ती है। थल्ले सारे फैक्ट लिखे होणगे, वो अपने अपकमिंग लैक्चर दे विच आ जाणगे, क्योंकि 2-3 लैक्चर तो बनने ही है। विजय हजारे ट्रॉफी ये भी महत्वपूर्ण है, ये भी सानू पता होवे करंट दे विच सारियां ट्रॉफियां आउणगियां, किहड़ी रणजी ट्रॉफी इस बार दी किहने जित्ती है, विजय ट्रॉफी हजारे किहने जित्ती है। इत्थे तां मैं एक स्टैटिक पोर्शन कवर कर रहा, तो स्टैटिक्स का मैं इन्ना ही दसूँगा कि किहड़ी गेम नाल संबंधित है। तो मार्क कर लियो, सारियां ट्रॉफियां इंपॉर्टेंट ने। हॉकी, हॉकी बारे तो जरूर पता होना चाहिए, साडी नैशनल गेम है। बीटन कप सब तो पुराना भारत दे विच खेडे जाने वाला बीटन कप हॉकी का, ओल्डेस्ट ऑफ ऑल। सुल्तान अजलान शाह कप, मोस्ट इंपॉर्टेंट क्वेश्चन पेपरां दे एंगल तो। सुल्तान अजलान शाह कप थोड़े वास्ते एक सवाल है, कमेंट बॉक्स दस्यो कि जिहड़ा सुल्तान अजलान शाह कप है ये किसी देश के सुल्तान के नाम तो बनाया हुआ कप है, तो हमेशा उस देश ही खेडिया जाता है। तो तुसीं मैनूं कमेंट बॉक्स दसना कि किहड़े देश के खेडिया जाता है, तो इंपॉर्टेंट है। आगा खान कप इंपॉर्टेंट है।
महाराजा रणजीत सिंह गोल्ड कप, ये तो सानू जरूर पता होवे पंजाब के एंगल तो सवाल बन सकता है बिल्कुल स्टैटिक दे विच कि महाराजा रणजीत सिंह के नाम से गोल्ड कप खेडिया जाता। तो हॉकी ऐं याद कर लो कि पंजाब की च अगे आ, हॉकी च अगे आ, होर तां किहड़ी गेम दे विच असीं बहुती अगे आ। ध्यानचंद ट्रॉफी, ध्यानचंद का तो जे तुसीं नाम ही नहीं सुनिया सवाल बन जाता कि हाकी का जादूगर किहनूं कहा जाता है, द मैजीशियन ऑफ हॉकी दैट इज़ ध्यानचंद। क्योंकि ध्यानचंद कहते एडा जिहड़े वो मैं पिछे पढ़ाए ने ना फैक्ट ओलंपिक्स कि लगातार 8 गोल्ड मैडल जिते हुए हैं भारत के, लगातार तो नहीं विचों एक गैप पै गया सी, सिल्वर आ गया सी, एक बार हार गए सी, 8 गोल्ड मैडल जिते हुए ने। ਉਹਦਾ सब तो ਵੱਡਾ योगदान इसे बंदे नूं ਜਾਂਦਾ ध्यानचंद नूं, हाकी के जादूगर नूं। कहते एक बार जे हाकी नाल लग जाती सी ना गेंद बा गोल करके ही मुड़दा सी। कई बार तो यदि हॉकी मतलब चैक की गई है भी इन्हें कोई यहो जी कोई मैगनेट कोई यहो जी चीज़ तो नहीं ला रखी भी जी गेंद है हाकी के नाल चिपकी हुई रही है, होर किसी को जाती हुई नहीं, मतलब एडा क मशहूर बंदा सी ये। नेहरू ट्रॉफी, नेहरू ट्रॉफी इज़ रिलेटेड टू हॉकी। फिर बैलिंगटन कप, दोनों ही बीटन कप भी बैलिंगटन कप दोनों ही संबंधित ने हॉकी के नाल। रंगा स्वामी कप इंपॉर्टेंट है जी, रंगा स्वामी कप इज ऑल्सो रिलेटेड टू हॉकी। फिर एक साडे कोले इंदिरा गांधी, इंदिरा गांधी कप भी हॉकी के नाल रिलेटेड है। तो आ कुछ कप ने जिहड़े हॉकी के सानू जरूर पता होण। फुटबॉल अगली साडी गेम है जिते असीं डिस्कशन करनी है। फुटबॉल नूं लैके अगे वर्ल्ड कप फुटबॉल नूं भी डिस्कस करांगे आपां अपकमिंग लैक्चर दे विच, क्योंकि मैं तुहानूं दस्सिया कि अज दी डेट 'च सवाल पेपर 'च बनाउणा होवे मैनूं लगदा फुटबॉल 'चों बनना चाहिदा, क्योंकि वर्ल्ड कप चल रहा फुटबॉल का कतर दे विच ऑलरेडी। पहलां दस्सिया कि सैमीफाइनल रह गए, बस 2-1 फाइनल रह गया खेडे जाना, बाकी तां टीमां हो गईआं बाहर बूर जिन्हें खेडना सी। तां मैनूं लगदा पेपर 'ਚ तुहानूं थोड़ा कोई होना, इहदे रिजल्ट सारे आ ही जाने ने कि कौन जित्तिआ, कौन मैन ऑफ द प्लेयर बनया, कुछ बनया, तो करंट 'ਚ कवर हो जाएगा, अपना एडा इशू नहीं। फुटबॉल ते आ जाओ। फुटबॉल के लिए पहला तो दियाँ कुछ बेसिक नॉलेज सानू होनी जरूरी है फुटबॉल के बारे, फिर असीं फुटबॉल के कप्पां ते चलांगे, क्योंकि बहुत सारे फुटबॉल के कप तो आ एजेंसियां के नाम मूहरे लग के बने हुए ने। किवें दसदा, फीफा एक संस्था अंतरराष्ट्रीय पद्धर ते जिहड़ी फुटबॉल नूं अंतरराष्ट्रीय पद्धर ते ऑर्गेनाइज करती है। फुल फॉर्म हैगी है इंटरनेशनल फैडरेशन ऑफ एसोसीएशन फुटबॉल, इंटरनेशनल फैडरेशन ऑफ एसोसीएशन फुटबॉल। तुसीं कहोगे इधर कुछ होर लिखा गया, इधर कुछ होर लिखा पिया, इहदा कारण है ये ना फ्रेंच दे विच है फीफा, जिहदी फुल फॉर्म पढ़ोगे फ्रेंच च याद भी नहीं होनी तुहानूं, तां अंग्रेजी च दी फुल फॉर्म आही है कि इंटरनेशनल फैडरेशन ऑफ एसोसीएशन फुटबॉल। बेसिकली 1904 ਦੇ ਵਿੱਚ ਪੈਰਿਸ ਦੇ ਵਿੱਚ फाउंड की गई सी, बनाई गई सी, ਤੇ यूरिक स्विट्जरलैंड का शहर है जिथे कि ਇਹਦਾ हैडकुआटर है। इंपॉर्टेंट है, हैडकुआटर बहुत पूछा जाता, मार्क कर लियो, यूरिक शहर ਦੇ ਵਿੱਚ। ਤੇ ਅੱਜ ਦੀ डेट ਦੇ ਵਿੱਚ ਇਹਦੇ ਪ੍ਰੈਜ਼ੀਡੈਂਟ कौन ने, ये भी बहुत पेपरों 'ਚ पूछा जा चुकिया, जियानी इन्फेंटिनो। इन्फेंटिनो, जियानी इन्फेंटिनो फुटबॉल के प्रेजिडेंट ने फीफा के। आ कुछ फैक्ट ने फीफा बारे। हुण फीफा फुटबॉल एडी वड्डी गेम है, इन्होंने कॉन्टीनेंटा के हिसाब नाल रीजनल बॉडीज बनाईयां हुईयां ने, मतलब एशिया वास्ते एक रीजनल बॉडी है, यूरोप वास्ते एक रीजनल बॉडी है, अफ्रीका वास्ते एक रीजनल बॉडी है। सारियां बॉडीज काम करदियां ने फीफा के अंडर ही, पर आपदे कॉन्टीनेंट के विच ये देखदियां ने इवेंट्स नूं, इन्हां दे अपने इवेंट भी ये करवाउंदियां रहिंदियां ने कॉन्टीनेंट लैवल ते जिहड़े हुंदे ने। वो हुण आपां ध्यान च दिंदे आ जिहड़े कि तुहाडे लई बहुत इंपॉर्टेंट हो सकदे ने पेपर 'च। सब तो पहला हैगा यूईफा, यूरोप वास्ते बनया होया, इसकी फुल फॉर्म हैगी है यूनियन ऑफ यूरोपीयन फुटबॉल एसोसीएशन, यूनियन ऑफ यूरोपीयन फुटबॉल एसोसीएशन। हैडकुआटर हैगा इहदा न्योन स्विट्जरलैंड दे विच। ये यूरोप के सारे देशों के जिन्ने तुसीं देखदे होगे यूफा कप, यूफा कप नाम आउंदा पूरे का पूरा, जिहड़ा कि बहुत मशहूर है यूरोप के विच, उत्थों दे लड़ मरदे ने देश नूं जितण वास्ते। वो कप यही एजेंसी कराउंदी है, तो फीफा की एजेंसी है बेसिकली। सिमिलरली CAF, ये अफ्रीका च है, कन्फैडरेशन ऑफ अफ्रीका फुटबॉल, तो यह हैगा गीज़ा, इजिप्ट दे विच एक शहर है गीज़ा, उत्थे दा हैडकुआटर है। कॉनकैम्फ, ये हैगा नॉर्थ एंड सेंट्रल अमेरिका, मतलब अमरीका, मैक्सीको, कनेडा ये देश, ते थल्ले वाला जिहड़ा सेंट्रल अमेरिका, जिहदे विच आ जांदे ने अपने की कहंदे हुंदे ने आ वैस्ट इंडीज़ वर्गे जिहड़े देश ने, उन्होंने की स्पैसीफिक वर्ड बोलिया जाता हुंदा, जो आ गया याद दस दूंगा, ठीक है। वैस्ट इंडीज़ एंड ऑल जिहड़ियां कंट्रीज़ ने, करेबियन कंट्रीज़ सारियां। तो नॉर्थ ते सेंट्रल अमेरिका फुल फॉर्म है कॉन्फैडरेशन ऑफ नॉर्थ सेंट्रल अमेरिका एंड कैरेबियन एसोसीएशन, लिखा ही पिया कैरेबियन एसोसीएशन। ये सारे देश दे विच आ जांदे ने, ते मियामी US दे विच इहदा की है हैडकुआटर है। अगली जी बॉडी हैगी है चौथी साउथ अमेरिका वास्ते, कॉन बियोक, जो भी तुसी फुल फॉर्म बोल सकते हो, फुल फॉर्म याद रखो, साउथ अमेरिकन फुटबॉल कॉन्फैडरेशन।
ल्यूक पैरागोए देश दे विच, साउथ अमेरिका का देश है पैरागोए, उहदा एक शहर है ल्यूक, उत्थे दी हैडकुआटर है। AFC इंपॉर्टेंट है, तुहानूं पुछ सकते हैं एशिया वास्ते किहड़ी फुटबॉल की बॉडी है जिहड़ी फीफा के अंडर काम करती है, तो वह हैगी एशियन फुटबॉल कन्फैडरेशन। ते कुआलालंपुर दे विच इहदी की है हैडकुआटर। कोई दस सकता कि कुआलालंपुर किहड़े देश की राजधानी है? एनीवन कमेंट बॉक्स दस्यो। एनीवेज देखते हैं, अपना गूगल करके कढ़ियो। कुआलालंपुर बहुत महत्वपूर्ण शहर है, कला यही नहीं, अगे शायद लैक्चर च आऊगा, कई बहुत सारिया एजेंसियां अंतरराष्ट्रीय खेड वालियां दे हैडकुआटर कुआलालंपुर दे विच ने। ठीक है, अगे आ जाओ, लिखी दिता वैसे हुण की रह गया। मलेशिया दे विच है, प्रेजिडेंट इहदा हैगा शेख सलमान बिन इब्राहिम अल खलीफा। बहरैन तो हाँ, मैं ये बारे बाकियों बारे मैं तां नहीं लिखा, इन्ने फैक्ट याद करने की लोड़ नहीं, ये एशिया के कंटैक्सट च आ तो पता जरूर होवे। तो कुआलालंपुर मलेशिया की राजधानी है, पहली गल। तो दूजी गल, ये जिहड़ी संस्था बनी हुई है, इहदा जिहड़ा प्रेजिडेंट है शेख सलमान बिन इब्राहिम अल खलीफा, इहदा नाम है, खलीफा बस याद रख लियो, दैट्स इट। OFC ओशेनिया वास्ते जिहड़ा थल्लड़ा हिस्सा, न्यूजीलैंड हो गया, तुहाडा आस्ट्रेलिया हो गया, इन्हां दी ऑकलैंड शहर हैगा न्यूजीलैंड का, उत्थे आ ओशेनिया फुटबॉल कन्फैडरेशन। हुण तुसीं देखो, हुण तुसीं आप ही लभ लोगे, मैनूं दस्सण दी लोड़ नहीं। यूरो कप फुटबॉल नाल रिलेटेड है, यूरोपीयन देशों का। UEFA मूरे लग गया, तुहानूं पता है कि यह फुटबॉल नाल रिलेटेड संस्था है, तो कप भी फुटबॉल का ही होगा, सिंपली अगे पढ़न की लोड़ ही नहीं। अफ्रीकन कप ऑफ नेशनस, कॉनाकैफ गोल्ड। फिर अगे आ गया मेरे को कोपा अमेरिका भी फुटबॉल का ही कप है। OFC नेशनस कप आ तुहाडे सामने पे, OFC ओशेनिया फुटबॉल। फिर मेरे को AFC एशियन कप। तो कहने का मतलब मैं ताही पढ़ाइयां ने सारियां, आ जिन्ने कप जे फीफा लिखे हुए ने ना, ये मूरे नाम तो ही शुरू हो रहे हैं। तो जे तुहानूं इन्ना ही पता कि सारियां रीजनल बॉडीज उहदियां ने, तो ये कढ़ण दे विच किड्डी दिक्कत होनी चाहिए है तुहानूं। अगे आप कुछ जिमें साडे IPL होंदी है, IPL साडे होंदी है ना, तुसीं सारे जानदे हो, IPL गेम खेडी जाती है। तो IPL एक क्लब खेडते हैं ना, बखरे बखरे क्लबां वांगू बने हुए ने, जिवें एक मुंबई इंडियंस बना रखी है, एक पंजाब किंग्स 11 बना रखी है। इस कित्थों शुरुआत होंदी है, ये आइडिया सब तो पहला यूरोप च पनपदा है। यूरोप दे विच फुटबॉल दे क्लब किते ज़्यादा अमीर ते किते ज़्यादा मशहूर ने साडे क्रिकेट वालियां नालों, तो उत्थों दे क्लबां दीयां गेम्स भी हुंदियां ने। जिवें ला लीगा बहुत पेपर च पुछी जाती है कि ला लीगा किहदी सीरीज़ है, फुटबॉल दी सीरीज़ होंदी है, तो स्पेन दे विच खेडी जाती है ला लीगा। स्पेन की यह एक क्लबां दी खेड है फुटबॉल, तुसीं कह सकते हो, जिहदे विच रियल मैड्रिड फलाना धमकाना इहो जिहे बखरे बखरे किहड़े तकड़े क्लब बने हुए हैं जिहड़े खेडदे ने आपस दे विच। फिर एक आ गया बुंडेसलीगा, ये जर्मन की लीग है बुंडेसलीगा। इंग्लिश प्रीमियर लीग जिहदे तो साडी इंडियन प्रीमियर लीग बनी हुई है, इत्थों ही नाम आया हुआ IPL का, ये इंग्लैंड की सीरीज़ है। ठीक है, फिर मेरे को आ गया एक सीरिया ए इटली की, ते लीग 1 ज़्यादातर ला लीगा ते बुंडेसलीगा ये पूछे जाते हैं। बुंडेसलीगा ये जरूर मार्क कर लियो, ये जर्मन की है, ये ला लीगा स्पेन की है। आ गई भारत दियाँ कुछ जिहड़ियां ट्रॉफीज़ ने, भारत जिहड़े कप खेडे जाते हैं, रोबर्स कप। सीधा पूछणगे किहदे नाल संबंधित है, पता होवे किहदे नाल संबंधित है, फुटबॉल नाल। कलिंगा कप, कलिंगा यार याद जरूर रखियो, कलिंगा का बड़ा मशहूर है। कलिंगा किहड़े उहदे च पैंदा, पता किहड़े सूबे च पैंदा है, किहड़ी स्टेट च है कलिंगा? उड़ीसा च है, मार्क कर लियो। उड़ीसा खेडों वास्ते बहुत उत्थे दे नवीन पटनायक जी अपने मुख मंत्री ने, वो गेम्स नूं बहुत प्रमोट करते हैं, खासकर हॉकी नूं बहुत प्रमोट किया साडी भारत दी नूं। उन्होंने मतलब फाइनैंशियली भी ईवन उत्थे बहुत सारे स्टेडियम बना के उन्होंने फैसिलिटीज़ प्रोवाइड कीतियां ने। शायद उन्हों का एक बहुत बड़ा योगदान है जिहड़ा इस बार ओलंपिक्स दे विच असीं 41 सालों बाद एक ब्रॉन्ज मैडल जित पाएंगे, तो उन्होंने नज़रअंदाज बिल्कुल नहीं किया जा सकता। फिर आ संतोष ट्रॉफी बहुत पेपर चाहिए है जी, पुछ लियो। दुरांड कप, रोबर्स कप, सुब्रोतो कप, आ जिहड़े मैं पीले जे कर रखे ने ना, इन्हों तो बिल्कुल ना छड्डियो। ये पीले करे ही वो ने जिहड़े पुराने पेपरों के सवाल ने। मैं हुण सवाल तो नहीं करा रहा एक एक चक के, बस मैं हाईलाइट करते कि ये पुराने पेपरों के सवाल ने जिहड़े पुराने पेपरों च कप पूछे गए ने कि दिस कप इज़ रिलेटेड टू दिस, तो इन्हों तो बिल्कुल नहीं छड्डना। रोबर्स कप, कलिंगा हो गया, दुरांड कप हो गया, रोबर्स 2 बार लिखा गया, संतोष ट्रॉफी हो गई, तो सुब्रोतो कप हो गया। ये सारे रिलेटेड टू किहदे ने? फुटबॉल। इस तो इलावा एक दो होर थले लिखे हुए हैं, बेगम हजरत महल, दिस इज इंपॉर्टेंट। बेगम हजरत महल का नाम तुसीं सुनिया होगा,
ठीक है। मॉडर्न हिस्टरी दे विच बहुत बड़ा रोल है 1857 के विद्रोह दे विच बेगम हजरत महल का। जे नहीं सुनिया होगा तो तुसीं हले नहीं पढ़िया तो मॉडर्न हिस्टरी नूं पढ़िओ कि बेगम हजरत महल का की योगदान सी 1857 के विद्रोह दे विच अंग्रेज़ां दे विच लड़ाई करन दा। दूजा गोपीनाथ बरदोली, बरदोली सत्याग्रह बड़ा मशहूर है, तो गोपीनाथ का जिक्र उत्थे तुहानूं जरूर मिलूगा सुनन नूं। तो ये ट्रॉफियां भी जिहड़ियां मॉडर्न हिस्टरी के उन्होंने करैक्टरां चों निकल के आउंदियां ने, भी किहदे नाल रिलेटेड ने, फुटबॉल नाल ने। इस एंगल तो याद कर लिओ जे डायरैक्ट पेपर च पै जाती है, क्योंकि इसका लिंक मॉडर्न हिस्टरी नाल निकल गया। तो अज दे इस लैक्चर नूं आपां उरी वाइंड अप करांगे, क्योंकि काफ़ी लंबा ऑलरेडी लैक्चर हो गया। तो मोस्ट प्रॉबली मैनूं लगदा एक लैक्चर होर अपना जिते बनूगा, जिहड़े कुछ होर इवेंट आपां डिस्कस करने आ। आई होप कि तुसीं इंजॉय कीता होगा लैक्चर, ते तुहानूं काफ़ी नवीआं चीज़ां स्पोर्ट्स के एंगल तो निकल के तुहाडे सामने आईयां होणगीआं, जिहड़ियां तुहाडे पेपरां दे विच तुहाडे लई सहायक हो सकदियां ने। पेशेंस नाल तुसीं थोड़ा बहुत बहुत धन्नवाद। थैंक यू फॉर वॉचिंग।